सुन सहज में बुलत हमारी। हुण सुरती अंदर नूं जांदी है, उल्टी जात दा मतलब पहला ध्यान बाहर नूं जांदा सी, माया च नूं जांदा सी, हुण अंदर नूं जांदा। जदों ध्यान अंतरमुखी हो गया, बाहर वाले झगड़े मुक गए। बाहर झगड़ा उन्ना चिर है जिन्ना चिर असीं बाहर नूं झाकदे हां। ਜਾਂ ਸਾਰਿਆਂ ਦੇ ਘਟਾਂ ਦੇ ਵਿੱਚ ਰਾਮ ਦੇਖਦੇ ਹਾਂ, ਜਾਂ ਘੱਟ ਘੱਟ ਸਾਰਿਆਂ ਦੇ ਵਿੱਚ ਹਰ ਦੇਖਦੇ ਹਾਂ, ਤਾਂ ਦੂਜਾ ਤਾਂ ਹੈ ਹੀ ਨਹੀਂ ਕੋਈ। ਦੂਆ ਜਿੰਨਾ ਚਿਰ ਹੈ ਉਹਨਾਂ ਚਿਰ ਝਗੜਾ। ਜਾਂ ਦੂਜਾ ਛੱਡ ਕੇ ਇੱਕ ਘਰ ਆ ਗਿਆ, ਇੱਕ ਤਾਂ ਘਰ ਆਉਂਦਾ, ਫਿਰ ਹਮਲਾ ਝਗੜਾ ਰਹਾ ਨਾ ਕਹੂਗਾ ਅੱਗੇ, ਫਿਰ ਝਗੜਾ ਮੁੱਕਦਾ। ਇਸੇ ਕਰਕੇ ਅਗਲੀ ਪੰਕਤੀ ਇਹ ਹੈ, ਹਮਰਾ ਝਗੜਾ ਰਹਾ ਨਾ ਕਹੂ। ਝਗੜਾ ਕਿਹਨਾਂ ਦਾ? ਝਗੜਾ ਉਹਨਾਂ ਦਾ ਹੈ ਜਿਹੜੇ ਧਾਰਮਿਕ ਬੰਦੇ ਨੇ, ਬਾਹਰ ਨੂੰ ਝਾਕਦੇ ਨੇ, ਭੇਖ ਵੱਲ ਝਾਕਦੇ ਨੇ, ਖਾਣ ਪਾਣ ਵੱਲ ਝਾਕਦੇ ਨੇ। ਝਗੜਾ ਤਾਂ ਭੇਖ ਦਾ ਹੈ, ਖਾਣ ਪਾਣ ਦਾ, ਇਹ ਰਹਿਤ ਮਰਿਆਦਾ ਹੈ, ਇਹ ਸਭ ਬਾਹਰ ਹੈ। ਇਹ ਝਗੜਾ ਜਿੰਨਾ ਰਹੂਗਾ ਹੀ ਰਹੂਗਾ ਜਿਹੜੇ ਬਾਹਰ ਮੁਖੀ ਹੋਣਗੇ। ਇਹਦੇ ਦਾੜੀ ਹੈ, ਇਹਦੇ ਹੈ ਨਹੀਂ, ਇਹਦੇ ਜੱਟਾਂ ਹਨ, ਇਹਦੇ ਹੈ ਨਹੀਂ, ਇਹਦੇ ਬਾਣਾ ਰੰਗ ਕਿਹਾ ਜਾ, ਕੱਪੜਿਆਂ ਦਾ ਮੇਰਾ ਕਿਹਾ ਜਾ। ਇਹਦੇ ਨਾਲ ਧਰਮ ਦਾ ਕੋਈ ਲੈਣਾ ਦੇਣਾ ਨਹੀਂ ਹੈ, ਕੋਈ ਵੀ ਇਹਨਾਂ ਗੱਲਾਂ ਨਾਲ ਲੈਣਾ ਦੇਣਾ ਨਹੀਂ। ਧਰਮ ਦਾ ਲੈਣਾ ਦੇਣਾ ਆਚਰਣ ਨਾਲ। ਆਚਰਣ ਚੱਲਣਾ ਮਨ ਦੇ ਲੈਵਲ ਤੋਂ, ਆਤਮਾ ਦੇ ਲੈਵਲ ਤੋਂ। ਆਤਮਾ ਦੀ ਸੋਚ ਕੀ ਹੈ ਤੇਰੀ? ਕੀ ਆਤਮਾ ਸੱਚ ਤੇ ਪਹਿਰਾ ਦੇ ਰਹੀ ਹੈ? ਜੇ ਧਾਰਮਿਕ ਹੈ ਤਾਂ ਪਰਉਪਕਾਰੀ ਹੋ ਸਕਦਾ, ਸਵਾਰਥੀ ਨਹੀਂ ਹੋ ਸਕਦਾ। ਪਰਮਾਰਥੀ ਹੋ ਸਕਦਾ, ਜੇ ਸਵਾਰਥੀ ਹੈ ਤਾਂ ਧਾਰਮਿਕ ਬੰਦਾ ਹੀ ਨਹੀਂ। ਤੇ ਅਸੀਂ ਸਾਰੇ ਸਵਾਰਥੀ ਹਾਂ। ਬਾਹਰ ਤਾਂ ਝਾਕਦਾ ਹੀ ਸਵਾਰਥ ਵਾਸਤੇ ਆਦਮੀ। ਜਿਹਦਾ ਸਵਾਰਥ ਨਹੀਂ ਰਿਹਾ ਕੋਈ, ਉਹ ਬਾਹਰ ਝਾਕ ਕੇ ਉਹਨੇ ਲੈਣਾ ਕੀ ਹੈ? ਮਾਇਆ ਚੋਨਾ ਚਿਰ ਝਾਕਦਾ ਜਿੰਨਾ ਚਿਰ ਸਵਾਰਥ ਹੈ। ਜਦ ਪਰਮਾਰਥ ਆ ਗਿਆ, ਬਾਹਰ ਦਾ ਮਤਲਬ ਨਹੀਂ ਰਹਿ ਗਿਆ। ਫਿਰ ਜਾ ਕੇ ਇੱਕ ਪਿਤਾ ਇੱਕ ਸਕਿਆਮ ਬਾਰ ਕਾਲੀ ਗੱਲ ਮੰਨਣ ਦੀ ਸੰਭਾਵਨਾ ਹੀ ਹੁੰਦੀ ਹੈ ਮੰਨਣ ਦੀ। ਫਿਰ ਵੀ ਜਦ ਤੈਨੂੰ ਝਾਕਦਾ, ਜੇ ਉਹਦੀ ਤਸੱਲੀ ਹੋ ਜਾਵੇ ਤਾਂ ਮੰਨ ਲੈਂਦਾ ਇਹ ਗੱਲ। ਜਿੰਨਾ ਚਿਰ ਬਾਹਰ ਮੁਖੀ ਨੇ ਲੋਕ, ਧਾਰਮਿਕ ਨਹੀਂ ਹੋ ਸਕਦਾ ਕੋਈ ਵੀ। ਉਹਨਾਂ ਚਿਰ ਝਗੜੇ ਨੇ। ਸੰਪਰਦਾਵਾਂ ਨੇ ਸਿੱਖਾਂ ਦੀਆਂ ਸਭ ਬਾਹਰ ਮੁਖੀ ਨੇ। ਕੀ ਖਾਂਦਾ ਕੋਈ, ਕੀ ਨਹੀਂ ਖਾਂਦਾ, ਇਹ ਝਗੜਾ ਹੈ। ਕਿਹੋ ਜਿਹਾ ਪਹਿਨਦਾ, ਕਿਹੋ ਜਿਹਾ ਨਹੀਂ ਪਹਿਨਦਾ, ਵੀ ਝਗੜਾ। ਜੇ ਆਤਮਾ ਦੇ ਤਲ ਤੇ ਜੀਵਨ ਜੀਵੀਏ, ਆਤਮਾ ਦੇ ਤਲ ਤੇ ਦੇਖੀਏ। ਗੁਰਬਾਣੀ ਤਾਂ ਆਤਮਾ ਦੇ ਤਲ ਤੇ ਦੇਖਣ ਦੀ ਗੱਲ ਕਰਦੀ ਹੈ। ਤੇਰੀ ਆਤਮਾ ਕਿਹੋ ਜਿਹੀ ਹੈ, ਬੁੱਧੀ ਕਿਹੋ ਜਿਹੀ ਹੈ, ਮਲੀਨ ਹੈ ਜਾਂ ਨਿਰਮਲ ਹੈ? ਸੋਚ ਮਲੀਨ ਹੈ ਜਾਂ ਸਵਾਰਥੀ ਹੈ? ਸਵਾਰਥੀ ਹੈ ਜਾਂ ਸ਼ੁੱਧ ਹੈ? ਜੇ ਸ਼ੁੱਧ ਹੈ ਸੋਚ ਤਾਂ ਸਭ ਨੂੰ ਇੱਕੋ ਜਿਹਾ ਦੇਖੇਗਾ, ਅੰਨੇ ਵਾਲੀ ਸੀਟ ਨਹੀਂ ਬਣੇਗਾ। ਆਪਣਾ ਪਰਾਇਆ ਹੈ ਜਾਂ ਨਹੀਂ ਹੈ? ਜੇ ਆਪਣਾ ਪਰਾਇਆ ਹੈ ਤਾਂ ਬੁੱਧੀ ਸ਼ੁੱਧ ਨਹੀਂ ਹੈ, ਸੋਚ ਸ਼ੁੱਧ ਨਹੀਂ ਹੈ, ਫਿਰ ਨਹੀਂ ਸ਼ੁੱਧ ਹੈ। ਪੰਡਤ ਔਰ ਮੁੱਲਾ ਆਪਣਾ ਪਰਾਇਆ ਮੰਨਦੇ ਨੇ, ਆਪਣੇ ਪਰਾਏ ਤੇ ਪਹਿਰਾ ਦਿੰਦੇ ਨੇ। ਸਿੱਖ ਵੀ ਆਪਣਾ ਪਰਾਏ ਤੇ ਪਹਿਰਾ ਦਿੰਦੇ ਨੇ। ਦੁਬਦਾ ਇਹ ਹੈ, ਪੰਡਤ ਮੁੱਲਾ ਨੇ ਕੈਟਾਗਰੀ ਆ ਗਏ ਸਿੱਖ। ਸਿੱਖਾਂ ਕੋਲ ਸਿੱਖੀ ਵਾਲਾ ਧਰਮ ਨਹੀਂ ਹੈ। ਸਾਡੇ ਗ੍ਰੰਥੀ ਨੇ ਪੜ੍ਹਨ ਦੀ ਜਗ੍ਹਾ ਆ ਗਏ, ਮੁੱਲਾਂ ਦੀ ਜਗ੍ਹਾ ਆ ਗਏ। ਅੱਗੇ ਫਤਵੇ ਦਿੰਦੇ ਤੇ ਕਾਜੀ, ਹੁਣ ਅਕਾਲ ਤਖ਼ਤ ਦੇ ਜਥੇਦਾਰ ਫਤਵੇ ਦੇਣ ਲੱਗੇ। ਇਹ ਨਹੀਂ ਹੈ ਉਹਨਾਂ ਦਾ ਤਾਂ ਸਿਰਫ ਮੰਨ ਲਓ ਅਕਾਲ ਤਖ਼ਤ ਦੇ ਜਥੇਦਾਰ ਦਾ ਇਹ ਤਾਂ ਵੀ ਧਰਮ ਦੇ ਵਿੱਚ ਗੰਦਲ ਨਾ ਪੈ ਜਾਏ, ਪ੍ਰਚਾਰ 'ਚ ਗੰਦਲ ਨਾ ਪੈ ਜਾਏ, ਪ੍ਰਚਾਰ ਸ਼ੁੱਧ ਰਹੇ। ਇੰਨੀ ਡਿਊਟੀਆਂ ਤੋਂ ਵੱਧ ਕੋਈ ਡਿਊਟੀ ਨਹੀਂ ਹੁੰਦੀ। ਉਹ ਇਹਨਾਂ ਨੂੰ ਆਪ ਨਹੀਂ ਪਤਾ ਪ੍ਰਚਾਰ ਦਾ, ਨਾ ਪ੍ਰਚਾਰ ਤੇ ਇਹਨਾਂ ਦਾ ਕੋਈ ਲੈਣਾ ਦੇਣਾ। ਪ੍ਰਚਾਰ ਨਾਲ ਲੈਣਾ ਦੇਣਾ ਹੀ ਕੋਈ ਨਹੀਂ ਹੁੰਦਾ। ਨਾ ਇਹਨਾਂ ਨੂੰ ਪ੍ਰਚਾਰ ਦਾ ਗਿਆਨ ਹੈ, ਨਾ ਇਹਨਾਂ ਨੇ ਗਿਆਨ ਹਾਸਿਲ ਕੀਤਾ, ਨਾ ਸਾਡਾ ਇਹ ਮੀਟਰ ਹੈ ਵੀ ਗਿਆਨਵਾਨ ਨੂੰ ਜਥੇਦਾਰ ਬਣਾਓ ਜਾਂ ਗ੍ਰੰਥੀ ਬਣਾਓ। ਇਹ ਤਾਂ ਮੀਟਰ ਹੈ ਨਹੀਂ। ਮੀਟਰ ਰਿਹਾ ਵੀ ਕਿਹਨੇ ਕਿੰਨੇ ਸਾਲ ਨੌਕਰੀ ਕੀਤੀ ਹੈ। ਜਿਵੇਂ ਸਰਕਾਰ ਦੇ ਹੁੰਦਾ ਪੁਰਾਣਾ ਕਿਹੜਾ ਹੋ ਗਿਆ, ਉਹਦੇ ਹਿਸਾਬ ਨਾਲ ਜਾ ਕੇ ਜਥੇਦਾਰ ਬਣਾ ਦਿਓ। ਜਿਹੜੇ ਬਣਾਉਣ ਵਾਲੇ ਨੇ ਉਹਨਾਂ ਦਾ ਟੀਚਾ ਗੁਰਮਤਿ ਦਾ ਪ੍ਰਚਾਰ ਹੈ ਹੀ ਨਹੀਂ।
ਸਿੱਖੀ ਵਾਲਾ ਕੋਈ ਕਾਰੋਬਾਰ ਹੈ ਹੀ ਨਹੀਂ ਸਾਡੇ ਕੋਲ। ਸਿੱਖੀ ਜਿਨ੍ਹਾਂ ਨੇ ਸਿੱਖੀ ਦਾ ਬੂਟਾ ਲਾਇਆ ਸੀ, ਜੇ ਜਿਹੋ ਜਿਹਾ ਉਹਨਾਂ ਦਾ ਜੀਵਨ ਸੀ, ਜਿਵੇਂ ਉਹਨਾਂ ਨੇ ਕੀਤਾ, ਤੇ ਜੇ ਤਾਂ ਉਵੇਂ ਕਰਨਾ ਤਾਂ ਸਿੱਖੀ ਬਚੂਗੀ ਨਹੀਂ। ਇਹਨਾਂ ਤੋਂ ਤਾਂ ਬਚਣੀ ਦੀ ਸਿੱਖੀ, ਇਹ ਤਾਂ ਸਿੱਖੀ ਨੂੰ ਖਤਮ ਕਰਨ ਵਾਲੇ ਨੇ। ਜੇ ਸਿੱਖੀ ਖਤਮ ਹੋਊ ਤਾਂ ਇਹਨਾਂ ਵੱਲ ਨੂੰ ਉਂਗਲੀ ਨਹੀਂ ਉੱਠੂ। ਸਿਆਸਤਦਾਨਾਂ ਵੱਲ ਨੂੰ ਉਂਗਲੀ ਉਹ ਠਾਲ ਲੈਣਗੇ ਜਿਹਨਾਂ ਦੇ ਅੰਦਰ ਸਿੱਖੀ ਹੋਊ, ਜੋ ਨਹੀਂ ਠਾਲਦੇ। ਸਾਰਿਆਂ ਨੂੰ ਲਾਲਚੀ ਬਣਾ ਦੇਣਾ, ਕਰਪਟ ਬਣਾਉਣਾ ਇਹਨਾਂ ਦਾ ਕੰਮ ਹੈ। ਗੁਰਦੁਆਰਿਆਂ 'ਚ ਕਰਪਸ਼ਨ ਪੈਦਾ ਕਰਨੀ ਇਹਨਾਂ ਦਾ ਕੰਮ ਹੈ, ਕਿਉਂ ਆਪ ਕਰਪਟ ਨੇ, ਨਹੀਂ ਇਹਨਾਂ ਵੱਲ ਉਂਗਲੀ ਉੱਠਦੀ। ਇਹ ਤਾਂ ਸਿੱਖੀ ਨੂੰ ਬਰਬਾਦ ਕਰ ਰਹੇ ਨੇ। ਇਹਨਾਂ ਵੱਲ ਉਂਗਲੀ ਨਾ ਉੱਠੇ, ਕੋਈ ਇਹਨਾਂ ਨੂੰ ਕਹਿਣ ਜੋਗਾ ਹੀ ਨਾ ਰਹੇ। ਇਹਨਾਂ ਨੂੰ ਤਾਂ ਇਹ ਹੈ ਵੀ ਕੋਈ ਸਿੱਖ ਰਹੇ ਨਾ, ਜੇ ਸਿੱਖ ਹੋਊਗਾ ਤਾਂ ਸਾਨੂੰ ਕਹਿਣ ਜੋਗਾ ਹੋਊਗਾ। ਰਣਜੀਤ ਸਿੰਘ ਵੱਲ ਉਂਗਲੀ ਉਹ ਠਾਲ ਦਿੱਤੇ, ਕਾਣਾ ਉਹ ਕਹਿੰਦੇ ਤੇ ਜਿਹੜੇ ਸਿੱਖ ਤੇ ਅੰਦਰੋਂ ਉਹਨਾਂ ਦੀ ਹਿੰਮਤ ਸੀ, ਉਹਨਾਂ ਦਾ ਦਮ ਸੀ। ਜਿਹੜੇ ਉਹਦੇ ਰੋਟੀਆਂ ਦੇ ਸਿਰ ਤੇ ਪੈਸੇ ਕਰਕੇ ਲਾਲਚੀ ਅਹੁਦੇਦਾਰ ਸੀ, ਉਹ ਮਹਾਰਾਜਾ ਮੰਨਦੇ ਸੀ ਉਹਨੂੰ। ਸਿੱਖ ਵੀ ਮਹਾਰਾਜਾ ਮੰਨਦੇ ਰਹੇ ਨੇ, ਉਹ ਵੀ ਮਹਾਰਾਜਾ ਮੰਨਦੇ ਰਹੇ ਨੇ ਜਿਹਨਾਂ ਨੂੰ ਸਿੱਖੀ ਦਾ ਗਿਆਨ, ਜਿਹਨਾਂ ਨੂੰ ਸਿੱਖੀ ਦਾ ਕੋਈ ਲੈਣਾ ਦੇਣਾ ਹੀ ਨਹੀਂ। ਗਿਆਨ ਵੀ ਉਹੀ ਹਾਸਲ ਕਰਦਾ ਹੁੰਦਾ ਸਿੱਖੀ ਦਾ ਜਿਹਨੇ ਲੈਣਾ ਦੇਣਾ ਹੋਵੇ ਕੁਛ। ਤੇ ਲੈਣਾ ਦੇਣਾ ਨਹੀਂ ਸਾਨੂੰ ਕੁਛ ਸਿੱਖੀ ਤੋਂ। ਅਸੀਂ ਗਿਆਨ ਸਿੱਖੀ ਦੇ ਤੇ ਲੈਣਾ ਕੀ ਹੈ, ਕਰਨਾ ਕੀ? ਇਹੀ ਅੱਜ ਹੈ ਗੱਲ। ਸਾਰੇ ਸਿੱਖ ਵਿਰੋਧੀ ਜਿੰਨੀ ਜਨਤਾ ਸੀ, ਉਹਨਾਂ ਦਾ ਕਬਜ਼ਾ ਗੁਰਦੁਆਰਿਆਂ ਤੇ ਹੈ। ਵਿਦਵਾਨ ਕੌਣ ਹੁੰਦੇ ਨੇ? ਵਿਦਵਾਨ ਤਾਂ ਬਸ ਉਹ ਮਾਇਆ ਦੇ ਟੁਕੜੇ ਬੋਝ ਹੁੰਦੇ ਨੇ। ਤਾਂ ਇਹਦਾ ਇਹ ਦੇਖ ਭੁੱਖਦੇ ਉਹਨਾਂ ਜਲਣਾ ਜਿੰਨਾ ਜੇ ਟੁਕੜਾ ਇਹਨਾਂ ਨੂੰ ਨਹੀਂ ਮਿਲਦਾ, ਜਾਂ ਇਹਨਾਂ ਨੂੰ ਟੁਕੜ ਪਾਤਾ, ਰੋਟੀ ਪਾਤੀ, ਉਹ ਫਿਰ ਇਹ ਚੁੱਪ ਕਰ ਜਾਂਦੇ। ਜਿਹੜੇ ਵਿਦਵਾਨ ਨੂੰ ਟੁਕੜਾ ਪੈ ਗਿਆ ਚੁੱਪ ਕਰ ਜਾਂਦਾ, ਦੂਏ ਨੂੰ ਖਾਂਦਾ ਦੇਖ ਕੇ ਦੂਏ ਰੌਲਾ ਪਾਉਂਦੇ ਨੇ। ਇੰਨਾ ਕੁ ਹੁੰਦਾ ਇਹਨਾਂ ਕੋਲ, ਹੋਰ ਨਹੀਂ ਕੁਛ ਹੁੰਦਾ ਨਾ। ਬੋਲਣ ਦਾ ਕਾਰਨ ਹੈ ਟੁਕੜਾ ਮੰਗਣਾ, ਭੁੱਖ ਹੁੰਦੀ ਹੈ ਉਹਦੇ ਅੰਦਰ। ਜੋ ਭੁੱਖ ਹੈ ਮਾਇਆ ਦੀ, ਉਹ ਬੁਲਾਉਂਦੀ ਹੈ ਉਹਨੂੰ। ਜਿਵੇਂ ਨਿਆਣਾ ਰੋਂਦਾ ਕਿਉਂ? ਦੁੱਧ ਪੀਣ ਨੂੰ, ਰੋਟੀ ਖਾਣ ਨੂੰ ਭੁੱਖ ਰੋਂਦੀ ਹੈ। ਇਹ ਤਾਂ ਢਿੱਡ ਦੀ ਭੁੱਖ ਹੈ ਇਹਨਾਂ ਦੀ। ਜਿਹੜੇ ਬੋਲਦੇ ਨੇ ਵਿਦਵਾਨ, ਬੋਲਣਗੇ ਵੀ ਮਾਇਆ ਦੀ ਉਹ ਗੱਲ। ਜਿਹੜੇ ਇਹਨਾਂ ਦਾ ਬੋਲਣ ਦਾ ਵਿਸ਼ਾ, ਉਹ ਵੀ ਗੁਰਮਤ ਨਹੀਂ ਹੁੰਦੀ। ਬੋਲਣ ਦਾ ਵਿਸ਼ਾ ਵੀ ਗੁਰਮਤ ਨਹੀਂ, ਝਗੜੇ ਦਾ ਵਿਸ਼ਾ ਵੀ ਗੁਰਮਤ ਨਹੀਂ ਹੁੰਦੀ। ਪੰਡਤ ਮੁੱਲ ਲਾਉਣਾ ਹੁੰਦਾ, ਨੁਕਤਾ ਜਿਹੀ ਹੁੰਦੀ ਹੈ, ਨਿੰਦਿਆ ਹੁੰਦੀ ਹੈ ਇਹਨਾਂ ਦਾ ਬੋਲਣ ਦਾ ਵਿਸ਼ਾ। ਹਾਂਜੀ, ਰਹੋ ਬੁਣ ਬੁਣ ਆਪਰਾ ਝਗੜਾ ਰਹਾ ਨਾ ਕੋ, ਪੰਡਤ ਮੁੱਲਾ ਛੱਡ ਦੋ। ਹੁਣ ਪਹਿਲਾਂ ਪੰਡਤ ਨਹੀਂ ਛੱਡਿਆ ਕਬੀਰ ਨੇ, ਹੁਣ ਛੱਡੇ ਨੇ ਪੰਡਤ ਮੁੱਲਾ। ਇਹਦਾ ਮਤਲਬ ਆ ਜਿਹੜੀ ਮਾਲਾ ਵਾਲੀ ਗੱਲ ਸੀ ਨਾ, ਪੰਡਤ ਨੇ ਫੜਾਈ ਸੀ, ਮਾਲਾ ਛੱਡ ਦਿੱਤੀ। ਸਵਾਮੀ ਰਾਮਾਨੰਦ ਛੱਡ ਦਿੱਤਾ। ਉਹਨਾਂ ਦੇ ਸਾਰੇ ਗ੍ਰੰਥ ਸਿਮਰਤ ਸ਼ਾਸਤਰ ਛੱਡ ਦਿੱਤੇ, ਪੰਡਤ ਦੇ ਲਿਖੇ ਹੋਏ, ਮੁੱਲਾਂ ਦੇ ਲਿਖੇ ਹੋਏ। ਉਹ ਮੁੱਲਾ ਉਹ ਕਹਿੰਦੇ ਨਾ ਮੁਸਲਮਾਨ ਹੈ ਅਸਲ ਚ ਕਬੀਰ ਨੂੰ, ਮੁਸਲਮਾਨਾਂ ਦੇ ਘਰ ਦਾ ਜਨਮ ਹੈ। ਉਹਦਾ ਛੱਡਿਆ ਹੋਇਆ ਸੀ ਇਹਦਾ। ਖੈਰ ਦੋਏ ਛੱਡਤੇ, ਨਿਆਰਾ ਹੋ ਗਿਆ, ਨਿਆਰਾ ਪੰਥ ਹੋ ਗਿਆ। ਇਹਨੂੰ ਨਿਆਰਾ ਕਹਿੰਦੇ ਨੇ। ਨਿਆਰਾ ਜ਼ਿਆਦਾ ਖਾਲਸਾ ਜਾਂ ਪੰਡਤ ਮੁੱਲਾ, ਦੋਹਾਂ ਦਾ ਰਸਤਾ ਛੱਡ ਦੇਵੇ। ਵਿਚਾਲੇ ਆ ਗਿਆ, ਨਿਊਟਰਲ ਹੋ ਗਿਆ ਦੋਹਾਂ ਦੇ। ਨਾ ਉੱਧਰਲੀ ਗੱਲ ਕਰਦਾ, ਨਾ ਉੱਧਰਲੀ ਕਰਦਾ, ਸੱਚ ਦੀ ਗੱਲ ਕਰਦਾ। ਤਰਫਦਾਰੀ ਕਿਸੇ ਦੀ ਨਹੀਂ ਕਰਦਾ, ਤਰਫਦਾਰੀ ਨਹੀਂ ਕਰਦਾ, ਸੱਚ ਦੀ ਗੱਲ ਕਰਦਾ। ਪੰਡਤ ਮੁੱਲਾ ਛੱਡੇ ਦੋ। ਮਾਲਾ ਵਾਲੀ ਜਿਹੜੀ ਗੱਲ ਸੀ ਉਹ ਛੱਡਤੀ। ਮਾਲਾ ਪੰਡਤ ਕੋਲ ਹੈ, ਪੰਡਤ ਮਾਲਾ ਫੇਰਦਾ। ਧੋਤੀ ਟਿੱਕਾ ਮਾਲਾ ਬਾਣਾ, ਲੋਗਨ ਰਾਮ ਖਿਲਾਉਣਾ ਜਾਣਾ। ਇਹ ਮਾਲਾ ਪੰਡਤ ਦੀ ਹੈ। ਪਹਿਲਾਂ ਆ ਜਿਹੜੇ ਸੰਤਾਂ ਕੋ ਮਾਲਾ ਆਈ ਹੈ, ਅਸਲ 'ਚ ਸਰਕਾਰ ਨੇ ਔਰ ਪੰਡਤ ਨੇ ਰਲ ਕੇ ਦੋਹਾਂ ਨੇ ਸੰਤ ਪੈਦਾ ਕੀਤੇ ਸੀ ਜੋਗੀਆਂ ਦੇ ਮੁਕਾਬਲੇ ਤੇ। ਇਹ ਸੰਤ ਸੁੰਤ ਨਹੀਂ ਹੁੰਦੇ। ਉਹ ਜਿਵੇਂ ਆਦਰ ਸਿੰਘ ਅੰਗਰੇਜ਼ਾਂ ਨੇ ਪੈਦਾ ਕੀਤਾ ਸੀ, ਫੌਜੀ ਸੀ ਉਹ ਤਾਂ ਫੌਜੀ ਸੀ। ਇਹ ਅੰਗਰੇਜ਼ਾਂ ਨੇ ਪੈਦਾ ਕੀਤੇ ਨੇ। ਕੁਝ ਹਰੇਕ ਸਰਕਾਰ ਇਹ ਪੈਦਾ ਕਰਦੀ ਹੁੰਦੀ ਹੈ ਡੁਪਲੀਕੇਟ ਧਾਰਮਿਕ ਬੰਦੇ। ਕੁਝ ਬੰਦੇ ਉਹਨਾਂ ਨੂੰ ਸਪੋਰਟ ਕਰਦੀ ਹੈ, ਫਿਰ ਉਹਨਾਂ 'ਚ ਪਾਲ ਲਾਉਂਦੇ ਨੇ ਧਰਮ ਨੂੰ ਕਮਜ਼ੋਰ ਕਰਨ ਵਾਸਤੇ। ਜੇ ਤਾਂ ਹੋਵੇ ਤਾਂ ਦੇਖੋ, ਰਾਮ ਰਾਏ ਕਿਹਨੇ ਪੜ੍ਹਿਆ? ਸ੍ਰੀ ਚੰਦ ਕਿਹਨੇ ਪੜ੍ਹਿਆ? ਸਰਕਾਰ ਨੇ ਪੜ੍ਹਿਆ ਰਾਮ ਰਾਏ। ਸ੍ਰੀ ਚੰਦ ਪੜ੍ਹਿਆ ਜੋਗੀਆਂ ਨੇ, ਸਰਕਾਰ ਵੀ ਨਾਲੇ ਸੀ।
ਗੁਰੂ ਗੁਰੂ ਘਰ ਪਾਠ ਕੌਣ ਲਾਉਂਦੇ ਰਹੇ? ਪੰਡਤ, ਸਰਕਾਰ ਦੇ ਬੰਦੇ। ਵੀ ਇਹਨੂੰ ਕਮਜ਼ੋਰ ਕਰੀਏ, ਕਰਦੇ ਹੀ ਰਹਿੰਦੇ ਨੇ। ਜੇ ਸ਼ਕਤੀ ਗੁਰੂ ਘਰ ਦੇ ਜੇ ਪਾਠ ਨਾ ਲਾਉਂਦੇ, ਸ਼ਕਤੀ ਇੰਨੀ ਵੱਧ ਜਾਣੀ ਸੀ। ਸਰਕਾਰ ਨੂੰ ਨੱਥ ਪਾ ਦਿੰਦੇ। ਜੇ ਪਬਲਿਕ ਜਿੱਧਰ ਹੋਊਗੀ ਸਰਕਾਰ ਉਧਰ। ਸਾਰੀ ਪਬਲਿਕ ਜੇ ਇਕੱਠੀ ਕਿਤੋਂ ਹੋ ਜਾਵੇ, ਸਰਕਾਰ ਦੇ ਆਪੇ ਨੱਥ ਪੈਗੀ। ਸਰਕਾਰ ਦੀ CID ਕੀ ਕਰਦੀ ਹੁੰਦੀ? ਉਹ ਦੇਖਦੀ ਹੁੰਦੀ ਹੈ ਵੀ ਕਿਤੇ ਲੋਕ ਇਕੱਠੇ ਤਾਂ ਨਹੀਂ ਹੋ ਰਹੇ ਕਿਸੇ ਇੱਕ ਪੁਆਇੰਟ ਤੇ। ਜੇ ਏਡਾ ਵੱਡਾ ਕੋਈ ਲੀਡਰ ਬਣ ਗਿਆ, ਸਰਕਾਰ ਦੇ ਤਾਂ ਹੱਥ ਖੜੇ ਕਰਾ ਦੂ। ਉਹ ਫੌਜ ਵੀ ਪਿੰਡਾਂ 'ਚ ਹੋਏ, ਘਰਾਂ 'ਚ ਹੋਏ ਮੁੰਡੇ। ਜੇ ਘਰ ਦੇ ਖਿਲਾਫ ਨੇ ਤਾਂ ਫੌਜੀ ਵੀ ਖਿਲਾਫ ਹੋ ਜਾਣਗੇ, ਪੁਲਿਸ ਵੀ ਖਿਲਾਫ ਹੋ ਜੂਗੀ। ਰਾਜਾ ਤਾਂ ਇਕੱਲਾ ਹੀ ਰਹਿ ਗਿਆ, ਜਾਂ 10-20 ਆਦਮੀ ਉਹਦੇ 50 ਉਹ ਰਹਿ ਗਏ ਨਾਲ ਦੇ, ਉਹ ਕੀ ਕਰ ਲੈਣਗੇ? ਇਸ ਕਰਕੇ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਧਿਆਨ ਰੱਖਦੀਆਂ ਹੁੰਦੀਆਂ ਨੇ ਕੋਈ ਸ਼ਕਤੀ ਇਹੋ ਜਿਹੀ ਖੜੀ ਨਾ ਹੋ ਜਾਵੇ ਜਿਹੜੀ ਸਰਕਾਰ ਨੂੰ ਕੱਲ੍ਹ ਨੂੰ ਚੈਲੰਜ ਕਰ ਦੇਵੇ। ਚਾਹੇ ਉਹ ਸ਼ਕਤੀ ਠੀਕ ਹੋਵੇ, ਚਾਹੇ ਉਹ ਸ਼ਕਤੀ ਗਲਤ ਹੋਵੇ, ਚਾਹੇ ਉਹ ਸ਼ਕਤੀ ਅੱਤਵਾਦੀਆਂ ਦੀ ਹੋਵੇ, ਚਾਹੇ ਉਹ ਸ਼ਕਤੀ ਨਿਰੋਲ ਧਾਰਮਿਕ ਵੀ ਹੋਵੇ, ਪਰ ਸਰਕਾਰ ਦੀ ਵਿਚਾਰਧਾਰਾ ਨਾਲ ਮੇਲ ਨਾ ਖਾਂਦੀ ਹੋਵੇ, ਸਰਕਾਰ ਦੀ ਮਰਜ਼ੀ ਨਾਲ ਮੇਲ ਨਾ ਖਾਂਦੀ ਹੋਵੇ, ਉਹ ਸ਼ਕਤੀ ਸਰਕਾਰ ਨਹੀਂ ਪੈਦਾ ਹੋਣ ਦਿੰਦੀ। ਇਹ ਸੰਤਾਂ ਦਾ ਤਾਂ ਸਿਰਫ ਕੰਮ ਇਹ ਹੈ ਕਿ ਸੱਚ ਧਰਮ ਦੇ ਰਾਹ ਦੇ ਵਿੱਚ ਰੋੜੇ ਅਟਕਾਉਣਾ ਜਾਂ ਇਸ ਜਨਤਾ ਨੂੰ ਪਾੜ ਕੇ ਆਪਣੇ ਨਾਲ ਲਾਉਣਾ ਤੇ ਰੌਲਾ ਪਾਉਣਾ। ਗੁਰੂ ਗ੍ਰੰਥ ਸਾਹਿਬ ਨਾਲ ਜੋੜਦੇ ਹਾਂ ਜੀ। ਅਸੀਂ ਵੀ ਅੰਮ੍ਰਿਤ ਛਕਾਉਂਦੇ ਹਾਂ। ਰੌਲਾ ਹੈ ਪਾਉਣਾ, ਰੌਲਾ ਕੁਛ ਹੋਰ ਪਾਉਣਾ, ਕੰਮ ਕੁਛ ਹੋਰ ਕਰਨਾ। ਰੌਲਾ ਕੁਛ ਹੋਰ ਪਾਉਂਦੇ ਨੇ, ਐਕਚੁਅਲੀ ਕਰਦੇ ਕੁਛ ਹੋਰ ਨੇ। ਪ੍ਰਚਾਰ ਕਰਦੇ ਨੇ ਗੁਰਮਤਿ ਤੋਂ ਖਿਲਾਫ, ਕੰਮ ਕਰਦੇ ਨੇ ਸਾਰੇ ਗੁਰਮਤਿ ਤੋਂ ਖਿਲਾਫ। ਨਿਸ਼ਾਨ ਡੇਰੇ ਤੇ ਨੌ ਡੇਰਾ ਹੈ, ਗੁਰਦੁਆਰਾ ਹੈ ਨਹੀਂ। ਉਹਨਾਂ ਨੂੰ ਪਤਾ ਜੇ ਗੁਰਦੁਆਰਾ ਬਣਾਤਾ ਤਾਂ ਇੱਥੇ ਐਕਟ ਲਾਗੂ ਹੋ ਜੂ। ਅੰਦਰੋਂ ਬੇਈਮਾਨ ਨੇ। ਨਿਸ਼ਾਨ ਲਾਤਾ ਤਾਂ ਸਾਰਿਆਂ ਦਾ ਹੋ ਜੂ। ਨਹੀਂ ਮੇਰਾ ਡੇਰਾ, ਮੇਰਾ। ਜੇ ਨਿਸ਼ਾਨ ਲਾਤਾ ਫਿਰ ਸੰਗਤ ਦਾ, ਗੁਰਦੁਆਰਾ ਸੰਗਤ ਦਾ, ਸੰਗਤ ਦਾ ਵੀ ਨਹੀਂ ਹੋਣ ਦੇਣਾ। ਇਹ ਬੇਈਮਾਨ ਨੇ, ਸਾਫ਼ ਪਤਾ ਬੇਈਮਾਨ ਨੇ। ਇਸ ਕਰਕੇ ਲੋਕ ਇਹਨਾਂ ਨੂੰ ਬੇਈਮਾਨ ਕਹਿੰਦੇ ਨੇ, ਚੁੱਪੇ ਕਰ ਜਾਂਦੇ ਨੇ, ਜਵਾਬ ਨਹੀਂ ਦਿੰਦੇ ਕਿ ਬੇਈਮਾਨ ਤਾਂ ਹੈ। ਉਹ ਬੇਈਮਾਨ ਬੋਲਦਾ ਹੀ ਨਹੀਂ ਹੁੰਦਾ, ਚੁੱਪ ਕਰ ਜਾਂਦਾ ਹੁੰਦਾ। ਇੱਕ ਗੱਲ ਉਹ ਜੀ ਨਿੰਦਿਆ ਕਰਦੇ ਹੁੰਦੇ ਨੇ ਸੰਤਾਂ ਦੀ ਲੋਕ, ਬਸ ਇੱਕੋ ਹਥਿਆਰ ਬਥੇਰਾ ਨਾ ਹੋ। ਅਸੀਂ ਜੀ ਕਿਸੇ ਨਾਲ ਬਹਿਸ ਨਹੀਂ ਕਰਦੇ, ਬਸ। ਹਾਂਜੀ ਰਹਾਓ ਬੁਣ ਬੁਣ ਆਪ ਪਹਿਰਾਊ। ਬੁਣ ਬੁਣ ਆਪ ਪਹਿਰਾਊ। ਕੀ ਬੁਣਦਾ? ਆ ਗੁਰਬਾਣੀ ਦਾ ਤਾਣਾ ਬਾਣਾ ਜਿਹੜਾ ਬੁਣਿਆ ਨਾ, ਨਵਾਂ ਸਟਰਕਚਰ ਤਿਆਰ ਕੀਤਾ ਗੁਰਬਾਣੀ ਦਾ। ਆਇਆ ਗੁਰਬਾਣੀ ਦਾ ਤਾਣਾ ਬਾਣਾ ਬਣਿਆ ਨਾ ਨਵਾਂ। ਇਹ ਮਨ, ਇਹਦੇ ਵਿੱਚ ਮਨ ਇਹ ਹੈਗਾ। ਇਹ ਕੀ ਹੈ ਭਲਾ? ਜਾਲ ਹੈ। ਇਹ ਵੀ ਜਾਲ ਹੈ। ਇਹ ਜਾਲ ਨਵਾਂ ਬਣਿਆ। ਇਹ ਵਿਵੇਕ ਦਾ ਜਾਲ ਹੈ। ਉਹੀ ਦਸਮ ਪਾਤਸ਼ਾਹ ਕਹਿ ਰਹੇ ਨੇ, ਵਿਵੇਕ ਦਾ ਜਾਲ। ਇਹਨੂੰ ਵਿਵੇਕ ਦਾ ਜਾਲ ਬਣਿਆ। ਇੰਨਾ ਬਰੀਕ ਹੈ ਕਿ ਇਹਦੇ ਵਿੱਚ ਭਰਮ ਨਹੀਂ ਲੰਘ ਸਕਦਾ। ਜੀਵ ਆਤਮਾ ਨਹੀਂ ਲੰਘ ਸਕਦੀ। ਜੀਵ ਆਤਮਾ ਭਰਮ ਦੇ ਵਿਚਾਲੇ ਜਾਲ ਆ ਜਾਣਾ ਹੈ। ਯਾਨੀ ਜੀਵ ਆਤਮਾ ਨੂੰ ਫੜ ਕੇ, ਇਹ 'ਚ ਮਨ ਨੂੰ ਫੜ ਕੇ ਮਾਇਆ ਨਾਲ ਜੁੜਨ ਨਹੀਂ ਦੇਣਾ। ਮਨ ਕਾਬੂ ਕਰਨਾ ਜਾਲ ਦੇ ਵਿੱਚ। ਜਿਵੇਂ ਕੋਈ ਜੰਗਲੀ ਜਾਨਵਰ ਹੁੰਦਾ, ਜਾਲ ਲਾ ਕੇ ਕਾਬੂ ਨਹੀਂ ਕਰੀਦਾ। ਇਹ ਜੰਗਲੀ ਜਾਨਵਰ ਹੈ ਮਨ। ਇਹ ਵਿਵੇਕ ਦਾ ਜਾਲ ਬਣਿਆ। ਉਹ ਕਹਿੰਦਾ ਨਾ ਮੱਛ, ਕਿਉਂ ਮੱਛ ਹੈ? ਉਹਦੇ ਵਿੱਚ ਮਛੇਂਦਰਨਾਥ ਹੈ। ਸਾਖੀ ਆਉਂਦੀ ਹੈ ਨਾ ਸੁਖਦਾਸ ਦੇ ਵਿੱਚ। ਉਹਨੇ ਸਾਰੇ ਮੱਛ ਫੜ ਲਏ, ਮਛੇਰੇ ਬੁਲਾ ਕੇ ਸਾਰੇ ਪੇਟ ਚੱਕ ਕਰੀ ਜਾਂਦੇ, ਕਿਸੇ ਚੋਂ ਬੰਦਾ ਨਿਕਲਿਆ ਹੀ ਨਹੀਂ। ਹੁਣ ਬੰਦਾ ਆਦਮੀ ਜੇ ਮੱਛੀ ਖਾ ਜਵੇ, ਬੰਦਾ ਵਿੱਚ ਰਹੂਗਾ? ਹਜਮ ਨਹੀਂ ਹੋਊਗਾ, ਤਾਂ ਮਰ ਜਾਊਗਾ। ਉਹ ਕਹਿੰਦਾ ਜੀ ਉਹ ਤਪ ਕਰਦਾ ਬਹੁਤ ਚਿਰ ਦਾ, ਉਹ ਮਰਿਆ ਹੀ ਨਹੀਂ। ਕਹਾਣੀਆਂ ਬਣਾਈਆਂ ਹੋਈਆਂ ਨੇ। ਉਹ ਅੰਦਰ ਹੈ ਨਾ ਜਿਹੜਾ ਚਿੱਤ ਨਾਲ ਦਾ ਮਨ ਦੇ ਵਿੱਚ, ਉਹ ਮਛੇਂਦਰਨਾਥ ਹੈ। ਮੱਛ ਕੀ ਹੈ? ਮੱਛ ਆਪ ਮਨ ਹੈ।
ਮਨ ਦੇ ਵਿੱਚ ਉਹ ਹੈ, ਮਨ ਮੈਂ ਆਪ ਹੈ ਨਾ। ਮਨ ਮਾਛਿਆ ਮਛਿੰਦਰ ਨਾਥ ਦੇ ਵਿੱਚ ਹੈ। ਗੱਲ ਤਾਂ ਇਹ ਸੀ, ਪੰਡਤ ਨੇ ਕੋਈ ਹੋਰੇ ਬਣਾਤੀ ਕਹਾਣੀ। ਉਹ ਕਹਿੰਦੇ ਉਹ ਮੱਛ ਕਿਵੇਂ ਫੜੋ, ਉਹ ਕਹਿੰਦੇ ਇਹ ਜਾਲ ਨਾਲ ਨਹੀਂ ਮੱਛ ਫੜ ਹੁੰਦਾ, ਉਹ ਮੱਛ ਹੋਰ ਹੈ, ਜਾਲ ਹੋਰ ਹੈ। ਅਗੇ ਉਹ ਕਹਿੰਦੇ ਵਿਵੇਕ ਦੇ ਜਾਲ 'ਚ ਫੜ ਹੁੰਦਾ, ਉਹਦਾ ਮੱਛ ਵਿਵੇਕ ਦੇ ਜਾਲ 'ਚ ਫੜ ਹੁੰਦਾ। ਉਹ ਰਾਜਾ ਕਹਿੰਦਾ ਵੀ ਉਹ ਜਾਲ ਕਿੱਥੋਂ ਲਿਆਵਾਂਗੇ? ਕਹਿੰਦਾ ਵਿਵੇਕ ਦਾ ਜਾਲ ਮੈਂ ਦੱਸਦਾ ਕਿਵੇਂ ਬਣਦਾ। ਫਿਰ ਉਹਨੇ ਸ਼ੁਰੂ ਕਰ ਲਿਆ ਜਿਹੜਾ ਪ੍ਰਬੋਧ ਚੰਦਰ ਨਾਟਕ, ਉਹ ਵਿਵੇਕ ਔਰ ਅਵਿਵੇਕ ਦਾ ਦੋਹਾਂ ਦਾ ਚੈਪਟਰ ਸ਼ੁਰੂ ਕਰਕੇ ਉਹਨੂੰ ਬ੍ਰਹਮ ਗਿਆਨ ਕਰਾਤਾ। ਮਨ ਉਹਦਾ ਕਾਬੂ ਹੋ ਗਿਆ, ਉਹ ਰਾਜੇ ਛੱਡਤੇ। ਕਹਿੰਦੇ ਮਨ ਫੜ ਲੈ ਪਹਿਲਾਂ ਆਪਣਾ। ਇਹ ਉਹੀ ਗੱਲ, ਇਹ ਔਰ ਉਹ ਗੱਲ ਇੱਕ ਹੈ। ਜਿਨ੍ਹਾਂ ਨੂੰ ਆਏ ਦੀ ਸਮਝ ਨਹੀਂ, ਦਸਮ ਗ੍ਰੰਥ ਦੀ ਸਮਝ ਨਹੀਂ, ਜਿਹਨੂੰ ਦਸਮ ਗ੍ਰੰਥ ਦੀ ਸਮਝ ਨਹੀਂ, ਇਹਦੀ ਸਮਝ ਨਹੀਂ। ਬੁਣ ਆਪ ਕੀ ਕਿਹਾ, ਕੀ ਬੁਣਦਾ ਹੈ ਉਹ? ਹੁਣ ਪੰਡਤ ਮੁੱਲਾ ਦਾ ਛੱਡਤੇ ਦੋਏ, ਬੁਣਦਾ ਕੀ ਹੈ ਹੁਣ? ਕਿਹਨੂੰ ਪਹਿਰਾਉਂਦਾ? ਪਹਿਲਾਂ ਜਿਹੜਾ ਕੋਈ ਬੁਣਦਾ ਸੀ ਲੋਕਾਂ ਨੂੰ ਪਹਿਰਾਉਣ ਖਾਤਰ ਬੁਣਦਾ ਸੀ। ਹੁਣ ਜਿਹੜਾ ਕੋਈ ਬੁਣਦਾ ਆਪਣੇ ਆਪ ਪਹਿਨਣ ਵਾਸਤੇ ਬੁਣਦਾ। ਆਪੇ ਪਹਿਨਦਾ ਨਾ, ਆਪਣੇ ਮਨ ਦੇ ਗਲ 'ਚ ਪਾਈ ਜਾਂਦਾ ਜਾਲ। ਇਹ ਧਾਗਾ ਜਿਹੜਾ ਵੀ ਬੁਣਦਾ ਪਟੋਲਾ, ਇਹ ਪ੍ਰੇਮ ਪਟੋਲਾ, ਇਹ ਉਹਦੇ ਨਾਲ ਪ੍ਰੇਮ ਦੇ ਜਾਲ 'ਚ ਫਸਾ ਰਿਹਾ ਮਨ ਨੂੰ। ਇਹ ਬੁਣ ਰਿਹਾ ਆਪਣੇ ਵਾਸਤੇ, ਬੁਣ ਰਿਹਾ ਕਿਸੇ ਵਾਸਤੇ ਨਹੀਂ ਬੁਣ ਰਿਹਾ। ਪਹਿਲਾਂ ਤਾਂ ਲੋਕਾਂ ਦਾ ਬੁਣਦਾ ਸੀ ਉਹ। ਇਹਦਾ ਅਰਥ ਕੀ ਕਰਨਗੇ ਵਿਦਵਾਨ, ਕਿਵੇਂ ਕਰ ਦਿੰਦੇ? ਇਹਦਾ ਅਰਥ ਕੀ ਹੈ? ਪ੍ਰੇਮ ਪਟੋਲਾ ਕੀ ਹੈ? ਹਾਂ, ਪੱਟ ਦਾ ਓਲਾ, ਪੱਟ ਹੁੰਦਾ ਪੜਦਾ, ਓਲਾ ਉਹਦਾ ਰੱਖਣ ਕੋ ਪਤ ਮੇਰੀ। ਹਾਂ, ਢੱਕਣ ਕੋ ਪਤ ਮੇਰੀ। ਜਹ ਨਹੀਂ ਆਪ ਤਾਂ ਹੋਏ ਗਾਉਂ, ਜਹ ਨਹੀਂ ਆਪ, ਜਿੱਥੇ ਆਪਾਂ ਹੁੰਦਾ ਹੀ ਨਹੀਂ, ਜਿੱਥੇ ਮੈਂ ਹੁੰਦੀ ਹੋ ਨਹੀਂ, ਜਿੱਥੇ ਮਨ ਹੁੰਦਾ ਹੀ ਨਹੀਂ, ਉੱਥੇ ਬੈਠ ਕੇ ਗਾ ਰਿਹਾ ਇਹ ਗੱਲ। ਤਾਂ ਹੋ ਗਾਉਂ, ਜਿੱਥੇ ਮੈਂ ਮਰ ਜਾਂਦੀ ਹੈ ਨਾ, ਇੱਕ ਰਹਿ ਜਾਂਦਾ, ਉੱਥੇ ਉਸ ਅਵਸਥਾ 'ਚ ਗਾ ਰਿਹਾ ਮੈਂ ਬੈਠ ਕੇ। ਮੈਂ ਇੱਥੇ ਹੈ ਹੀ ਨਹੀਂ। ਜਿੱਥੇ ਮੈਂ ਨਹੀਂ ਹੈ ਉੱਥੇ ਕੀ ਬਣ ਰਿਹਾ? ਫਿਰ ਉੱਥੇ ਇੱਕ ਹੈ। ਫਿਰ ਉੱਥੇ ਮਨ ਦੀ ਮਰਜ਼ੀ ਹੈ ਨਹੀਂ, ਉੱਥੇ ਹੁਕਮ ਹੈ। ਉੱਥੇ ਗੁਰੂ ਕੀ ਜਿਹੜੀ ਹੈ ਨਾ, ਉੱਥੇ ਪਰਮੇਸ਼ਰ ਦੀ ਰਜ਼ਾ 'ਚ ਬਹਿ ਕੇ ਗਾ ਰਿਹਾ, ਸੱਚ ਦੀ ਗੱਲ ਕਰ ਰਿਹਾ। ਜਦ ਪੰਡਤ ਮੁੱਲਾ ਛੱਡੇ ਨਾ, ਫਿਰ ਸੱਚ ਤੇ ਆ ਗਿਆ। ਜਿੱਥੇ ਸੱਚ ਤੇ ਹੁੰਦਾ ਤੇ ਆਪ ਹੁੰਦਾ, ਝੂਠ ਤੇ ਹੁੰਦਾ ਆਪ ਹੁੰਦਾ। ਜੇ ਮੈਂ ਆਪ ਹਾਂ ਤਾਂ ਮੇਰੇ ਰਿਸ਼ਤੇਦਾਰ ਵੀ ਨੇ, ਤਾਂ ਮੈਨੂੰ ਲਿਹਾਜ਼ ਵੀ ਕਰਨੀ ਪਊ। ਜੇ ਮੈਂ ਆਪ ਹੀ ਨਹੀਂ ਰਿਹਾ, ਸੰਸਾਰ 'ਚ ਕੋਈ ਰਿਸ਼ਤੇਦਾਰੀ ਵੀ ਨਹੀਂ ਰਹੀ। ਜਦ ਤੁਮ ਸੰਗ ਜੋੜ ਅਬਰ ਸੰਗ ਤੋੜ ਲਈ, ਤੇ ਬਾਹਰ ਰਹਿਤ ਕਿਸ ਨਾਲ ਕਿਵੇਂ ਕਰ ਦੂਗਾ? ਜੋੜੀ ਅੰਦਰ ਹੈ, ਬਾਹਰ ਤਾਂ ਟੁੱਟ ਗਈ ਸਾਰਿਆਂ ਨੂੰ। ਬਾਹਰ ਤਾਂ ਸਾਰੇ ਇੱਕੋ ਜਿਹੇ। ਇਹ ਫੈਕਟ ਨੇ ਜਿਹੜੇ ਐਸ ਅਵਸਥਾ 'ਚ ਐ ਬਾਣੀ ਲਿਖੀ ਹੋਈ ਹੈ। ਜਾਂ ਤੋੜ ਲਈ ਬਾਹਰ, ਫਿਰ ਇੱਕ ਦੂਏ ਦੀ ਰਿਆਇਤ ਆ। ਦੋ ਕਿਵੇਂ ਦਿਖਣਗੇ? ਦੋ ਨਹੀਂ ਦਿਖ ਸਕਦੇ। ਜਿਹਨੇ ਤੋੜੀ ਹੈ ਉਹਨੂੰ ਪਤਾ ਹੈ ਗੱਲ ਕੀ ਹੈ, ਜਿਹਨੇ ਤੋੜੀ ਉਹ ਨਹੀਂ, ਉਹਦਾ ਪੜਦਾ ਹੀ ਹੈ। ਉਹਦੇ ਅਰਥ ਵੀ ਨਹੀਂ ਕਰ ਸਕਦਾ ਜਿਹਨੇ ਤੋੜੀ ਨਹੀਂ। ਜੇ ਤੋੜ ਲਈ ਤਾਂ ਬਾਹਰ ਰਹਿਤ ਹੋ ਹੀ ਨਹੀਂ ਸਕਦੀ। ਰਹਿਤ ਬਾਹਰ ਉਹਨਾਂ ਚਿਰ ਹੈ ਜਿੰਨਾ ਚਿਰ ਤੋੜੀ ਨਹੀਂ ਹੈ। ਮੂੰਹ ਨਾਲ ਕਹਿੰਦਾ ਤੋੜੀ ਹੈ, ਅਸਲ ਤੋੜੀ ਹੈ ਨਹੀਂ। ਜੇ ਤੋੜ ਲਈ ਬਾਹਰ, ਤਾਂ ਘਰ ਦੇ ਦੋਸਤ ਮਿੱਤਰ ਨੇੜੇ ਵੀ ਨਹੀਂ ਆ ਸਕਦੇ। ਉਹਦੇ ਪਹਿਲਾਂ ਹੀ ਛੱਡ ਦਿੰਦਾ ਉਹ ਤਾਂ। ਜੇ ਕੋਈ ਆ ਕੇ ਕਹਿੰਦਾ ਵੀ ਹੈ, ਜਿਵੇਂ ਮਨਮੋਹਨ ਸਿੰਘ, ਉਹਨੇ ਪਹਿਲਾਂ ਹੀ ਕਹਿੰਦਾ ਘਰ ਦੇ ਰਿਸ਼ਤੇਦਾਰ ਨੂੰ ਵੀ ਖਬਰਦਾਰ, ਮੈਨੂੰ ਨਾ ਕੋਈ ਕੁਛ ਕਹਿ ਦੇ, ਮੈਂ ਨਹੀਂ ਮੰਨਣੀ, ਬਦਨਾਮ ਮੈਂ ਹੋ ਜਾਊਗਾ। ਤੁਸੀਂ ਇਹ ਸਮਝੋ ਵੀ ਇਹ ਸਾਡਾ ਰਿਸ਼ਤੇਦਾਰ ਹੀ ਨਹੀਂ ਹੈ, ਇਹ ਬਣਿਆ ਹੀ ਨਹੀਂ ਪ੍ਰਾਈਮ ਮਿਨਿਸਟਰ। ਇਹ ਮੰਨ ਲਓ। ਤੁਸੀਂ ਕਾਹਦੇ ਕਹਿੰਦੇ ਵੀ ਮਨਮੋਹਨ ਸਿੰਘ ਪ੍ਰਾਈਮ ਮਿਨਿਸਟਰ? ਤੁਹਾਡੇ ਦਿਮਾਗ 'ਚ ਆਇਆ ਕਿਉਂ ਹੈ? ਤਾਂ ਬਚਿਆ ਹੋਇਆ, ਤਾਂ ਇਮਾਨਦਾਰ ਹੈ, ਵਰਲਡ ਨੇ ਮੰਨ ਲਿਆ। ਉਹਨੇ ਤੋੜੀ ਹੋਈ ਹੈ ਪਹਿਲਾਂ ਹੀ। ਜੇ ਨਾ ਤੋੜਦਾ, ਜਿਨ੍ਹਾਂ ਨੇ ਨਹੀਂ ਤੋੜੀ ਸੀ,
ਉਹ ਨਰਸਮਾ ਰਾਓ ਸੀ, ਕੁਰਸੀ 'ਚ ਬੈਠਾ ਦੀਂਦਾ ਨਹੀਂ ਸੀ ਪਿੱਛੋਂ। ਜਿਹਨੇ ਨਹੀਂ ਤੋੜੀ ਹੋਈ ਉਹਦਾ ਬਿਆਨੇ ਵਾਲੀ ਸੀਲ ਨਹੀਂ ਵੱਢੂਗਾ ਹੀ। ਜਿਹਨੇ ਘੱਟ ਤੋੜੀ ਹੋਈ ਹੈ ਉਹਨਾਂ ਹੀ ਆਦਮੀ ਚੰਗਾ। ਉਹ ਜਿੰਨੇ ਵੀ ਸਾਡੇ ਹੋਏ ਮਿਨਿਸਟਰ, ਜਿਹੜਾ ਘੱਟ ਪਬਲਿਕ ਦੇ ਵਿੱਚ ਘੱਟ ਰਿਹਾ ਦੂਏ ਨਾਲ ਤੋੜ ਕੇ ਰੱਖੀ ਹੈ, ਉਹ ਉਹਨਾਂ ਹੀ ਘੱਟ ਬਦਨਾਮ ਹੋਇਆ। ਜਿੰਨਾ ਜ਼ਿਆਦਾ ਸਗਾ ਬਣਦਾ ਰਿਹਾ ਜ਼ਿਆਦਾ ਬਦਨਾਮ ਹੋ ਗਿਆ। ਪਬਲਿਕ ਦਾ ਜਿਹੇ ਜੀ ਆਪ ਉਹ ਜਿਹੀ ਕਰ ਲੈਂਦੀ ਹੁੰਦੀ ਹੈ, ਜਿਹਦੇ ਨਾਲ ਜੁੜੇ ਰਹੀਏ ਜਿਹੇ ਜੀ ਪਬਲਿਕ ਉਹ ਜਿਹਾ ਹੀ ਹੋ ਜਾਏਗਾ। ਤਾਂ ਸਵਾਰਥੀ ਹੈ ਪਬਲਿਕ ਤਾਂ ਸਾਰੀ, ਤੁਹਾਨੂੰ ਸਵਾਰਥੀ ਸਾਰਾ ਬੋਝ ਆ ਜਾਣਾ, ਬੋਝ ਆ ਜਾਣਾ ਲੀਡਰ ਤੇ। ਸਾਰਿਆਂ ਨੂੰ ਖੁਸ਼ ਤਾਂ ਰੱਬ ਨਹੀਂ ਕਰ ਸਕਦਾ, ਇਸ ਕਰਕੇ ਰੱਬ ਕਿਸੇ ਦੀ ਸਿਫਾਰਿਸ਼ ਨਹੀਂ ਮੰਨਦਾ। ਇਹ ਗੱਲ 10 ਗ੍ਰੰਥ 'ਚ ਲਿਖੀ ਹੋਈ ਹੈ, ਆਜ 'ਚ ਨਹੀਂ ਹੈ ਕਿਤੇ, ਆਜ ਵਿੱਚ ਨਹੀਂ ਇਹ ਗੱਲ ਹੈਗੀ। ਉਹ ਕਿਸੇ ਦੀ ਸਿਫਾਰਿਸ਼ ਨਹੀਂ ਮੰਨਦਾ, ਕਿਉਂਕਿ ਰਾਜਾ ਹਿੰਦੁਸਤਾਨ ਦਾ ਸਿਫਾਰਿਸ਼ ਮੰਨਦਾ ਸੀ ਔਰੰਗਜ਼ੇਬ। ਔਰੰਗਜ਼ੇਬ ਨੂੰ ਮੁਖਾਤਬ ਹੋ ਕੇ ਕਿਹਾ ਵੀ ਸਿਫਾਰਿਸ਼ ਨਹੀਂ ਪਰਮੇਸ਼ਰ ਕਿਸੇ ਦੀ ਮੰਨਦਾ। ਜਿਹੜਾ ਸਿਫਾਰਿਸ਼ ਮੰਨਦਾ ਪਰਮੇਸ਼ਰ ਦਾ ਬੰਦਾ ਨਹੀਂ ਹੁੰਦਾ, ਉਹਦੇ ਵਰਗਾ ਹੁੰਦਾ ਹੀ ਨਹੀਂ। ਉਹ ਪਰਮੇਸ਼ਰ ਦਾ ਬੰਦਾ ਸਿਫਾਰਿਸ਼ ਨਹੀਂ ਮੰਨ ਸਕਦਾ, ਕਿਉਂਕਿ ਪਰਮੇਸ਼ਰ ਦੀ ਸਿਫਾਰਿਸ਼ ਨਹੀਂ ਮੰਨਦਾ, ਉਹਦਾ ਬੰਦਾ ਵੀ ਸਿਫਾਰਿਸ਼ ਨਹੀਂ ਮੰਨ ਸਕਦਾ। ਉਹ ਕਿਹਾ ਤਾਂ ਸੀ ਮੌਲਾ ਜੋ ਨਹੀਂ ਫਿਰਦਾ ਸੀ ਹਰ ਵਕਤ ਔਰੰਗਜ਼ੇਬ, ਵੀ ਸਿਫਾਰਿਸ਼ ਮੰਨਦਾ ਲੋਕਾਂ ਦੀ ਦ੍ਰਿਸ਼ਟੀ 'ਚ ਕਾਣ ਹੈ ਤੇਰੇ, ਆਪਣਾ ਪਰਾਇਆ ਹੈ ਤੇਰੇ ਅੰਦਰ। ਤਾਰਾ ਨੂੰ ਨਾਲ ਰੱਖਦਾ ਹੈ ਜ਼ਾਲਮ ਨੂੰ, ਵੀ ਮੇਰੇ ਬਾਅਦ ਇਹ ਬਣੇ ਰਾਜਾ, ਤਾਂ ਕਿ ਕੱਟੜਵਾਦ ਇਸਲਾਮ ਹਾਵੀ ਰਹੇ। ਉਹ ਦੂਆ ਜਿਹੜਾ ਹੈਗਾ ਬਹਾਦਰ ਸ਼ਾਹ ਨੂੰ ਚਾਹੁੰਦਾ ਨਹੀਂ, ਕਿਉਂ ਉਦਾਰਵਾਦੀ ਹੈ, ਉਹਦਾ ਰਵੱਈਆ ਉਹਨਾਂ ਸਖਤ ਨਹੀਂ ਕੁਰਖਤ ਨਹੀਂ ਹੈ। ਉਹ ਇੱਕੋ ਜਿਹਾ ਸਮਝਦਾ ਇਸਲਾਮ ਨੂੰ ਹਿੰਦੂਆਂ ਨੂੰ। ਤੈਨੂੰ ਨਹੀਂ ਚੰਗਾ ਲੱਗਦਾ, ਪਹਿਲਾਂ ਤੂੰ ਆਪਣੇ ਘਰ 'ਚ ਦੋ ਤੇਰੀਆਂ ਦ੍ਰਿਸ਼ਟੀਆਂ ਨੇ ਮੁੰਡਿਆਂ ਨਾਲ। ਜਿਹੜਾ ਚੰਗਾ ਉਹਨੂੰ ਚੰਗਾ ਨਹੀਂ ਸਮਝਦਾ, ਜਿਹੜਾ ਧਾਰਮਿਕ ਉਹਨੂੰ ਧਾਰਮਿਕ ਨਹੀਂ ਸਮਝਦਾ। ਇਹ ਸਭ ਕੁਝ ਮੈਂ ਕਿਉਂ ਕਹਿਤਾ, ਕਿਉਂਕਿ ਦਸਮ ਪਾਤਸ਼ਾਹ ਉਹਨੂੰ ਧਾਰਮਿਕ ਸਮਝਦੇ ਨੇ। ਰਾਜ ਬਹਾਦਰ ਸ਼ਾਹ ਨੂੰ ਦਵਾਇਆ ਦਸਮ ਪਾਤਸ਼ਾਹ ਨੇ, ਨਹੀਂ ਉਂਗਲੀ ਦਸਮ ਪਾਤਸ਼ਾਹ ਤੇ ਉੱਠ ਜੂਗੀ ਜੇ ਮੈਂ ਨਾ ਕਹਾਂ, ਫਿਰ ਤਾਂ ਉਂਗਲੀ ਉੱਠਦੀ ਹੈ। ਦੋਵੇਂ ਭਾਈ ਨੇ, ਉਹ ਅਧਿਕਾਰੀ ਉਹੀ ਸੀ ਗੁਰਮਤਿ ਦੇ ਦ੍ਰਿਸ਼ਟੀਕੋਣ ਤੋਂ। ਬਹਾਦਰ ਸ਼ਾਹ ਅਧਿਕਾਰੀ ਸੀ, ਤਾਂ ਦਸਮ ਪਾਤਸ਼ਾਹ ਨੇ ਬਹਾਦਰ ਸ਼ਾਹ ਨੂੰ ਰਾਜ ਦਵਾਇਆ। ਸੱਚ ਦੇ ਨੇੜੇ ਉਹ ਸੀ। ਉਹ ਦੋਹਾਂ ਚੋਂ ਤਾਂ ਇਹ ਦੇਖਣਾ ਵਜ਼ਨਦਾਰ ਕੌਣ, ਦੋ ਚੀਜ਼ਾਂ ਦਾ ਮੁਕਾਬਲਾ ਕਰਨਾ ਦੋ ਭਾਈ ਨੇ। ਹਾਂਜੀ, पंडित मुल्ला जो लिख दिया छाड़ चले हम कछु न लिया। बहुत इंपॉर्टेंट है पंक्ति ये। पंडित मुल्ला जो लिख दिया छाड़ चले हम कछु न लिया। पंडित ਦੇ ਗ੍ਰੰਥਾਂ ਜਾਂ ਮੁੱਲਾਂ ਦੇ ਗ੍ਰੰਥਾਂ ਜੋ ਕੁਛ ਆਇਆ ਇਹਦੇ 'ਚ ਕੁਛ ਨਹੀਂ ਆਇਆ ਸਾਡੀ ਬਾਣੀ 'ਚ। ਤੇ ਪੰਡਿਤ ਮੁੱਲਾਂ ਦਾ ਜਿਹੜੀਆਂ ਗੱਲਾਂ ਨੇ ਇੱਥੇ ਕਿਉਂ ਘਸੋੜਤੀਆਂ ਲਿਆ ਕੇ ਟੀਕਾਕਾਰਾਂ ਨੇ, ਫਿਰ ਉਹਨਾਂ ਗ੍ਰੰਥਾਂ ਦਾ ਇਹਦੇ ਤੇ ਅਸਰ ਕਿਵੇਂ ਪੈ ਗਿਆ? ਉਹ ਕਹਿੰਦੇ ਅਸੀਂ ਤਾਂ ਲੈ ਹੀ ਨਹੀਂ ਜੋ ਕੁਛ, ਤੁਸੀਂ ਉਹਨਾਂ ਨਾਲ ਮਿਲਾ ਕੇ ਅਰਥ ਕਰ ਰਹੇ ਹੋ। ਇਸ ਪੰਕਤੀ ਦੀ ਇੰਪੋਰਟੈਂਸ ਕੀ ਰਹਿ ਗਈ ਜੇ ਤੁਸੀਂ ਇਹ ਤਾਂ ਬ੍ਰੇਕ ਕਰਤੀ, ਤੋੜ ਦਿੱਤੀ। ਸਾਫ ਸੁਣੇ ਪੰਕਤੀ ਨਹੀਂ ਸੀ ਪੜੀ। ਪੰਡਤ ਤਾਂ ਚਲੋ ਬੇਈਮਾਨ ਸੀ ਜਿਹਨੇ ਟੀਕਾ ਕੀਤਾ, ਉਹ ਤਾਂ ਜਾਣ ਬੁੱਝ ਕੇ ਟੀਕਾ ਕੀਤਾ ਸੀ ਖਰਾਬ ਕਰਨ ਵਾਸਤੇ ਸਭ ਕੁਝ। ਪਰ ਸਾਫ ਸੁਣੇ ਇਮਾਨਦਾਰ ਅਸੀਂ ਕਿਵੇਂ ਮੰਨ ਲਈਏ? ਹੋਰ ਤਾਂ ਬਹੁਤ ਕੁਝ ਟਿੱਪਣੀਆਂ ਕਰਦਾ ਪੰਡਤ ਤੇ, ਜਿੱਥੇ ਟਿੱਪਣੀ ਦੀ ਲੋੜ ਹੀ ਨਹੀਂ। ਅਣਜਾਣ ਤੋਂ ਅਣਜਾਣ ਆਦਮੀ ਵੀ ਇਹ ਗੱਲ ਨੂੰ ਸਮਝ ਲੂਗਾ। ਪੰਡਤ ਮੁੱਲਾ ਜੋ ਲਿਖ ਦਿਆ ਛੱਡ ਚਲੇ ਹਮ ਕਛੂ ਨਾ ਲਿਆ। ਫਿਰ ਉਹਨਾਂ ਨੂੰ ਉਹ ਇਹ ਕਿਉਂ ਮੰਨਦਾ ਵੀ ਉਸ ਵੇਲੇ ਦੀਆਂ ਪ੍ਰਚਲਿਤ ਸਾਖੀਆਂ ਦੇ ਆਧਾਰ ਤੇ ਗੁਰੂਆਂ ਨੇ ਗੱਲ ਕੀਤੀ ਹੈ? ਕਦੇ ਲਿਖਿਆ ਉਹਨੇ ਇਹ? ਜਾਂ ਤਾਂ ਬਿਲਕੁਲ ਉਹ ਜੱਟ ਹੈ, ਉਹ ਟੀਕਾ ਕਰਨ ਦੇ ਕਾਬਲੇ ਨਹੀਂ ਸੀ, ਪਾਗਲ ਸੀ ਸਦਾਈ, ਜਾਂ ਬੇਈਮਾਨ ਸੀ, ਜਾਂ ਉਹ ਜੱਟ ਸੀ ਬਿਲਕੁਲ। ਜੇ ਉਹ ਜੱਟ ਹੈ ਤਾਂ ਵੀ ਟੀਕਾ ਰੱਦ, ਜੇ ਬੇਈਮਾਨ ਸੀ ਤਾਂ ਵੀ ਟੀਕਾ ਰੱਦ। ਟੀਕਾ ਤਾਂ ਦੋਵੇਂ ਪਾਸੇ ਰੱਦ ਹੁੰਦਾ। ਜਿਹੜੇ ਉਹਦੇ ਹੱਕ 'ਚ ਨੇ ਉਹ ਜਸਟੀਫਾਈ ਕਰਨ ਇਹਨਾਂ ਗੱਲਾਂ ਨੂੰ,
ਇਹ ਜਿਹੜੀਆਂ ਗੱਲਾਂ ਨੇ ਇਹਨੂੰ ਜਸਟੀਫਾਈ ਕਰਨ। ਪੰਡਤ ਮੁੱਲਾ ਜੋ ਲਿਖ ਦਿਆ ਛਾੜ ਚੱਲੇ ਹਮ, ਉਹਦਾ ਕਹਿੰਦੇ ਅਸੀਂ ਉਹ ਜੋ ਕੁਝ ਲਿਆ ਹੀ ਨਹੀਂ ਹੈ। ਤੇ ਫਿਰ ਉਹ ਕਿਸੇ ਆਧਾਰ ਤੇ ਕਹੀ ਜਾਂਦੇ ਨੇ ਵੀ ਪ੍ਰਚਲਿਤ ਸਾਖੀਆਂ ਦੀਆਂ ਉਸ ਵੇਲੇ ਦੀਆਂ, ਰਾਮ ਦੀਆਂ, ਸੀਤਾ ਦੀਆਂ ਜਾਂ ਹੋਰ ਜੋ ਵੀ ਗਣਕਾਂ ਦੀਆਂ, ਵੀ ਉਹ ਪ੍ਰਚਲਿਤ ਸਾਖੀਆਂ ਦੀਆਂ ਉਹਨਾਂ ਦੇ ਪ੍ਰਮਾਣ ਦਿੱਤੇ ਨੇ। ਉਹ ਕਹਿੰਦੇ ਅਸੀਂ ਦਿੱਤੇ ਨਹੀਂ ਪ੍ਰਮਾਣ। ਉਹ ਦ੍ਰੋਪਦੀ ਉਰੇ ਕਿਵੇਂ ਆ ਗਈ ਫਿਰ? ਦ੍ਰੋਪਦੀ ਇੱਥੇ ਕਿਵੇਂ ਆ ਗਈ? ਇੱਥੇ ਦੁਰਵਾਸਾ ਕਿਵੇਂ ਆ ਵੜਿਆ? ਦੁਰਵਾਸਾ ਸੋ ਕਰਤ ਠਗੌਰੀ ਜਦ ਵੇ ਫੜ ਪਾਇਓ, ਉਹ ਕਿਵੇਂ ਆ ਵੜੇ ਇੱਥੇ? ਉਹ ਤਾਂ ਕਹਿੰਦਾ ਅਸੀਂ ਲਿਆ ਹੀ ਕੁਛ ਨਹੀਂ ਉਹਨਾਂ ਚੋਂ। ਇਹਨਾਂ ਨੇ ਕਿਵੇਂ ਲਿਆ ਕੇ ਵੜਦੇ? ਉਹ ਇਹਨਾਂ ਸਾਰਿਆਂ ਦੇ ਲਫ਼ਜ਼ਾਂ ਦੇ ਅਰਥ ਹੋਰ ਨੇ। ਪੰਜ ਪਾਸ਼ਾ ਲਿਖਿਆ ਤਾਂ ਹੈ, ਵੇਦ ਪੁਰਾਣ ਸਿਮਰਤੀ ਸੁਧਾਖਰ, ਜਿਹੜੇ ਅੱਖਰ ਉੱਥੇ ਆਏ ਸੀ ਸ਼ੁੱਧ ਕਰਕੇ ਲਿਖੇ ਨੇ। ਅਸੀਂ ਉਹ ਗਲਤ ਭਾਵਨਾ ਦੇ ਵਿੱਚ ਸੀ, ਗਲਤ ਅਰਥਾਂ ਵਿੱਚ ਲਏ ਹੋਏ ਸੀ। ਕਿਨੇ ਰਾਮ ਨਾਮ ਇੱਕ ਆਖਰ, ਆਖਰ ਨੂੰ ਰਾਮ ਨਾਮ ਤੇ ਲਿਆ ਕੇ ਟਿਕਾ ਦਿੱਤੇ। ਇਹਦਾ ਲਿਖਿਆ ਪੰਜਮ ਪਾਸ਼ਾ ਨੇ। ਦਸਮ ਪਾਸ਼ਾ ਨੇ ਉਹਨਾਂ ਦੇ ਅਰਥੇ ਕਰਤੇ ਬਿਲਕੁਲ। ਕਿਵੇਂ ਕੀ ਮਤਲਬ ਸੀ ਦਸਮ ਪੰਜਮ ਪਾਸ਼ਾ ਦਾ ਪੰਕਤੀ ਲਿਖਣ ਦਾ? ਉਹਨਾਂ ਨੇ ਉਗਰਦੰਤੀ ਕਬਾਣੀ ਹੈ। ਉਗਰਦੰਤੀ ਹਾਲਾਂਕਿ ਦਸਮ ਗ੍ਰੰਥ ਨਹੀਂ ਆਈ, ਉਹ ਆਪ ਨਹੀਂ ਸਕਦੀ, ਨਵੀਂ ਹੈ ਨਾ ਉਹ। ਉਗਰਦੰਤੀ ਬਾਣੀ ਸਾਰੇ ਅਰਥ ਕਰਤੇ ਇਹਨਾਂ ਦੇ। ਇਹ ਲਫ਼ਜ਼ਾਂ ਨੇ ਸਾਰਿਆਂ ਦੇ ਅਰਥ ਕੀਤੇ ਨੇ। ਅਰਥੇ ਨੇ ਉੱਥੇ ਅਰਥ ਆਏ ਹੋਏ ਨੇ ਲਫ਼ਜ਼। ਤੁਸੀਂ ਨਾਣਾ ਦੇਵੀ ਤੁਸੀਂ ਸ੍ਰੀ ਭਵਾਨੀ ਕਹਿ ਕੇ ਅਰਥਾਤੇ ਹੋ। ਇਹ ਅਰਥ ਆ ਕੇ ਰੱਖਦੇ ਵੀ ਆਏ ਇਹਨਾਂ ਦੇ ਅਰਥ ਪੈ ਨੇ। ਸਾਰੀ ਡਿਕਸ਼ਨਰੀ ਪਈ ਆ ਉਗਰਦੰਤੀ ਬਾਣੀ, ਡਿਕਸ਼ਨਰੀ ਉਹ ਹੈ ਉਹ। ਹਾਂਜੀ। ਹਿਰਦੇ ਇਖਲਾਸ ਨਿਰਖਲੈ ਮੀਰਾ, ਆਪ ਖੋਜ ਖੋਜ ਮਿਲੇ ਕਬੀਰਾ। ਹਾਂ, ਹਿਰਦੇ ਇਖਲਾਸ, ਹਿਰਦਾ ਜਿਹੜਾ ਹੈਗਾ ਬਿਲਕੁਲ ਸਮਝੋ ਉਹਦੇ ਚ ਹੋਣਾ ਬੋਝ ਨਹੀਂ ਹੈ ਹਿਰਦੇ ਤੇ, ਖਲਾਸ ਹੈ। ਜਿਵੇਂ ਪਹਿਲਾਂ ਤਾਂ ਬੋਝ ਸੀ ਨਾ ਹਿਰਦੇ ਤੇ, ਚਿੰਤਾ ਸੀ, ਚਿੰਤਾ ਰਹਿਤ ਹੈ, ਕੋਈ ਚਿੰਤਾ ਨਹੀਂ, ਕਿਸੇ ਗੱਲ ਦੀ ਕੋਈ ਚਿੰਤਾ ਹੀ ਨਹੀਂ। ਨਿਰਖਲਾ ਮੀਰਾ, ਵੀਰ ਜਿਹੜਾ ਜਦ ਨਿਰਖਲਿਆ ਨਾ, ਵੀਰ ਸੁਣਿਆ ਤਾਂ ਆਇਆ। ਵੀਰ ਹੈ ਜਿਹੜਾ ਅੰਦਰ ਇਹਦਾ ਮੂਲ ਹੈ, ਉਹਨੂੰ ਵੀਰ ਕਿਹਾ ਹੋਇਆ। ਵੀਰ ਹੁੰਦਾ ਰਾਣਾ, ਰਾਜਾ ਰਾਣਾ। ਜਿਹੜਾ ਚਿੱਤ ਹੈ ਆਪਣਾ ਮੂਲ ਹੈ, ਪਛਾਣ ਲਿਆ ਜਾ ਹਿਰਦੇ ਵਿੱਚੋਂ। ਨਿਰਖਲੇ ਮੀਰਾ, ਹਾਂ, ਨਿਰਖਲਿਆ ਨਾ, ਖੋਜ ਲਿਆ। ਆਪ ਖੋਜ ਖੋਜ ਮਿਲੇ ਕਬੀਰਾ। ਬਸ ਆਪਾਂ ਖੋਜਿਆ, ਇਹੀ ਆਪਾਂ ਖੋਜਿਆ। ਉਹ ਨਿਰਖਲਿਆ, ਆਪਾਂ ਖੋਜ ਲਿਆ। ਆਪ ਖੋਜ ਖੋਜ ਮਿਲੇ ਕਬੀਰਾ, ਮਿਲੇ ਕਬੀਰਾ। ਆਪਣੇ ਮੂਲ ਨੂੰ ਖੋਜ ਕੇ ਦੋ ਇੱਕ ਹੋ ਗਏ। ਆਪਣੇ ਆਪ ਨਾਲ ਹੀ ਮਿਲਿਆ, ਕਿਸੇ ਪਰਮੇਸ਼ਰ ਨਾਲ ਨਹੀਂ ਮਿਲਿਆ ਇਹ ਹਾਲੇ ਤੱਕ। ਆਪ ਖੋਜ ਖੋਜ ਮਿਲੇ ਕਬੀਰਾ। ਉੱਥੇ ਮਿਲਣਾ ਨਹੀਂ, ਉੱਥੇ ਸਮਾਉਣਾ। ਗੁਰ ਸ਼ਬਦ ਸਮਾਵੈ। ਮਿਲੀ ਦਾ ਹੁੰਦਾ ਬਰਾਬਰ ਦੇ ਚ, ਮੇਲ ਤਾਂ ਬਰਾਬਰ ਦੇ ਨਾਲ ਹੁੰਦਾ। ਗੰਗਾ ਦਾ ਸਮੁੰਦਰ ਨਾਲ ਕੀ ਮੇਲ ਹੈ ਜੀ? ਮੇਲ ਤਾਂ ਬਰਾਬਰ ਦੇ ਦਾ ਹੁੰਦਾ। ਚੇਤਨ ਮਨ ਬਰਾਬਰ ਦੇ ਨੇ, ਦਾਲ ਹੈ, ਮੇਲ ਮਿਲ ਗਏ, ਦੋ ਇੱਕ ਹੋ ਗਏ। ਉਹ ਬੂੰਦ ਦਾ ਸਾਗਰ ਨਾਲ ਕੀ ਮੇਲ ਹੈ? ਮੇਲ ਵਿੱਚ ਦੋਏ ਹਾਜ਼ਰ ਹੁੰਦੇ ਨੇ, ਜਿੱਥੇ ਮੇਲ ਹੈ ਦੋਏ ਰਹਿੰਦੇ ਹੁੰਦੇ ਨੇ। ਉੱਥੇ ਦੋਹਾਂ ਦੀ ਤਾਕਤ ਹੈ ਇਕੱਠੀ, ਦੋਏ ਤਾਕਤ ਮਿਲ ਕੇ ਜੋਰ ਲਾਉਂਦੇ ਨੇ, ਜੋਰ ਦੁੱਗਣਾ ਹੋ ਗਿਆ, ਮੇਲ ਹੋਇਆ ਨਾ। ਮੇਲ ਪਿਆ ਸਤਿਗੁਰੂ ਬੁਲਾਇਆ। ਇਹ ਮੇਲ ਹੈ, ਮੇਲ ਹੈ ਚਿੱਤਰ ਮਨ ਦਾ, ਮੇਲ ਹੈ ਦਾਲ ਦਾ, ਇੱਕ ਹੋਣ ਦਾ। ਪਰਮੇਸ਼ਰ ਨਾਲ ਮੇਲ ਨਹੀਂ ਹੈ, ਉੱਥੇ ਸਮਾਇਆ ਹੋਇਆ। ਕਿਉਂਕਿ ਮੇਲ ਵਿੱਚ ਜਿਹੜਾ ਮਿਲਿਆ ਉਹਦੀ ਪਛਾਣ ਹੈ ਅਜੂ। ਤਾਂ ਹੀ ਕਿਹਾ ਨਾ, ਇਹਦੀ ਪਛਾਣ ਹੁੰਦੀ ਹੈ। ਉਦੋਂ ਹੈਗਾ ਜ਼ਰੂਰ, ਪਛਾਣ ਹੋਵੇ ਚਾਹੇ ਨਾ ਹੋਵੇ। ਸਖੀ ਜੀ ਮੈਂ ਪੀ ਬਸੇ, ਪੀ ਮੈਂ ਬਸੇ ਜੀਓ। ਹੁਣ ਪੀ ਔਰ ਜੀ ਦੋਏ ਨੇ ਹਿਰਦੇ ਵਿੱਚ ਬੈਠੇ, ਬੈਠੇ ਨੇ ਜੁੜੇ ਹੋਏ, ਦੋਏ ਇੱਕ ਹੋਏ ਹੋਏ। ਹੁਣ ਉਹ ਕਹਿੰਦੀ ਹੈ, ਇਹ ਸਖੀ ਮੈਨੂੰ ਇਹ ਦੱਸ
ਪੀ ਵਿੱਚ ਜੀ ਹੈ ਕਿ ਜੀ ਚ ਪੀ ਹੈ। ਦੁੱਧ ਔਰ ਪਾਣੀ ਅੱਡ ਅੱਡ ਪਏ ਤੇ ਚੱਕ ਕੇ ਵਿੱਚ ਰਲਾਤੇ। ਅੱਧਾ ਗਲਾਸ ਪਾਣੀ ਦਾ ਸੀ, ਅੱਧਾ ਸੀ ਦੁੱਧ ਦਾ। ਗਲਾਸ ਗਿਆ ਭਰ ਗਿਆ ਨਾ। ਹੁਣ ਉਹ ਕਹਿੰਦੀ ਹੈ ਵੀ ਗਲਾਸ ਭਰਿਆ ਹੋਇਆ ਹੈ ਸਾਰਾ, ਇਹ ਨਹੀਂ ਪਤਾ ਲੱਗਦਾ ਵੀ ਪਾਣੀ ਕਿੱਥੇ ਹੈ, ਦੁੱਧ ਕਿੱਥੇ ਹੈ, ਕਿੱਧਰਲੇ ਪਾਸੇ ਹੈ। ਇੱਕੋ ਨੀਂਦ ਹੈ ਵੀ ਜੀ ਦੇ ਵਿੱਚ ਪੀ ਵਸਿਆ ਕਿ ਪੀ ਚ ਜੀ ਵਸਿਆ, ਪਾਣੀ ਚ ਦੁੱਧ ਮਿਲਿਆ ਕਿ ਦੁੱਧ ਚ ਪਾਣੀ ਮਿਲਿਆ। ਮਿਲਿਆ ਨਾ ਹੈ ਕਿਉਂਕਿ ਉਹਦਾ ਵਧਿਆ, ਗਲਾਸ ਪੂਰਾ ਹੋ ਗਿਆ, ਕੁਝ ਪਤਾ ਲੱਗਿਆ ਵਧਿਆ ਉੱਥੇ, ਇਹ ਮਿਲਿਆ ਕਹਿੰਦੇ ਨੇ ਇਹਨੂੰ। ਉਹ ਫਿਰ ਜਵਾਬ ਕੀ ਹੈ, ਕਹਿੰਦੇ ਜੀਓ ਪੀਓ ਸੂਝੇ ਨਹੀਂ, ਹੁਣ ਨਹੀਂ ਪਤਾ ਲੱਗਦਾ ਇਹਦਾ, ਇਹਦਾ ਜਵਾਬ ਹੈ ਨਹੀਂਗਾ। ਹੁਣ ਨਹੀਂ ਮੈਨੂੰ ਸੋਚਦਾ ਜੀਓ ਪੀਓ ਕਿਹੜਾ ਦੋਹਾਂ ਚ। ਜੀਓ ਪੀਓ ਸੂਝੇ ਨਹੀਂ, ਘੱਟ ਮੈਂ ਜੀਓ ਪੀਓ, ਘੱਟ ਦੇ ਵਿੱਚ ਹੈ ਦੋਏ, ਇਹ ਨਹੀਂ ਪਤਾ ਲੱਗਦਾ ਵੀ ਜੀਓ ਕਿਹੜਾ ਪੀਓ ਕਿਹੜਾ। ਇਹਦੇ ਚ ਪਛਾਣ ਨਹੀਂ ਰਹੀ ਹੁਣ ਅੱਡ ਅੱਡ ਦੋਹਾਂ ਦੀ, ਹੈ ਦੋਈ ਦੁਗਣਾ ਜੋ ਹੋ ਗਿਆ। ਪਰ ਜਦ ਸਮੁੰਦਰ ਦੇ ਵਿੱਚ ਜਾ ਕੇ ਗੰਗਾ ਪਈਆ, ਸਮੁੰਦਰ ਦਾ ਪਾਣੀ ਨਹੀਂ ਵਧਿਆ, ਉਹ ਨਹੀਂ ਵਧਿਆ, ਤੇ ਵਧਿਆ ਹੀ ਨਹੀਂ, ਵਧਿਆ ਹੀ ਲੱਗਿਆ ਨਾ, ਵਧਿਆ ਨਾ ਘਟਿਆ। ਇੱਥੇ ਪਤਾ ਲੱਗਦਾ, ਉੱਥੇ ਪਤਾ ਨਹੀਂ ਲੱਗਦਾ। ਜਸਮਾ ਹੁੰਦਾ ਬੂੰਦ ਜਾ ਕੇ ਡਿੱਪੀ ਤਾਂ ਵੀ ਉੱਡੇ ਗਿਆ, ਸਮੁੰਦਰ ਨਾਲ ਡਿੱਗਦੀ ਤਾਂ ਵੀ ਉੱਡੇ ਸੀ। ਬਿਲੇ ਦਾ ਸਮਾਏ ਦਾ ਇੰਨਾ ਫਰਕ। ਆਦਮੀ ਹੈ ਬੈਠਾ, ਇੱਕ ਪਿਆ ਬਿਸਕੁਟ, ਉਹਨੇ ਚੱਕਿਆ ਮੂੰਹ ਚ ਪਾ ਲਿਆ, ਖਾ ਲਿਆ, ਬਿਸਕੁਟ ਤਾਂ ਰਿਹਾ ਨਹੀਂ। ਆਦਮੀ ਉੱਡਿਆ ਜਾਂ ਨਾ ਵਧਿਆ ਨਾ ਘਟਿਆ, ਉਹ ਤਾਂ ਕੋਈ ਫਰਕ ਨਹੀਂ ਪਿਆ, ਉਹ ਤਾਂ ਕੋਈ ਫਰਕ ਨਹੀਂ ਪਿਆ। ਬਸ ਇਹੋ ਜਿਹੀ ਗੱਲ ਆ ਸਮਾਉਣ ਦੀ। ਉਹ ਬਿਸਕੁਟ ਮਿਲਿਆ ਨਹੀਂ, ਸਮਾਇਆ। ਜੇ ਉਹਨੂੰ ਚਿਪਕਾ ਲਈਏ ਇੱਥੇ ਮੋਢੇ ਤੇ ਫਿਰ ਮਿਲਿਆ, ਜੇ ਤਾਂ ਚਿਪਕਾ ਲਿਆ ਛਾਤੀ ਤੇ, ਮੋਢੇ ਤੇ, ਮੱਥੇ ਤੇ, ਫਿਰ ਤਾਂ ਮਿਲਿਆ। ਜੇ ਖਾ ਲਿਆ ਫਿਰ ਸਮਾ ਗਿਆ, ਫਿਰ ਤਾਂ ਗਾਇਬ ਹੋ ਗਿਆ, ਤਾਂ ਦੀਦਾ ਹੀ ਨਹੀਂ। ਵੇਲੇਦਾਰ ਸਮਾਏ ਦਾ ਫਰਕ ਹੈ। ਸਮਾ ਗਿਆ, ਜਿਹੜਾ ਸਮਾ ਗਿਆ ਉਹਦਾ ਵਜੂਦ ਖਤਮ ਹੋ ਗਿਆ। ਨਾਨਕ ਸਮਾ ਗਿਆ, ਨਾਨਕ ਦਾ ਵਜੂਦ ਖਤਮ ਹੋ ਗਿਆ। ਨਿਰੰਕਾਰ ਰਹਿ ਗਿਆ ਬਸ। ਨਿਰੰਕਾਰ ਦਾ ਦੇਸ਼ ਹੋ तो सारे निरंकार ने। निरंकार के देश जाए ਤਾਂ ਸੁਖ ਲਹੈ ਮਹਲ। ਮਹਲ ਤਾਂ ਪਹਿਲਾਂ ਹੀ ਹੈ ਨਿਰੰਕਾਰ ਦੇ ਦੇਸ਼ ਚ। ਮਹਲ ਖਾਲੀ ਪਿਆ ਸੀ, ਤੂੰ ਸੁਪਨੇ ਚ ਇੱਧਰ ਫਿਰਦਾ ਸੀ। ਮਹਲ ਤਾਂ ਪਹਿਲਾਂ ਹੀ ਹੈ, ਤੇ ਸਰੀਰ ਕਰਕੇ ਉੱਥੇ ਬੈਠਾ ਵੀ ਹੈ, ਸੁਪਨੇ ਹੀ ਦੇਖਦਾ। ਜੇ ਉੱਥੇ ਜਾ ਕੇ ਜਾਗ ਪਿਆ, ਮਹਲ ਤਾਂ ਪਹਿਲੇ ਉੱਥੇ ਕੀ ਫਰਕ ਪਿਆ? ਪਹਿਲਾਂ ਵੀ ਮਹਲ ਉੱਥੇ ਹੈ, ਹੁਣ ਵੀ ਉੱਥੇ ਹੀ ਹੈ, ਉੱਥੇ ਕੋਈ ਫਰਕ ਨਹੀਂ ਪਿਆ। ਹਾਂ, ਨਵਾਂ ਜਾ ਕੇ ਘਰ ਬਣਾਈਏ, ਮਹਲ ਬਣਾਈਏ, ਫਿਰ ਤਾਂ ਫਰਕ ਪੈਂਦਾ। ਸ਼ਹਿਰ 'ਚੋਂ ਕੋਈ ਆਦਮੀ ਛੱਡ ਕੇ ਚਲਿਆ ਗਿਆ ਜਾਂ ਸੁੱਤਾ ਪਿਆ, ਬੇਹੋਸ਼ੀ ਦੀ ਹਾਲਤ ਵਿੱਚ ਹੈ, ਜੇ ਉਹਨੂੰ ਹੋਸ਼ ਆ ਗਿਆ 2 ਸਾਲ 4 ਸਾਲ ਬਾਅਦ, ਫਿਰ ਸ਼ਹਿਰ 'ਚ ਕੀ ਫਰਕ ਪੈ ਗਿਆ? ਉਹ ਵੀ ਸ਼ਹਿਰ ਦੇ ਵਿੱਚ ਸੀ, ਉਹਦਾ ਘਰ ਵੀ ਸ਼ਹਿਰ ਦੇ ਵਿੱਚ ਸੀ। ਹੋਸ਼ ਆ ਗਈ ਕਿ ਨਾ ਆ ਗਈ, ਇਹਦੇ ਨਾਲ ਕੀ ਫਰਕ ਪਿਆ? ਕੋਈ ਫਰਕ ਨਹੀਂ ਪੈਂਦਾ। ਹਾਂਜੀ, ਆਪ ਖੋਜ ਖੋਜ ਮਿਲੇ ਕਬੀਰਾ। ਆਪ ਖੋਜ ਖੋਜ ਮਿਲੇ ਕਬੀਰਾ, ਆਪਣਾ ਆਪਾ ਹੀ ਖੋਜਿਆ। ਪਹਿਲਾਂ ਤਨ ਵਿੱਚੋਂ ਮਨ ਖੋਜਿਆ ਬੁੱਧੀ ਨੇ, ਫਿਰ ਮਨ ਵਿੱਚੋਂ ਸ਼ਬਦ ਖੋਜਿਆ। ਸ਼ਬਦ ਖੋਜਿਆ, ਮਨ ਵਿੱਚੋਂ ਸ਼ਬਦ ਖੋਜਿਆ, ਨਾਮ ਖੋਜਿਆ। ਹਾਂਜੀ, ਨਿਰਧਨ ਆਦਰ ਕੋਈ ਨਾ ਦੇ, ਲਾਖ ਯਤਨ ਕਰੈ ਉਹ ਚਿਤ ਨ ਧਰੇ ਰਹੋ। ਹਾਂ, ਨਿਰਧਨ ਆਦਰ ਕੋਈ ਨਾ ਦੇ, ਆਦਰ ਕੋਈ ਨਾ ਦੇ। ਜਿਹੜੇ ਨਿਰਧਨ ਨਾ, ਗਿਆਨਹੀਨ, ਨਿਰਧਨ ਨੂੰ ਅਸੀਂ ਗਿਆਨਹੀਨ ਕਹਾਂਗੇ। ਸੰਸਾਰ ਦੀ ਗੱਲ ਹੈ, ਸੰਸਾਰ ਦੇ ਵੀ ਹੈ ਜਿਹੜੀ ਗੱਲ ਸੱਚ ਹੈ, ਨਿਰਾਕਾਰ ਦੇ ਵੀ ਘਰ ਸੱਚ ਹੈ। ਉਹ ਗੱਲ ਜਿਹਨੂੰ ਆਪਣੇ ਆਤਮ ਗਿਆਨੀ ਨਹੀਂ ਹੈ, ਜਿਹੜਾ ਉਹ ਨਿਰਧਨ। ਕਬੀਰ ਕਹਿੰਦਾ ਵੀ ਨਿਰਧਨ ਅਸੀਂ ਕਿਹਨੂੰ ਆਂਦੇ ਹਾਂ?
ਜਿਹਦੇ ਕੋਲ ਨਾਮ ਨਹੀਂ ਹੈ। ਗੁਰਬਾਣੀ ਨਿਰਧਨ ਉਹਨੂੰ ਮੰਨਦੀ ਹੈ ਜਿਹਦੇ ਕੋਲ ਨਾਮ ਨਹੀਂ ਹੈ। ਕਹੇ ਕਬੀਰ ਨਿਰਧਨ ਹੈ ਸੋਈ ਜਾ ਕੇ ਹਿਰਦੇ ਨਾਮ ਲੋ। ਜਿਹਦੇ ਕੋਲ ਨਾਮ ਨਹੀਂ ਹੈ ਉਹ ਨਿਰਧਨ। ਨਾਮ ਧਨ, ਕਿਉਂਕਿ ਗਿਆਨੀਆਂ ਦਾ ਧਨ ਨਾਮ ਹੈ। ਜਿਹੜੇ ਗਿਆਨਵਾਨ ਨੇ, ਗੁਰਮੁਖ ਨੇ, ਉਹਨਾਂ ਦਾ ਧਨ ਨਾਮ ਹੁੰਦਾ। ਜਿਹਦੇ ਕੋਲ ਨਾਮ ਹੈ ਨਹੀਂ ਉਹ ਨਿਰਧਨ। ਕਿੱਡਾ ਹੀ ਕੋਈ ਸੰਤ ਹੈ, ਜੇ ਤਤ ਗਿਆਨ ਹੈ ਨਹੀਂ ਤਾਂ ਨਿਰਧਨ। ਸੰਸਾਰੀ ਦਾ ਜਿੰਨਾ ਮਰਜੀ ਹੋਵੇ ਉਹ ਦੇਖੋ ਸੰਸਾਰੀ ਵੀ ਜਿਹੜੇ ਨਿਰਧਨ ਹੁੰਦੇ ਨੇ, ਸੰਸਾਰ ਦਾ ਵੀ ਧਨ ਨਹੀਂ ਹੁੰਦਾ, ਜਿਵੇਂ ਉਹਦੀ ਇੱਜ਼ਤ ਨਹੀਂ ਹੈ। ਇਵੇਂ ਜਾ ਕੇ ਨਿਰਾਕਾਰ ਦੇ ਦੇਸ਼ ਵਿੱਚ ਇਹ ਬੜੇ ਬੜੇ ਜਿਹੜੇ ਸੰਤ ਨੇ, ਬੜੇ ਬੜੇ ਰਾਜੇ ਨੇ, ਜੇ ਤਤ ਗਿਆਨ ਤੇ ਆਤਮ ਗਿਆਨ ਤੇ ਸਖੜੇ ਨੇ, ਇਹਨਾਂ ਨੂੰ ਅੰਦਰ ਕਿਸੇ ਨੂੰ ਨਹੀਂ ਦੇਣਾ। ਜੇ ਜੁਗ ਚਾਰੇ ਹਾਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ। ਚੰਗਾ ਨਾਮ ਰਖਾਏ ਕੇ, ਚੰਗਾ ਨਾਮ ਦਾ ਚੰਗਾ ਜਸ ਹੋਵੇ ਸੰਸਾਰ ਚ ਉਹਦਾ। ਜਸ ਕੀਰਤੀ ਜਗ ਲੈ, ਚੰਗੇ ਕੰਮ ਕਰੇ ਸਾਰਾ ਸੰਸਾਰ ਜਸ ਕੀਰਤੀ ਕਰੇ। ਜੇ ਤਿਸ ਨਦਰ ਨਾ ਆਵੇ ਬਾਤ ਨੂੰ ਪੁੱਛੇ। ਜੇ ਆਤਮ ਗਿਆਨੀ ਨਹੀਂ, ਆਤਮਦਰਸ਼ੀ ਨਹੀਂ ਹੈ, ਕੋਈ ਨਹੀਂ ਪੁੱਛਦਾ ਉਹਨੂੰ। ਇਹ ਤਾਂ ਪ੍ਰਚਾਰ ਹੀ ਸਾਰੀਆਂ ਬੱਤਾਂ ਇੱਥੇ ਹੀ ਕਰ ਰਹੀਆਂ ਨੇ। ਜਿਹੜਾ ਇਹਦੇ ਵਿੱਚ ਸਾਰੀ ਦੁਨੀਆ ਉਹਦੇ ਨਾਲ ਚੱਲਦੀ ਹੈ, ਸਾਰੀ ਦੁਨੀਆ ਉਹਦਾ ਜਸ ਕਰਦੀ ਹੈ। ਇੰਨਾ ਚੰਗਾ ਆਦਮੀ ਵੀ ਹੋਵੇ, ਇੱਥੇ ਤੱਕ ਤਾਂ ਸਾਰੀਆਂ ਬੱਤਾਂ ਹੀ ਪ੍ਰਚਾਰ ਕਰਦੀਆਂ ਨੇ। ਇਹਨੂੰ ਤਾਂ ਦੇਵਤਾ ਕਹਿੰਦੀਆਂ ਨੇ ਬੱਤਾਂ। ਗੁਰਬਾਣੀ ਕਹਿੰਦੇ ਉਹਨੂੰ ਕੋਈ ਨਹੀਂ ਪੁੱਛਦਾ ਸੰਸਾਰ ਜਾ ਕੇ। ਆ ਜਿਹੜੇ ਸੰਤ ਕਰਦੇ ਫਿਰਦੇ ਨੇ, ਕੀ ਕਰਦੇ ਫਿਰਦੇ ਨੇ, ਇਹਨਾਂ ਨੂੰ ਨਹੀਂ ਕੋਈ ਪੁੱਛਦਾ। ਜੇ ਸਾਰਾ ਸੰਸਾਰ ਵੀ ਤੁਹਾਡੇ ਜੈ ਜੈਕਾਰ ਕਰੇ, ਉੱਥੇ ਨਹੀਂ ਸਾਰਾ ਸੰਸਾਰ ਵਿਰੋਧੀ ਹੋਵੇ, ਗੁਰਮੁਖ ਦਾ ਪਿਆ ਹੋਵੇ, ਸੰਸਾਰ ਨੂੰ ਨਹੀਂ ਕੋਈ ਪੁੱਛਦਾ ਹੈ। ਸੰਸਾਰ ਕੀ ਕਹਿੰਦਾ, ਕੀ ਸੋਚਦਾ, ਇਸ ਗੱਲ ਦੀ ਸੱਚਖੰਡ 'ਚ ਕੋਈ ਪਰਵਾਹ ਨਹੀਂ ਹੈ। ਇਸ ਕਰਕੇ ਗੁਰਮੁਖ ਸੰਸਾਰ ਦੀ ਪਰਵਾਹ ਨਹੀਂ ਕਰਦੇ, ਸੰਸਾਰ ਦੀ ਨਹੀਂ ਪਰਵਾਹ ਕਰਦੇ। ਸੰਸਾਰ ਦੇ ਲੋਕ ਕੀ ਕਹਿੰਦੇ, ਉਹਨਾਂ ਨੂੰ ਕੀ ਮਤਲਬ ਇਸ ਗੱਲ ਤੇ। ਪਰਮੇਸ਼ਰ ਕੀ ਕਹਿੰਦਾ ਉਹਦਾ ਮਤਲਬ ਹੈ, ਉਹਦਾ ਬਾਣਾ, ਉਹਦਾ ਹੁਕਮ ਕੀ ਹੈ, ਉਹਨਾਂ ਨੂੰ ਉਹਦੀ ਪਰਵਾਹ ਹੈ। ਸੰਸਾਰ ਦੀ ਕੋਈ ਪਰਵਾਹ ਹੀ ਹੈ ਨਹੀਂ। ਸੰਸਾਰ ਦੇ ਲੋਕ ਬੁਰਾ ਕਹਿਣ ਕਹੀ ਜਾਣ, ਕੀ ਫਰਕ ਪਊਗਾ। ਉਹਨੇ ਕਿਹਾ ਸੰਸਾਰ ਰਹਿਣ। ਉਹ ਕਿਸੇ ਨੂੰ ਬੁਰਾ ਕਹਿੰਦੇ ਨੇ, ਪਿੰਡੋਂ ਹੀ ਕੱਢ ਦਿੰਦੇ ਨੇ, ਹੋਰ ਕੀ ਕਰਦੇ ਨੇ। ਉਹਦਾ ਆਪ ਨਿਕਲਣ ਨੂੰ ਤਿਆਰ ਹੈ। ਸਮਾਂ ਸਿਫਾਰਿਸ਼ ਕਰ ਦੇਣਗੇ ਪਰਮੇਸ਼ਰ ਨੂੰ ਵੀ ਇਹਨੂੰ ਬਾਬਾ ਲੈ ਜਾ ਇੱਥੋਂ। ਇਹੀ ਕਹਿਣਗੇ ਨਾ। ਉਹਦਾ ਆਪੇ ਚਾਹੁੰਦਾ ਜਾਣ ਵੀ ਮੇਰੀ ਕੋਈ ਸਿਫਾਰਿਸ਼ ਕਰੇ, ਉਹਦੇ ਜਾਣਾ ਹੀ ਚਾਹੁੰਦੇ ਛੱਡ ਕੇ। ਆ ਸੰਸਾਰ ਛੱਡਣਾ ਚਾਹੁੰਦੇ ਨੇ ਜਿਹੜੇ, ਉਹ ਸੰਸਾਰ ਦੇ ਲੋਕਾਂ ਦੀ ਕੋਈ ਪਰਵਾਹ ਨਹੀਂ ਕਰਦੇ। ਜਿਹੜੇ ਲੋਕ ਸੰਸਾਰੀ ਨੇ ਉਹ ਸੰਸਾਰ ਛੱਡਣਾ ਹੀ ਨਹੀਂ ਚਾਹੁੰਦੇ, ਉਹ ਨਹੀਂ ਚਾਹੁੰਦੇ ਛੱਡਣਾ ਸੰਸਾਰ। ਉਹ ਇਹ ਸੰਸਾਰ ਨੂੰ ਸੁਰਗ ਬਣਾਉਣਾ ਚਾਹੁੰਦੇ ਨੇ, ਜਿਹੜੇ ਬਣਨਾ ਹੀ ਨਹੀਂ। ਸੁਰਗ ਬਣਾਉਣੇ ਵਾਲੇ ਸੰਸਾਰ ਨੂੰ ਨਰਕ ਬਣਾ ਰਹੇ ਨੇ। ਸੁਰਗ ਬਣਾਉਣੇ ਵਾਲੇ ਤਾਂ ਨਰਕ ਬਣਾ ਰਹੇ ਨੇ ਸੰਸਾਰ ਨੂੰ। ਯੂਰਪ ਦੇ ਲੋਕ ਸਭ ਤੋਂ ਪੂਰੇ ਤੇ ਸੁਰਗ ਬਣਾਉਣੇ ਵਾਲੇ। ਯੂਰਪ ਨਰਕ ਬਣ ਗਿਆ। ਹਾਂਜੀ, ਸਭ ਤੋਂ ਵੱਡਾ ਨਰਕ ਯੂਰਪ ਹੈ। ਸਾਰੇ ਲੋਕ ਡਿਪਰੈਸ਼ਨ 'ਚ ਨੇ, ਸਾਰੇ ਦੁਖੀ ਨੇ। ਉਹ ਗਰੀਬਾਂ ਨਾਲੋਂ ਜ਼ਿਆਦਾ ਅਮੀਰ ਜ਼ਿਆਦਾ ਦੁਖੀ ਨੇ, ਜ਼ਿਆਦਾ ਪਰੇਸ਼ਾਨ ਨੇ। ਪਰੇਸ਼ਾਨੀ ਉਹ ਨਰਕ ਹੈ। ਹੋਰ ਪਰੇਸ਼ਾਨ ਜਿਹੜਾ ਆਦਮੀ ਦੁਖੀ ਹੈ, ਪਰੇਸ਼ਾਨ ਹੈ, ਉਹ ਨਰਕ ਹੈ। ਜਿਹੜਾ ਆਦਮੀ ਮੌਜ ਹੈ, ਜਾਨਵਰ ਵੀ ਚੰਗੇ ਨੇ ਆਦਮੀਆਂ ਨੂੰ, ਜਾਨਵਰ ਪੀਸ ਆਫ ਮਾਈਂਡ ਆ ਲੋਕ। ਜਿਹੜੇ ਆਦਮੀ ਕੋਲ ਪੀਸ ਆਫ ਮਾਈਂਡ ਹੈ ਨਹੀਂ, ਉਹ ਤਾਂ ਨਰਕ ਹੈ। ਜਾਨਵਰ ਸ਼ਾਂਤ ਨੇ, ਆਦਮੀ ਅਸ਼ਾਂਤ ਹੈ। ਆਦਮੀ ਅਸ਼ਾਂਤ ਹੈ, ਜਾਨਵਰ ਸ਼ਾਂਤ ਨੇ। ਕਿਉਂ? ਉਹਨੇ ਨਾ ਤਾਂ ਸੜਕਾਂ ਬਣਾਈਆਂ ਨੇ, ਨਾ ਬਿਜਲੀ ਚਾਹੀਦੀ ਉਹਨਾਂ ਨੂੰ, ਜੋ ਕੁਦਰਤ ਦਾ ਦਿੱਤਾ ਹੈ, ਠੀਕ ਹੈ। ਨਾ ਉਹਨਾਂ ਨੂੰ ਕੋਠੀਆਂ ਚਾਹੀਦੀਆਂ ਨੇ, ਨਾ ਉਹਨਾਂ ਨੂੰ ਹਵਾਈ ਜਹਾਜ਼ ਚਾਹੀਦੇ ਨੇ, ਕੁਝ ਵੀ ਨਹੀਂ ਚਾਹੀਦਾ ਜਾਨਵਰਾਂ ਨੂੰ। ਠੀਕ ਹੈ, ਜਿਹੜਾ ਕੋਈ ਦਿੱਤਾ ਹੋਇਆ ਉਹ ਤੇ ਸੰਤੁਸ਼ਟ ਨੇ। ਆਦਮੀ ਸੰਤੁਸ਼ਟ ਨਹੀਂ ਹੈ ਜੋ ਪਰਮੇਸ਼ਰ ਨੇ ਦਿੱਤਾ ਉਹ ਤੇ। ਉਹ ਜਿਹੜੀ ਇਹ ਸੰਤੁਸ਼ਟ ਨਹੀਂ ਹੈ, ਇਹਦੀ ਪਰੇਸ਼ਾਨੀ ਦਾ ਕਾਰਨ ਹੈ। ਐਸੀ ਦੌੜ ਲਗਾਈ ਹੈ ਨੇ, ਫਿਰ ਉਹ ਦੌੜ ਨੇ ਪਰੇਸ਼ਾਨ ਨੇ ਕਰਦੀ ਚਲੀ ਗਈ ਹੈ।
ਪੀਸ ਆਫ ਮਾਈਂਡ ਦੀ ਕੀਮਤ ਤੇ ਸੰਸਾਰੀ ਸੁਖ ਪੈਦਾ ਕਰਦਾ ਗਿਆ, ਪੀਸ ਆਫ ਮਾਈਂਡ ਕਰਦਾ ਗਿਆ। ਇਹ ਸਭ ਤੋਂ ਵੱਡੀ ਬੇਵਕੂਫੀ ਸੀ ਆਦਮੀ ਦੀ। ਅੱਜ ਸ਼ਾਇਦ ਮੰਨਦੇ ਨੇ ਕੋ ਸਿਆਣੇ ਵੀ ਬੇਵਕੂਫੀ ਸੀ ਸਾਡੀ, ਲੇਕਿਨ ਹੁਣ ਤਾਂ ਬਹੁਤ ਦੂਰ ਚਲੇ ਗਏ। ਸਾਰਾ ਦਿਨ ਭੱਜਿਆ, ਸਾਰਾ ਦਿਨ ਭੱਜਿਆ, ਸਾਰਾ ਦਿਨ ਭੱਜਿਆ, ਵੜ ਰਿਹਾ ਸੀ ਵੀ ਜਿੰਨੀ ਦੂਰ ਮੈਂ ਭੱਜ ਕੇ ਸਵੇਰ ਤੇ ਸ਼ਾਮ ਤੱਕ ਘੇਰਾ ਕਰ ਲੂੰ ਜ਼ਮੀਨ ਦਾ, ਜ਼ਮੀਨ ਮੇਰੀ। ਜਦ ਆਇਆ ਮੌਕੇ ਤੇ ਆ ਕੇ ਡਿੱਪਿਆ, ਉੱਥੇ ਹੀ ਪ੍ਰਾਣ ਨਿਕਲ ਗਏ। ਲੀਕ ਨੂੰ ਹੱਥੀ ਜ਼ਰੂਰ ਲਾਤਾ, ਪਰ ਉਹ ਜ਼ਮੀਨ ਕਿਸ ਕੰਮ ਆਈ? ਉਹ ਤਾਂ ਮਰ ਗਿਆ। ਫਿਰ ਕਹਿੰਦਾ ਵੀ ਆਹ ਹੀ ਚਾਹੀਦੀ ਸੀ ਇੰਨੀ, ਜਿੰਨੇ ਸਮਝ ਮੈਂ ਲੰਬਾ ਪਿਆ। ਫਿਰ ਉਹਦਾ ਫਿਰ ਸਮਝ ਆਈ ਦਾ ਫਾਇਦਾ ਕੀ ਹੋਇਆ? ਫਿਰ ਉਹਦੀ ਸਮਝਦਾ ਉਹਨੂੰ ਲਾਭ ਕੀ ਹੋਇਆ? ਉਹ ਤਾਂ ਕੰਮ ਤਾਂ ਹੋ ਗਿਆ ਉਹਦਾ। ਇਹ ਸੰਸਾਰ ਦਾ ਗਿਆਨ, ਇਹ ਵੀ ਇੱਕ ਕਹਾਣੀ ਹੈ ਸੁਣਾਈ ਜਾਂਦੀ, ਲਿਖੀ ਹੋਈ, ਪੜ੍ਹਾਈ ਜਾਂਦੀ, ਪਰ ਕੰਮ ਉਹੀ ਕਰ ਰਿਹਾ ਸੰਸਾਰ। ਇਹ ਤੋਂ ਸਿੱਖਿਆ ਕੀ ਲਈ ਵੀ ਇਹ ਕਹਾਣੀ ਤੋਂ? ਕਿਉਂ ਤਾਂ ਇਹ ਕਹਾਣੀ ਯੂਨੀਵਰਸਿਟੀ ਵਾਲਿਆਂ ਨੇ ਲਾਈ? ਕਿਉਂ ਪੜ੍ਹਾਈ? ਕਿਉਂ ਇਹਦੋਂ ਕੰਮ ਲੈ ਲਿਆ ਫਿਰ ਤੁਸੀਂ? ਇਸ ਕਰਕੇ ਬੁੱਧੀਹੀਨ ਨੇ ਸਾਰੇ ਵਿਦਵਾਨ। ਸੰਸਾਰ ਬੁੱਧੀਹੀਨਾਂ ਦਾ ਭਰਿਆ ਪਿਆ। ਜੇ ਤੁਸੀਂ ਇਹ ਕੀਮਤੀ ਗੱਲ ਸਮਝਦੇ ਹੋ, ਤੁਸੀਂ ਇਹਦੇ ਪਹਿਰਾ ਕਿਉਂ ਨਹੀਂ ਦਿੱਤਾ? ਇਹ ਤੇ ਜ਼ੋਰ ਕਿਉਂ ਨਹੀਂ ਦਿੱਤਾ? ਇਸ ਗੱਲ ਤੇ ਜ਼ੋਰ ਦੇਣਾ ਚਾਹੀਦਾ ਸੀ, ਤਾਂ ਇਹ ਡਿਪਰੈਸ਼ਨ ਵਗੈਰਾ ਦੀ ਦਵਾਈ ਸੀ ਇਹਦੇ ਵਿੱਚ। ਇਹ ਸਾਰੀਆਂ ਪਰੇਸ਼ਾਨੀਆਂ ਦਾ ਹੱਲ ਸੀ ਇਸ ਕਹਾਣੀ ਵਿੱਚ। ਤੇ ਗੁਰਮੁਖ ਇਸ ਕਹਾਣੀ ਤੇ ਚੱਲਦੇ ਨੇ, ਇਸੇ ਕਹਾਣੀ ਤੇ ਪਹਿਰਾ ਦਿੰਦੇ ਨੇ। ਕਬੀਰ ਵੀ ਇਹੀ ਕਹਿ ਰਿਹਾ, 3.5 ਤਾਂ ਘੜੀ ਤਾਂ ਪਾਉਣੀ 4। ਉਹੀ ਤਾਂ ਇਹ ਕਹਿ ਰਿਹਾ। ਉਹ ਪਹਿਰਾ ਦਿੰਦੇ ਨੇ, ਪਹਿਰਾ ਨਹੀਂ ਦਿੰਦੇ ਕਿਤੇ ਵੀ। ਆਪਾਂ ਵਿਰੋਧੀ ਗੱਲਾਂ ਕਹੀ ਜਾਂਦੇ ਨੇ, ਪੜ੍ਹੀ ਸਭ ਕੁਝ ਜਾਂਦੇ ਨੇ, ਮੰਨਦੇ ਕੁਛ ਵੀ ਨਹੀਂ। ਗੁਰਬਾਣੀ ਪੜ੍ਹੀ ਸਾਰੇ ਜਾਂਦੇ ਨੇ, ਮੰਨਦਾ ਕੋਈ ਵੀ ਨਹੀਂ। ਇਹ ਐਂ ਕਰਦੇ ਹੁੰਦੇ ਨੇ। ਦੁਨੀਆ ਵਿੱਚ ਕਿੰਨੀ ਮਰਜ਼ੀ ਇੱਜ਼ਤ ਪਾ ਲਵੇ, ਕੋਈ ਨਹੀਂ ਪੁੱਛਦਾ। ਦੁਨੀਆ ਦੇ ਲੋਕ ਸਾਰੇ ਨਿੰਦਿਆ ਕਰੀ ਜਾਣ ਭਗਤ ਦੀ, ਕੋਈ ਨਹੀਂ ਪੁੱਛਦਾ। ਸੱਚਖੰਡ ਦੇ ਵਿੱਚ ਉਹਦਾ ਰਸਤਾ ਨਹੀਂ ਕੋਈ ਰੋਕ ਸਕਦਾ। ਜੋ ਉਹਨੂੰ ਮਿਲਣਾ, ਜੇ ਕਿਸੇ ਨੂੰ ਦੇਣਾ ਉਹਨੇ, ਉਹ ਕਿਸੇ ਦੀ ਪਰਵਾਹ ਨਹੀਂ ਕਰਦਾ। ਜੇ ਕਿਸੇ ਤੋਂ ਖੋਣਾ ਤਾਂ ਵੀ ਕਿਸੇ ਦੀ ਪਰਵਾਹ ਨਹੀਂ ਕਰਦਾ। ਜਿੰਨੇ ਮਰਜ਼ੀ ਸਿਫਾਰਸ਼ਾਂ ਕਰੀ ਜਾਣ, ਸੰਤ ਸਾਰੇ ਰਲ ਕੇ ਸਿਫਾਰਸ਼ਾਂ ਕਰੀ ਜਾਣ, ਕਦੇ ਨਹੀਂ ਮੰਨਦਾ। ਪਰ ਝੂਠਿਆਂ ਨੇ ਸਭ ਸਿਫਾਰਸ਼ਾਂ ਮੰਨੀ ਹੋਈਆਂ ਨੇ। ਝੂਠੇ ਧਰਮਾਂ ਨੇ ਸਭ ਬਣਾਇਆ ਹੋਇਆ। ਝੂਠ ਸਿਫਾਰਸ਼ਾਂ ਮੰਨਦਾ। ਸਾਡੇ ਵੀ ਝੂਠ ਵਾੜਤਾ ਲਿਆ ਕੇ। ਗੁਰਬਾਣੀ ਕਹਿੰਦੀ ਹੈ ਕੋਈ ਸਿਫਾਰਸ਼ ਨਹੀਂ ਮੰਨਦਾ। ਪੁੱਛਣਾ ਦੇਵੇ, ਪੁੱਛਣਾ ਲੈਵੇ। ਫਿਰ ਸੰਤ ਜਿਹੜੀਆਂ ਸਿਫਾਰਸ਼ਾਂ ਦੀਆਂ ਅਰਦਾਸਾਂ ਕਰਦੇ ਨੇ, ਕਿਉਂ ਕਰਦੇ ਨੇ? ਅੜੇ ਨੋਟ ਫੜਾ ਅਰਦਾਸਾਂ ਕਰਾਉਂਦੇ ਨੇ। ਨੋਟ ਦੇਣੇ ਵਾਲੇ ਅਪਰਾਧੀ, ਲੈਣ ਵਾਲੇ ਉਦੋਂ ਅਪਰਾਧੀ। ਅਰਦਾਸ ਕਰਨ ਵਾਲੇ ਕੌਣ ਨੇ? ਪੰਡਤ ਨੇ। ਨਵੇਂ ਪੰਡਤ ਪੈਦਾ ਹੋ ਗਏ। ਇਹਨਾਂ ਦਾ ਪੰਡਤ ਹਲਕਿਆ ਹੋਇਆ ਨਹੀਂ। ਜੇ ਨਹੀਂ ਹਲਕੇ ਸਿੱਖ, ਇਹਨਾਂ ਨਹੀਂ ਸੀ ਪੰਡਤ ਹਲਕਿਆ ਹੋਇਆ। ਤਾਂ ਹੀ ਇੰਨੇ 1000 ਸਾਲ ਕੱਢ ਗਿਆ ਪੰਡਤ। ਪੰਡਤ ਕਹਿੰਦੇ 1000 ਸਾਲ ਦਾ ਹੁਣ ਤੇ ਜਿਉਂਦਾ। ਆ 50 ਸਾਲ 'ਚ ਮੌਤ ਆ ਗਈ ਇਹਨਾਂ ਦੀ, ਗ੍ਰੰਥੀਆਂ ਦੀ। ਮਰਨ ਨੂੰ ਤਿਆਰ ਨੇ ਹੁਣੇ। 50 ਸਾਲ ਦੇ ਵਿੱਚ ਮੌਤ ਆ ਗਈ। 50 ਸਾਲ ਪਹਿਲਾਂ ਨਹੀਂ ਸੀ ਇਹੋ ਜਿਹਾ ਕੋਈ ਜਿਹਾ ਹੁਣ। ਬਲਕਿ 30 ਸਾਲ ਤੋਂ ਹੀ 50 ਸਾਲ ਕੀ 30 ਸਾਲ ਜਿਹਨਾਂ ਦੀ ਮੌਤ ਆ ਗਈ। ਹਲਕ ਗਏ। ਰਾਗੀ ਸੀ, ਹਲਕ ਗਏ ਸਾਰੇ। ਕਥਾਵਾਜ ਤੇ ਹਲਕ ਗਏ ਸਾਰੇ। ਜਾਂ ਹਲਕ ਜਾਂਦਾ ਕੁੱਤਾ, ਫਿਰ ਉਹਦੀ ਮੌਤ ਆ ਜਾਂਦੀ ਹੈ। ਲੋਭੀ ਕੁੱਤਾ ਹੀ ਹੁੰਦਾ। ਸਵਾਨ ਹਲਕ ਹੈ। ਮਾਇਆ ਦੀ ਜਿਹੜੀ ਭੁੱਖ ਹੈ, ਕੁੱਤੇ ਦਾ ਹਲਕਾ ਹੈ। ਜਿਵੇਂ ਕੁੱਤਾ ਹਲਕ ਜਾਂਦਾ ਹੈ, ਉਹੀ ਹੈ। ਜਿਵੇਂ ਕੁੱਤਾ ਹਲਕ ਜਾਂਦਾ ਨਾ, ਇਹ ਮਾਇਆ ਦੀ ਭੁੱਖ ਹੈ। ਜਾਂ ਹੜ ਹਲਕਦਾ ਨਾ, ਸਿਆਣੇ ਕਹਿੰਦੇ ਨੇ ਹੜ ਹਲਕਦਾ। ਹੜ ਹੁਣ ਹਲਕਿਆ ਹੋਇਆ, ਸਾਰੇ ਬਾਤ ਤੇ ਟੋਏ ਡੱਬੇ, ਸਾਰੇ ਜੰਗਲ ਪੱਟਤੇ। ਦਰਖਤ ਵੀ ਤਾਂ ਜੀਵਤ ਸੀਗੇ। ਉਹ ਜਿਉਂਦੇ ਤੇ ਮਾਰਤੇ ਤੁਸੀਂ, ਉਹਦਾ ਸਜ਼ਾ ਤਾਂ ਤੁਹਾਨੂੰ ਮਿਲਣੀ ਹੈ। ਹੁਣ ਪਤਾ ਲੱਗਿਆ ਇਹਨਾਂ ਨੂੰ ਵੀ ਦਰਖਤ ਵੀ, ਪੇੜ ਵੀ ਇੱਕ ਜਿੰਦਾ ਜੀਵਨ ਹੈ।
ਤੁਸੀਂ ਉਹਨਾਂ ਨੂੰ ਖਤਮ ਕਰਕੇ ਆਪਣਾ ਜਿਹੜਾ ਤਰੱਕੀ ਕਰ ਰਹੇ ਹੋ। ਹੁਣ ਸਵਾਲ ਆਇਆ ਨਾ, ਪਤਾ ਲੱਗਿਆ ਵੀ ਪਰੀਆ ਬਣਨ ਗਿਆ, ਮੌਤ ਆ ਗਈ ਸਾਹਮਣੇ। ਉਹ ਜੋ ਕੀ ਨਿਕਲੀ, ਮੌਤ ਸਾਹਮਣੇ ਦਿਖਣ ਲੱਗੀ। ਹੁਣ ਯਾਦ ਆਇਆ ਵਿਦਵਾਨਾਂ ਨੂੰ, ਖੋਜੀਆਂ ਨੂੰ, ਜਿਹੜੇ ਸਾਇੰਸ ਦੀ ਖੋਜ ਕਰਦੇ ਨੇ। ਕਹਿੰਦੇ ਕਦੇ ਹਲ ਹਲਕਾ, ਕਦੇ ਬਣ ਵਾਸਤੇ। ਕਿ ਹਲ ਹਲਕ ਜਾਂਦਾ, ਬਣ ਵਸਦਾ ਹੁੰਦਾ। ਬਣ ਕੇ ਵਾਸਤੇ ਬਹੁਤ ਬੜੀ ਲੜਾਈ ਹੋਊਗੀ, ਦੁਨੀਆ ਮਰ ਜੂਗੀ, ਆਪੇ ਜੰਗਲ ਫੇਰ ਹੋ ਜੂਗਾ। ਜਾਂ ਹਲ ਹਲਕਦਾ ਤੇ ਬਣ ਵਸਦਾ। ਜਾਂ ਜੇਠ ਆਉਂਦਾ ਬਰਸਾਤ ਵੀ ਆਉਂਦੀ ਹੈ। ਜਾਂ ਹੜ ਜੇਠ ਆਉਂਦਾ ਤਾਂ ਬਰਸਾਤ ਵੀ ਆਉਂਦੀ ਹੈ। ਨਿਯਮ ਹੈ ਕੁਦਰਤ ਦਾ, ਚੱਕਰ ਹੈ ਕਾਲ ਦਾ, ਚੱਲੂਗਾ ਹੈ। ਜਾਂ ਹਲ ਹਲਕੂਗਾ ਤੇ ਬਣ ਵਸੂਗਾ, ਕੋਈ ਹਟਾ ਨਹੀਂ ਸਕਦਾ। ਇਹ ਹੋਊਗਾ ਹੀ ਹੋਊਗਾ। ਜਿਹੜੀਆਂ ਬਿਲਡਿੰਗਾਂ ਨੇ ਉੱਚੀਆਂ ਉੱਚੀਆਂ, ਇੱਕ ਨਹੀਂ ਰਹਿਣੀ। ਉਹਦੇ ਅੱਗੇ ਥੇ ਬਣੇ ਨੇ ਵੀ ਬਣ ਜਾਣਗੇ, ਸਭ ਥੇ ਬਣ ਜਾਣਗੇ ਸਮਾਂ ਆਉਣ ਨਾਲ। ਹੋ ਸਕਦਾ ਬਹੁਤ ਛੇਤੀ ਵੀ ਬਣ ਜਾਣ। ਵੱਢਣੇ ਨੇ ਜਦੋਂ ਹੱਥ ਚਲਿਆ ਗਿਆ ਥੇ ਬਣ ਜਾਣੇ। ਹਾਂਜੀ, ਲਾਖ ਯਤਨ ਕਰੈ ਉਹ ਚਿਤ ਨ ਧਰੇ। ਲਾਖ ਯਤਨ ਕਰੇ ਉਹ ਚਿਤ ਨ ਧਰੇ। ਨਿਰਤਨ ਆਦਰ ਕੋਈ ਨਾ ਦੇ, ਲਾਖ ਯਤਨ ਕਰੈ ਉਹ ਚਿਤ ਨ ਧਰੇ। ਲੱਖ ਯਤਨ ਕੋਈ ਕਰ ਲਵੇ, ਜਿਹੜਾ ਨਿਰਧਨ ਹੈ ਉਹਨੂੰ ਆਦਰ ਨਹੀਂ ਦਿੰਦਾ। ਕੋਈ ਅੰਦਰੋਂ ਆਦਰ ਨਹੀਂ ਦਿੰਦਾ। ਨਿਰਧਨ ਆਦਮੀ ਲੀਡਰਾਂ ਕੋਲ ਵੀ ਜਾਂਦਾ, ਉਹ ਵੀ ਆਦਰ ਨਹੀਂ ਦਿੰਦਾ। ਪੈਸੇ ਵਾਲੇ ਕੋਲ ਜਾਂਦਾ, ਉਹ ਵੀ ਆਦਰ ਨਹੀਂ ਦਿੰਦਾ। ਉਹ ਜਿੰਨਾ ਮਰਜੀ ਉਹਦਾ ਗੋਲਪਣਾ ਕਰ ਲਵੇ, ਉਹਦੇ ਤੇ ਕੋਈ ਅਸਰ ਨਹੀਂ ਪੈਂਦਾ। ਉਹਦੇ ਇਵੇਂ ਪਰਮੇਸ਼ਰ ਨੂੰ ਜਿੰਨੀਆਂ ਮਰਜ਼ੀ ਬੇਨਤੀਆਂ ਕਰੀ ਜਾਵੇ, ਨੱਕ ਰਗੜੀ ਜਾਣੇ ਜਾ ਕੇ, ਕੋਈ ਇਹਨਾਂ ਦੀ ਨਹੀਂ ਸੁਣਦਾ। ਅੰਦਰੋਂ ਜਿੰਨੀਆਂ ਮਰਜ਼ੀ ਬੇਨਤੀਆਂ ਕਰੀ ਜਾਣ, ਜੇ ਤਤ ਗਿਆਨ ਹਾਸਲ ਨਹੀਂ ਕੀਤਾ, ਕੱਖ ਨਹੀਂ ਕਿਸੇ ਦਾ ਸੁਣਨਾ ਉਹਨੇ। ਸਾਰੇ ਸੰਤਾਂ ਨੂੰ ਇਕੱਠੇ ਹੋ ਕੇ ਅਰਦਾਸਾਂ, ਸਾਰੇ ਅਰਦਾਸ ਕਰਦੇ ਨੇ, ਸੰਤ ਵੀ ਕਰਦੇ ਨੇ। ਆ ਗੁਰਦੁਆਰਿਆਂ ਦੀ, ਪਾਕਿਸਤਾਨ ਵਾਲੇ ਦੀ ਮੰਨ ਲਈ ਕਿਸੇ ਦੀ? ਗੁਰਬਾਣੀ ਦਾ ਕਹਿੰਦੀ ਬਿਰਥੀ ਨਾ ਜਾਏ ਜਨ ਕੀ ਅਰਦਾਸ, ਤੇ ਗੁਰਬਾਣੀ ਝੂਠੀ ਹੋ ਗਈ। ਫਿਰ ਇਹਦਾ ਗੁਰਬਾਣੀ ਝੂਠੀ ਹੈ, ਜਾਂ ਤੁਸੀਂ ਝੂਠੇ ਹੋ। ਦੱਸੋ ਝੂਠਾ ਕੌਣ ਹੈ? ਇਹਦਾ ਗੁਰਬਾਣੀ ਝੂਠੀ ਹੈ, ਜਾਂ ਤੁਸੀਂ ਝੂਠੇ ਹੋ। ਅਰਦਾਸ ਕਰਨੀ ਬਹੁਤ ਖਤਰਨਾਕ ਕੰਮ ਹੈ। ਇਹ ਗੁਰੂ ਦੀ ਪ੍ਰੀਖਿਆ ਔਰ ਤੁਹਾਡੀ ਵੀ ਪ੍ਰੀਖਿਆ। ਪਹਿਲਾਂ ਤਾਂ ਅਰਦਾਸ ਕਰ ਲੈਣ ਦੀ ਪ੍ਰੀਖਿਆ, ਕਿਉਂ ਦਰਗਾਹ ਦੇ ਵਿੱਚ ਤਾਂ ਮਨਜ਼ੂਰ ਉਹ ਹੋਣੀ ਹੈ ਜੇ ਜਨ ਨੇ ਅਰਦਾਸ ਕੀਤੀ ਹੈ, ਬਾਕੀ ਹੋਣੀ ਨਹੀਂ। ਉਹ ਤਾਂ ਪਹਿਲਾਂ ਹੀ ਲਿਖ ਦਿੱਤਾ ਉਹਨਾਂ ਨੇ, ਬਿਰਤੀ ਨਾ ਜਾਏ ਜਨ ਕੀ ਅਰਦਾਸ। ਜਨ ਕੀ ਅਰਦਾਸ, ਜੇ ਜਨ ਹੋਊ ਉਹਦੀ ਅਰਦਾਸ ਬਿਰਤੀ ਜਾਣੀ ਨਹੀਂ। ਜਿਹੜਾ ਜਨ ਹੈ ਨਹੀਂ, ਸੰਤ ਦਾ, ਸੰਤ ਦਾ ਜਨ ਵੀ ਨਹੀਂ ਹੈ। ਜੋ ਹੁਣ ਸੰਤ ਦਾ ਅਰਦਾਸ ਕਰ, ਸੰਤ ਅੱਗੇ ਅਰਦਾਸ ਕਰੀਦੀ ਹੈ। ਜਿਹਨੇ ਜਨਮ ਲਿਆ ਉਹ ਜਾਣਾ, ਉਹ ਨਹੀਂ ਜਨ ਬਣਿਆ। ਸੰਤ ਨਹੀਂ ਜਨਮ ਲੈਂਦਾ ਹੁੰਦਾ, ਸੰਤ ਨਾਲ ਮਰਦਾ ਹੁੰਦਾ। ਇਹਨਾਂ ਨੂੰ ਜਨ ਔਰ ਸੰਤ ਦਾ ਨਹੀਂ ਪਤਾ ਕੀ ਹੈ। ਨਾਨਕ ਸੰਤ ਨਹੀਂ ਹੈ, ਨਾਨਕ ਜਨ। ਕਬੀਰ ਜਨ ਹੈ, ਭਗਤ ਜਨ ਹੁੰਦੇ ਨੇ ਸਾਰੇ। ਜਿਨ੍ਹਾਂ ਨੇ ਭਗਤੀ ਕੀਤੀ ਹੈ, ਸੰਤ ਨੇ ਕਿਹਦੀ ਭਗਤੀ ਕਰਨੀ? ਜਿਹੜਾ ਪਹਿਲਾਂ ਸ਼ਾਂਤ ਹੈ, ਉਹਨੂੰ ਭਗਤੀ ਦੀ ਕੀ ਲੋੜ ਪਈ ਹੈ ਕਰਨ ਦੀ? ਭਗਤੀ ਦੀ ਉਹਨੂੰ ਕੀ ਲੋੜ ਪਈ ਹੈ? ਜਿਹੜਾ ਪਹਿਲਾਂ ਹੀ ਬ੍ਰਹਮ ਗਿਆਨੀ, ਉਹਨੂੰ ਭਗਤੀ ਕੀ ਕਰਨੀ ਕਿਹਦੀ ਹੈ? ਤੰਦਰੁਸਤ ਆਦਮੀ ਨੇ ਦਵਾਈ ਕਿਉਂ ਖਾਣੀ ਹੈ? ਦਵਾਈ ਤਾਂ ਖਾਊ ਜਿਹੜਾ ਬਿਮਾਰ ਹੈ। ਸੰਤ ਦਾ ਡਾਕਟਰ ਹੈ, ਡਾਕਟਰ ਮਰੀਜ਼ ਦਾ ਇਲਾਜ ਕਰਦਾ ਹੁੰਦਾ, ਡਾਕਟਰ ਆਪਣੇ ਟੀਕੇ ਲਾਉਂਦਾ ਹੁੰਦਾ। ਕੋਈ ਮਰੀਜ਼ ਤੂੰ ਬੈਠਾ ਪਿਆ ਰਿਹਾ, ਮੈਂ ਟੀਕੇ ਆਪਣੇ ਲਾ ਲੈਂਦਾ। ਮਰੀਜ਼ ਦਾ ਇਲਾਜ ਕਰੀਦਾ, ਸੰਤ ਮਰੀਜ਼ ਨਹੀਂ ਹੁੰਦੇ। ਜਿਹੜਾ ਸੰਤ ਹੋ ਗਿਆ ਮਰੀਜ਼ ਕਾਹਦਾ ਫਿਰ? ਉਹ ਜੇ ਮਰੀਜ਼ ਹੈ ਸੰਤ ਕਾਹਦਾ ਫਿਰ? ਉਹ ਜੇ ਸੰਤ ਆਵੇ ਮਾਲਾ ਕਾਹਦੀ ਫੇਰਦੇ ਨੇ? ਨਿਤਨੇਮ ਕਿਉਂ ਕਰਦੇ ਨੇ? ਬਾਣੀ ਕਿਉਂ ਪੜ੍ਹਦੇ ਨੇ? ਇਹਨੇ ਝੂਠੇ, ਮਹਾ ਝੂਠੇ, ਮਹਾ ਕਪਟੀ।
ਬਨਾਰਸ ਕੇ ਠੱਗ ਇਹਨਾਂ ਨੂੰ ਤਾਂ ਹੀ ਕਿਹਾ ਸੀ। ਕੋਈ ਜਵਾਬ ਹੀ ਨਹੀਂ ਇਹਨਾਂ ਕੋ, ਬਸ਼ਰਮ ਨੇ। ਸੰਤ ਨੇ ਤੁਰੇ ਫਿਰਦੇ ਵਿਚਾਰੇ ਮੰਗਤੇ ਫਿਰਦੇ ਨੇ ਨਾ, ਕੋਈ ਕੁਝ ਵੀ ਕਹਿ ਦੇ ਚੁੱਪ ਕਰਕੇ ਗਾਹਾਂ ਚਲੇ ਜਾਂਦੇ ਨੇ। ਔਰ ਮਹਾਤਮਾ ਬੁੱਧ ਨੇ ਤਾਂ ਸਿੱਧਾ ਹੀ ਕਹਿਤਾ ਸੀ ਵੀ ਭਾਈ ਤੁਸੀਂ ਜਾਣਾ ਅਗਲੇ ਦੇ ਮੰਗਣ, ਅਗਲਾ ਤੁਹਾਨੂੰ ਬੁਰਾ ਵੀ ਕਹੂਗਾ, ਗਾਲ ਵੀ ਕੱਢੂਗਾ, ਗੁੱਸਾ ਨਾ ਕਰਿਓ। ਗੁੱਸਾ ਨਹੀਂ ਕਰੀਦਾ ਹੁੰਦਾ। ਅਗਲਾ ਕਹੂਗਾ ਵੀ ਤੂੰ ਭਾਈ ਇਹੋ ਜਿਹਾ ਪਿਆ, ਤੂੰ ਕਿਉਂ ਨਹੀਂ ਕਰਦਾ ਕੰਮ। ਕਈ ਕਿਸਮ ਦੇ ਆਦਮੀ ਆਉਣਗੇ, ਚੰਗੇ ਵੀ ਆਉਣਗੇ, ਇਹੋ ਜਿਹੇ ਵੀ ਦਿਆਵਾਨ ਵੀ ਆਉਣਗੇ ਵੀ ਚਲੋ ਸੰਤ ਵੀ ਪਾ ਦਿਓ, ਜਾਂ ਨਾ ਨਰਾਦਰੀ ਨਾ ਕਰੋ ਭਾਈ ਹੈ ਨਹੀਂ। ਇਹੋ ਜਿਹੇ ਵੀ ਆਉਣਗੇ ਜਿਹੜੇ ਬੁਰੇ ਬੋਲ ਦੇਣਗੇ, ਗੁੱਸਾ ਨਹੀਂ ਕਰਨਾ। ਜੇ ਇੱਕ ਪਾਸੇ ਥੱਪੜ ਮਾਰੇ ਦੂਆ ਪਾਸਾ ਕਰ ਦਿਓ, ਇੱਧਰ ਹੋਰ ਮਾਰਦੇ ਮੇਰੇ, ਤਾਂ ਕਿ ਉਹਦੇ ਬੋਝ ਪੈ ਜਾਏ। ਉਹਨੇ ਤਾਂ ਐਂ ਕਿਹਾ ਸੀ। ਤੇ ਇਹ ਵੀ ਸੰਤ ਨੇ, ਉਹ ਵੀ ਸੰਤ ਸੀ। ਥੱਪੜ ਖਾਣੇ ਪੈਣੇ ਨੇ ਮੰਗਦਿਆਂ ਨੂੰ। ਮਿਲਦਾ ਕੀ ਹੈ? ਮਿਲਿਆ ਕੁਛ ਵੀ ਨਹੀਂ। ਉਹਨਾਂ ਨੂੰ ਕੀ ਮਿਲਿਆ? ਮਿਲਿਆ ਕੁਛ ਨਹੀਂ ਹੈ। ਰੋਵੇ ਰਾਜੇ ਕੰਨ ਪੜਾਏ, ਦਰ ਦਰ ਮੰਗੇ ਭਿੱਖਿਆ ਜਾਏ। ਗਾਨ ਛੱਡ ਕੀ ਆਇਆ? ਰਾਜਾ ਨੇ ਕੰਨ ਪੜਾ ਲਏ, ਮੰਗਣ ਵੀ ਚਲੇ ਗਏ ਘਰ ਘਰ, ਗੱਲਾਂ ਵੀ ਕਹਾਈਆਂ, ਲੋਕਾਂ ਦੇ ਨਰਾਦਰੀ ਵੀ ਕਰਾਈ। ਰਿਜ਼ਲਟ ਕੀ ਆਇਆ? ਰੋਵੇ ਰਾਜੇ ਕੰਨ ਪੜਾਏ, ਦਰ ਦਰ ਮੰਗੇ ਭਿੱਖਿਆ ਜਾਏ। ਰੋਂਦੇ ਹੀ ਰਹੇ, ਇਹ ਰੋਂਦੇ ਹੀ ਜਾਣਗੇ, ਰੋਂਦੇ ਹੀ ਰਹਿਣਗੇ, ਮਿਲਣਾ ਕੁਛ ਨਹੀਂ। ਅਪਰਾਧੀ ਨੇ ਕਹਾ, ਦਰਗਾਹ 'ਚ ਅਪਰਾਧੀ ਨੇ ਕਹਾ ਦਾ ਉਹ ਦਫਾ ਤਾਂ ਲੱਗੂ ਇਹਨਾਂ ਤੇ, ਉਹ ਦਫਾ ਤਾਂ ਲੱਗੂ। ਭੇਖ ਦਿਖਾਇਓ ਜਗਤ ਵਾਲੀ ਦਫਾ ਤਾਂ ਇਹਨਾਂ ਦੇ ਲੱਗੀ ਹੋਈ ਹੈ। ਅੰਤਕਾਲ ਕਾਤੀ ਕੱਢੋ, ਬਾਸ ਨਰਕਮਲੀ ਵਾਲੀ ਦਫਾ ਤਾਂ ਲੱਗੀ ਹੋਈ ਹੈ। ਉਦੋਂ ਨਹੀਂ ਬਰੀ ਹੋ ਸਕਦਾ ਕੋਈ ਵੀ। ਉਹ ਤਾਂ ਕਹੇ ਚੱਲਣਾ ਹੀ ਚੱਲਣਾ ਇਹਨਾਂ ਤੇ, ਉਦੋਂ ਨਹੀਂ ਬਚ ਸਕਦਾ ਕੋਈ ਵੀ। ਕੋਈ ਚਾਹੇ ਆਪਣੇ ਆਪ ਕਿੰਨਾ ਬਣਿਆ ਫਿਰ ਉਹ ਕੇਸ ਚੱਲੂਗਾ ਸਭ ਤੇ। ਬਾਣੀ ਸੱਚ ਹੈ ਜਾਂ ਫਿਰ ਗੁਰਬਾਣੀ ਦਾ ਇਹਨਾਂ ਨੂੰ ਵਿਸ਼ਵਾਸ ਨਹੀਂ, ਜਾਂ ਇਹਨਾਂ ਨੂੰ ਗੁਰਬਾਣੀ ਦਾ ਭਰੋਸਾ ਨਹੀਂ ਹੈ ਵੀ ਇਹ ਝੂਠ ਹੈ। ਗੁਰਬਾਣੀ ਨੂੰ ਝੂਠ ਅਸਲ ਸੰਤੇ ਮੰਨਦੇ ਨੇ, ਇਸ ਕਰਕੇ ਲੋਕ ਵੀ ਝੂਠੇ ਮੰਨਦੇ ਨੇ। ਜੇ ਸੰਤਾਂ ਦਾ ਭਰੋਸਾ ਨਹੀਂ, ਸਾਡੇ ਅਕਾਲ ਤਖਤ ਦੇ ਜਥੇਦਾਰਾਂ ਦਾ, ਦਰਬਾਰ ਸਾਹਿਬ ਦੇ ਗ੍ਰੰਥੀਆਂ ਦਾ ਭਰੋਸਾ ਨਹੀਂ ਗੁਰਬਾਣੀ ਤੇ ਪਬਲਿਕ ਦਾ ਕਿਵੇਂ ਹੋ ਜਵੇ? ਕਿਉਂ ਹੋ ਜਵੇ ਪਬਲਿਕ ਦਾ? ਸੁਣਨ ਵਾਲਿਆਂ ਦਾ ਕਿਉਂ ਹੋ ਜਵੇ? ਜਾਂ ਪ੍ਰਚਾਰਨ ਵਾਲਿਆਂ ਦਾ ਭਰੋਸਾ ਨਹੀਂ। ਜੇ ਪ੍ਰਚਾਰਨ ਵਾਲਿਆਂ ਦਾ ਭਰੋਸਾ ਹੁੰਦਾ, ਅਰਦਾਸ ਨਾ ਕਰਦਾ। ਬੜੀ ਖਤਰਨਾਕ ਗੱਲ ਹੈ ਅਰਦਾਸ ਕਰਨੀ। ਦੂਏ ਜੇ ਧਰਮ ਨੂੰ ਪਤਾ ਲੱਗ ਗਿਆ, ਅਰਦਾਸ ਪੂਰੀ ਨਾ ਹੋਈ, ਉਹ ਕਹੂ ਇਹਨਾਂ ਦੇ ਗੁਰੂ 'ਚ ਕੋਈ ਸ਼ਕਤੀ ਹੋਈ ਨਹੀਂ। ਤੁਸੀਂ ਤਾਂ ਲੈ ਲਿਆ ਉਹਦਾ ਵਿਸ਼ਵਾਸ ਨਹੀਂ ਰਹਿਣਾ ਕਿਸੇ ਦਾ। ਅਰਦਾਸਾਂ ਨੇ ਵਿਸ਼ਵਾਸ ਹਟਾਤਾ ਲੋਕਾਂ ਦਾ। ਅਰਦਾਸਾਂ ਨੇ ਜਾਣ ਲਾਤੇ ਮੜੀਆਂ ਤੇ। ਅਰਦਾਸਾਂ ਨੇ ਜਿਹੜੇ ਪੱਥਰ ਪੂਜੋ, ਕਬਰਾਂ ਪੂਜਣ ਲਾਤੇ ਤੁਹਾਡੀਆਂ ਅਰਦਾਸਾਂ ਨੇ। ਇਹ ਨਹੀਂ ਸੀ ਕਿਹਾ ਅਰਦਾਸ ਕਰਨ ਨੂੰ। ਅਰਦਾਸ ਕੀ ਕਰਨੀ? ਉਹ ਕਹਿੰਦੇ ਫਿਰ ਬੋਲੋ, ਸਭ ਕੁਝ ਜਾਣਦਾ ਹੀ ਆ ਕਿ ਅੱਗੇ ਕੀ ਹੈ ਅਰਦਾਸ। ਇਹ ਕਿਉਂ ਨਾ ਪੜਿਆ ਬਈ ਤੁਸੀਂ? ਇਹ ਕਿਉਂ ਨਾ ਪੜਿਆ? ਮੰਗਤਾ ਸੀ ਪੰਡਤ, ਮੰਗਤਾ ਸੀ, ਮੰਗਤਾ ਬਣਾਤਾ ਸਿੱਖ। ਗੁਰੂ ਨਹੀਂ ਸੀ ਮੰਗਤਾ ਸਾਡਾ। ਜੇ ਮੰਗਤਾ ਬਣ ਗਿਆ ਤਾਂ ਪੰਡਤ ਦਾ ਚੇਲਾ, ਜੇ ਮੰਗਤਾ ਨਹੀਂ ਤਾਂ ਗੁਰੂ ਦਾ ਸਿੱਖ ਹੈ। ਜਿਹੜਾ ਸਿੱਖਾ ਮੰਗਤਾ ਨਹੀਂ ਹੁੰਦਾ, ਅਰਦਾਸ ਨਹੀਂ ਕਰਦਾ, ਮੰਗਦਾ ਹੀ ਨਹੀਂ ਕੁਛ। ਉਹ ਕੀ ਕਹਿੰਦਾ? ਜੋ ਦੇਵੇ ਸੋ ਖਾਏ। ਜੋ ਦਿੰਦਾ ਦੇ ਖਾਜਾ, ਆਖ ਗਵਾਈ। ਜੋ ਦਿੰਦਾ ਉਹ ਖਾ ਲੋ, ਜੇ ਮੰਗ ਲਿਆ ਭਰੋਸਾ ਨਹੀਂ ਰਹਿਣਾ ਗੁਰੂ ਦਾ ਤੁਹਾਡੇ ਤੇ। ਗਵਾ ਲਈ ਤੁਸੀਂ ਗੁਰੂ ਨਾਲ ਜਿਹੜੀ ਹੈ ਨਾ। ਬੇਸਬਰਾ ਹੋ ਗਿਆ, ਬੇਸੰਤੋਖਾ ਹੋ ਗਿਆ ਗੁਰੂ ਨਾਲ। ਜਿਹੜਾ ਸੀ ਨਾ ਵਿਸ਼ਵਾਸ ਗਵਾ ਲਿਆ ਆਪਣਾ। ਵਿਸ਼ਵਾਸ ਦੇ ਖਾਜਾ, ਆਖ ਗਵਾਈਆ। ਤੁਸੀਂ ਤਾਂ ਸਾਰੀ ਵਿਸ਼ਵਾਸ ਗਵਾ ਲਿਆ ਆਪਣਾ ਗੁਰੂ ਪਰਮੇਸ਼ਰ। ਤੇ ਅੱਜ ਕੀ ਹੋ ਰਿਹਾ? ਕੌਣ ਵਿਸ਼ਵਾਸ ਕਰੇ ਤੁਹਾਡੇ ਤੇ? ਕੀ ਮਿਲੂਗਾ ਤੁਹਾਨੂੰ? ਬੇਇੱਜ਼ਤੀ ਤੇ ਸਵਾ ਕੁਛ ਨਹੀਂ ਲੱਭਣਾ ਇਹਨਾਂ ਗੱਲਾਂ ਚੋਂ।
ਬੇਇੱਜ਼ਤੀ ਬਹੁਤ ਹੋ ਚੁੱਕੀ ਔਰ ਬਹੁਤ ਹੋਰ ਹੋਊਗੀ ਵੀ। ਸਟੇਜਾਂ ਦੇ ਪੱਗਾਂ ਕਾਹਦੇ ਰੁਲਦੀਆਂ ਫਿਰਦੀਆਂ ਤੁਹਾਡੀਆਂ ਆਪਸ ਵਿੱਚ ਹੀ? ਪੱਗਾਂ ਸਟੇਜਾਂ ਤੇ ਰੁਲਦੀਆਂ ਫਿਰਦੀਆਂ ਨੇ ਕਿਉਂ? ਰਾਜ ਮੰਗਦੇ ਹੋ ਨਾ, ਗੁਰੂ ਤੇ ਉਲਟ ਚੱਲ ਗਏ ਨਾ। ਇਹੀ ਕੁਛ ਹੁੰਦਾ ਇਹ ਕੁਛ ਹੁੰਦਾ ਹੈ। ਇੱਕ ਦੂਜੇ ਦੀਆਂ ਪੱਗਾਂ ਲਾਉਣ ਜੋਗੇ ਹੀ ਰਹਿ ਗਏ ਤੁਸੀਂ। ਸਿੱਖਾਂ ਦੀਆਂ ਸਿੱਖ ਪੱਗਾਂ ਲਾਉਣ ਜੋਗੇ ਰਹਿ ਗਏ, ਹੋਰ ਨਹੀਂ ਕੁਛ ਇਹਨਾਂ ਦੇ ਪੱਲੇ ਰਿਹਾ। ਗੁਰੂ ਨੂੰ ਛੱਡ ਕੇ ਪੱਗਾਂ ਲਾਉਣ ਜੋਗੇ ਹੀ ਨੇ ਇਹ ਸਿੱਖ। ਅਸਲ ਸਿੱਖ ਨਹੀਂ ਆਣੇ, ਇਹ ਸੋ ਕਾਲ ਸਿੱਖ ਕਹਿ ਸਕਦੇ ਹਾਂ ਅਸੀਂ ਇਹਨਾਂ ਨੂੰ, ਜਿਹੜੇ ਆਪਣੇ ਆਪ ਨੂੰ ਸਿੱਖ ਮੰਨਦੇ ਨੇ। ਸਿੱਖ ਹੈ ਨਹੀਂ, ਸਿੱਖ ਨਹੀਂ ਪੱਗ ਲਾਉਂਦਾ ਹੁੰਦਾ ਕਿਸੇ ਦੀ। ਸਿੱਖ ਡਿੱਗੀ ਹੋਈ ਪੱਗ ਹਰੇਕ ਦੇ ਹੀ ਡਿੱਗੀ ਹੋਈ ਪੱਗ ਹਰੇਕ ਦੇ ਸਿਰ ਤੇ ਰੱਖਦਾ, ਚਾਹੇ ਮੁਸਲਮਾਨ ਹੋਵੇ, ਚਾਹੇ ਹਿੰਦੂ ਹੋਵੇ, ਚਾਹੇ ਈਸਾਈ ਹੋਵੇ, ਕੋਈ ਹੋ। ਸਿੱਖ ਤਾਂ ਡਿੱਗੀ ਹੋਈ ਪੱਗ ਸਿਰ ਤੇ ਰੱਖਦਾ ਹਰੇਕ ਦੇ। ਸਾਰਿਆਂ ਨੂੰ ਸਿੱਖਿਆ ਦਿੰਦਾ ਵੀ ਤੇਰੀ ਭਾਈ ਪੱਗ ਡਿੱਪੂਗੀ, ਦਰਗਾਹ 'ਚ ਸਿਰ ਤੇ ਰੱਖ। ਚੰਗੀ ਸਿੱਖਿਆ ਦਿੰਦਾ, ਚੰਗੀ ਰਹਿ ਦਿੰਦਾ। ਉਹ ਤਾਂ ਹਰੇਕ ਦੀ ਡਿੱਗੀ ਪੱਗ ਸਿਰ ਤੇ ਰੱਖਦਾ। ਤੁਸੀਂ ਇੱਕ ਦੂਜੇ ਦੀਆਂ ਲਾ ਰਹੇ ਹੋ। ਕਿਹੜੇ ਰਾਹ ਪੈ ਗਏ ਤੁਸੀਂ? ਕੋਈ ਪੁੱਛਣ ਵਾਲਾ ਹੈ ਹੀ ਨਹੀਂ ਸੀ ਇਹਨਾਂ ਨੂੰ। ਪੁੱਛਦਾ ਕੌਣ? ਸਾਰੇ ਤਾਂ ਇਹਨਾਂ ਵੱਲ, ਇਹਨਾਂ ਦੇ ਹੱਥਾਂ ਵੱਲ ਝਾਕਦੇ ਨੇ। ਮੈਨੂੰ ਰੋਟੀ, ਉਹ ਰੋਟੀ ਦੇ ਟੁਕੜਾ ਹੱਥ 'ਚ ਤੁਹਾਡੇ, ਰੋਟੀ ਉਹਦੇ ਹੱਥ 'ਚ ਹੋਵੇ। ਕੁੱਤੇ ਦਾ ਫਿਰ ਪੂੰਛ ਬਾਣਗੇ ਵੀ ਕਿਹਨੂੰ ਸਿੱਟਦਾ। ਉਹਦੇ ਲਿਫਾਫੇ 'ਚੋਂ ਨਿਕਲਣੀ ਉੱਥੇ ਦੀ ਪ੍ਰਧਾਨੀ, ਉਹਦਾ ਸਾਰੇ ਦੇਖਦੇ ਨੇ ਉਹਦੇ ਵੱਲ ਵੀ ਕਿਹਦੇ ਮੂੰਹ 'ਚ ਨੂੰ ਪੈਂਦੀ ਹੈ। ਆਹ ਤਾਂ ਤੁਹਾਡੀ ਹਾਲਤ ਹੈ। ਕਹੂ ਕੌਣ? ਕਹੂ ਜਿਹਨੂੰ ਭੁੱਖ ਨਹੀਂ ਹੈ ਇਹਨਾਂ ਚੀਜ਼ਾਂ ਦੀ। ਜਿਹਨੂੰ ਭੁੱਖ ਨਹੀਂ, ਇਹਦੇ ਉੱਤੇ ਉੱਠ ਗਿਆ ਉਹ ਕਹੂਗਾ। ਹੋਰ ਕੌਣ ਕਹੂਗਾ? ਯਾਰ ਜਿਹਨੂੰ ਪੈ ਨਹੀਂ, ਪੈ ਔਰ ਭੁੱਖ ਦੋ ਚੀਜ਼ਾਂ ਤੋਂ ਰਹਿਤ ਆਦਮੀ ਬੋਲ ਸਕਦਾ। ਨਾ ਭੁੱਖਾ ਬੋਲ ਸਕਦਾ, ਨਾ ਪੈ ਵਾਲਾ ਬੋਲ ਸਕਦਾ। ਕਿਉਂ ਜੇ ਭੁੱਖ ਨਾ ਹੋਵੇ, ਪੈ ਹੋਵੇ ਨਾ, ਪੈ ਵੀ ਨਹੀਂ ਬੋਲਣ ਦਿੰਦੀ। ਸੰਤਾਂ ਨੂੰ ਪੈ ਹੈ, ਭੁੱਖ ਵੀ ਹੈ। ਚੱਲ ਭੁੱਖ ਤਾਂ ਇਹਨਾਂ ਦੀ ਹੋਰ ਤਰ੍ਹਾਂ ਦੀ ਹੈ। ਇਹਨਾਂ ਨੂੰ ਪਤਾ ਵੀ ਸਾਨੂੰ ਕਿਹੜਾ ਪ੍ਰਧਾਨ ਬਣਾਉਣਾ ਕਿਸੇ ਨੇ। ਪੈ ਹੈ, ਪੈ ਹੁੰਦੀ ਅਪਰਾਧੀ ਨੂੰ, ਆਪ ਕਮੀਆਂ ਨੇ ਵਿੱਚ। ਇਹਨਾਂ ਨੂੰ ਪੈ ਤਾਂ ਨਹੀਂ ਬੋਲਦੇ। ਨਿਰਭੈ ਹੋਏ ਤੇ ਬਿਨਾ ਸੱਚ ਨਾਲ ਨਹੀਂ ਜੁੜਿਆ ਜਾ ਸਕਦਾ। ਨਿਰਭੈ ਹੋਏ ਭਜੋ ਭਗਵਾਨ। ਸੱਚ ਭਗਵਾਨ ਨਾਲ ਨਹੀਂ ਜੁੜ ਸਕਦਾ ਨਿਰਭੈ ਹੋਏ ਤੇ ਬਿਨਾ। ਨਿਰਭੈ ਹੋ ਕੇ ਬੋਲੂਗਾ ਸੱਚ। ਨਿਰਭੈ ਭੈ ਭੀਤ ਹੋਇਆ ਸੱਚ ਨਹੀਂ ਬੋਲਦਾ। ਹਾਂਜੀ। ਜੋ ਨਿਰਧਨ ਸਰਧਨ ਕਹਿ ਜਾਏ, ਅੱਗੇ ਬੈਠਾ ਪੀਠ ਫਰਾਏ। ਜਦ ਨਿਰਧਨ ਜਾਂਦਾ ਹੈ ਸਰਧਨ ਦੇ ਕੋਲ, ਜੇ ਹੰਕਾਰੀ ਜਾਂਦਾ ਹੈ ਗੁਰਮੁਖ ਕੋਲ, ਕੋਈ ਰਾਜਾ ਜਾਂਦਾ ਹੰਕਾਰੀ ਗੁਰਮੁਖ ਕੋਲੋਂ, ਪਿੱਠ ਫੇਰ ਲੈਂਦਾ। ਕਹਿੰਦੇ ਇਹਦੇ ਨਾਲ ਕੀ ਗੱਲ ਕਰਨੀ ਹੈ? ਉੱਠ ਕੇ ਨਹੀਂ ਆਉਂਦਾ ਉਹਨੂੰ ਸਰੋਪਾ ਦੇਣ। ਆਹੋ, ਉਹ ਨਹੀਂ ਉੱਠ ਕੇ ਆਉਂਦਾ। ਉਹਨੇ ਤਾਂ ਕੀ ਲੈਣਾ? ਉਹ ਤਾਂ ਆਪਣੇ ਮਤਲਬ ਨੂੰ ਆਇਆ, ਅਰਦਾਸ ਕਰਾਊਗਾ। ਉਹ ਤਾਂ ਆਪਣੇ ਮਤਲਬ ਨੂੰ ਆਇਆ, ਅਰਦਾਸ ਕਹੂ ਕਰਦੇ। ਉਹਨੇ ਕਰਨੀ ਨਹੀਂ ਅਰਦਾਸ। ਅੱਗੇ ਬੈਠਾ ਪੀਠ ਫਰਾਏ। ਅੱਗੇ ਬੈਠਾ, ਜੇ ਤਾਂ ਹੈਗਾ ਉਹ ਗੁਰਮੁਖ ਤਾਂ ਆਦਾ ਪਿੱਠ ਕਰੂਗਾ। ਜੇ ਕੋਈ ਮਿਨਿਸਟਰ ਜਾਂਦਾ, ਉਹ ਕਹਿੰਦਾ ਮੇਰੇ ਆਵੇ ਹੀ ਨਾ। ਅੱਬਲ ਤਾਂ ਬਾਹਰੋਂ ਹੀ ਮੋੜ ਦਿੰਦਾ, ਮੇਰੇ ਤੇ ਕੀ ਲੈਣਾ। ਕਹਿੰਦੇ ਨੇ ਰਾਜਾ ਪੀਪਾ, ਰਾਜਸਥਾਨ ਦਾ ਰਾਜਾ ਸੀ। ਛੋਟਾ ਜਿਹਾ ਰਾਜ ਸੀ, ਛੋਟੀਆਂ ਰਿਆਸਤਾਂ ਸੀ। ਕਾਸ਼ੀ ਚਲਿਆ ਗਿਆ, ਕਾਸ਼ੀ ਚਲਿਆ ਗਿਆ ਉਹਦੇ ਕੋਲ ਰਾਮਾਨੰਦ ਨੂੰ ਮਿਲਣ। ਕਹਿੰਦੇ ਨੇ ਰਾਮਾਨੰਦ ਨੂੰ ਦੱਸਿਆ ਕਿ ਬਾਹਰ ਜੀ ਉਹ ਹਰੇਕ ਆਦਮੀ ਨਹੀਂ ਸੀ ਮਿਲਣ ਜਾਂਦਾ ਜਾ ਸਕਦਾ, ਵੀ ਰਾਜਾ ਪੀਪਾ ਆਇਆ ਤੁਹਾਨੂੰ ਮਿਲਣ। ਕਹਿੰਦਾ ਸੰਤਾ ਰਾਜਾ ਕੀ ਮਿਲਣ? ਕਹਿ ਜਾ ਭੱਜਾ, ਮੈਂ ਨਹੀਂ ਮਿਲਣਾ, ਮੈਂ ਨਹੀਂ ਮਿਲਣਾ। ਸਾਧ ਦਾ ਰਾਜੇ ਦਾ ਕੋਈ ਮੇਲ ਨਹੀਂ। ਸਾਧਨਾ ਸਾਧੇ ਮਿਲ ਸਕਦਾ, ਰਾਜਾ ਨਹੀਂ ਮਿਲ ਸਕਦਾ। ਸਾਧੂ ਅਵਸਥਾ ਉੱਚੀ ਹੈ ਰਾਜੇ ਨੂੰ। ਸਾਧ ਬਣ ਗਿਆ ਜੇ ਮੈਨੂੰ ਮਿਲਣਾ, ਵੀ ਜਾਓ ਘਰ ਨੂੰ ਭੱਜੋ। ਮਿਲਣ ਤੋਂ ਇਨਕਾਰ ਕਰਦਾ। ਜਦੇ ਸਭ ਨੂੰ ਦਾਨ ਕਰਕੇ ਸਾਧ ਬਣ ਕੇ ਆਇਆ ਉਹ ਪੀਪਾ, ਤਾਂ ਉਹਨੇ ਆ ਕੇ ਉਦੋਂ ਤੱਕ ਉਦੋਂ ਉਹਨੇ ਸ਼ਬਦ ਲਿਖ ਦਿੱਤਾ ਸੀ, ਉਹ ਕਬੀਰ ਵਾਲਾ।
ਗੁਰਮਤਿ ਦਾ ਗਿਆਨ ਹੋ ਚੁੱਕਿਆ ਸੀ ਉਦੋਂ ਉਹਨੂੰ ਕੰਮ ਨੂੰ। ਜਾਈਏ ਨੇ ਘਰ ਲੱਗੋ ਹਾਂ ਤਾਂ ਉਹਨੂੰ ਅੱਗੇ ਉਹਨੇ ਮੰਤਰ ਦਿੱਤਾ। ਤੇ ਇਹ ਜਿਹੇ ਸਾਧ ਹੁੰਦੇ ਸੀ ਰਾਜੇ ਨੂੰ ਬਣਨੇ ਨਹੀਂ ਦਿੰਦੇ। ਸਵਾਮੀ ਰਾਮਾਨੰਦ ਕੋਲ ਥੋੜੀ ਹਸਤੀ ਨਹੀਂ ਸੀ, ਇਮਾਨਦਾਰ ਸੀ, ਇਸੇ ਕਰਕੇ ਕਬੀਰ ਦੀ ਗੱਲ ਮੰਨ ਗਿਆ। ਉਲਝਿਆ ਹੋਇਆ ਸੀ, ਨਹੀਂ ਸੀ ਸ਼ਾਸਤਰ, ਪਰ ਅੰਦਰੋਂ ਖਰਾ ਸੀ, ਖੋੜ ਦਾ ਅਸਰ ਨਹੀਂ ਪਿਆ। ਕਹਿੰਦਾ ਸੀ ਵੀ ਕਿਤੇ ਨਾ ਕਿਤੇ ਕੋਈ ਕਵੀ ਖੜਕਦੀ ਸੀ ਕਵੀ ਉਹਨੂੰ। ਹਾਂਜੀ ਜੋ ਸਰਤਨ ਨਿਰਧਨ ਕਹਿ ਜਾਏ, ਦਿਆ ਆਦਰ ਲਿਆ ਬੁਲਾਏ। ਜੋ ਸਰਤਨ ਨਿਰਧਨ ਕੇ ਜਾਏ, ਜੇ ਸਰਤਨ ਨਿਰਧਨ ਦੇ ਜਾਂਦਾ ਰਾਜੇ ਕੋ ਸੁਧ ਚਲਿਆ ਜਾਵੇ ਤਾਂ ਬੜਾ ਆਦਰ ਦਿੰਦਾ ਉਹ। ਇਹ ਕੀ ਗੱਲ ਹੈ ਭਲਾ, ਕੀ ਕਹਿ ਰਿਹਾ? ਇਹ ਕਹਿ ਰਿਹਾ ਸੁਦਾਮਾ ਗਿਆ ਕ੍ਰਿਸ਼ਨ ਕੋਲ, ਕ੍ਰਿਸ਼ਨ ਉੱਠ ਕੇ ਆਇਆ ਜਾਂ ਸੁਦਾਮੇ ਦਾ ਪਤਾ ਲੱਗ ਗਿਆ? ਜੋ ਸਰਤਨ ਨਿਰਧਨ ਕਹਿ ਜਾਏ, ਐਸੇ ਨੂੰ ਕਿਹਾ ਨਾ, ਉੱਠ ਸਿੰਘਾਸਣ ਹਰ ਜਿਉ ਆਏ, ਛੱਡ ਸਿੰਘਾਸਣ ਹਰ ਜਿਉ ਆਏ। ਜੇ ਭਗਤ ਚਲਿਆ ਜਾਵੇ ਕਿਤੇ ਰਾਜੇ ਕੋਲ, ਉਹਨੂੰ ਚੌ ਚੜ ਜਾਂਦਾ, ਇਹ ਤਾਂ ਮੈਨੂੰ ਵੜ ਨਹੀਂ ਦਿੰਦਾ, ਮੇਰੇ ਆ ਗਿਆ, ਕਿਵੇਂ ਆ ਗਿਆ ਇਹ? ਉਹ ਕਹਿੰਦਾ ਕੀੜੀ ਦੇ ਘਰ ਨਾਰਾਇਣ ਆ ਗਿਆ। ਭਗਤ ਦੇ ਚਾਹੇ ਨੰਗੇ ਪੈਰ ਹੋਣ, ਲੀਰਾਂ ਪਾਈਆਂ ਹੋਣ, ਜੇ ਉਹ ਚਲਿਆ ਜਾਵੇ ਉਹ ਭੱਜਿਆ ਫਿਰਦਾ ਰਾਜਾ। ਕਿਉਂ? ਤਾਨੂੰ ਉਹਦੇ ਕੋਲ ਰਾਜਾ ਨਿਰਧਨ। ਹੁਣ ਸਮਝੇ ਨਿਰਧਨ ਕੌਣ ਹੋਇਆ? ਨਿਰਧਨ ਰਾਜਾ ਹੈ। ਰਾਜਾ ਕਿਉਂ ਭੱਜਿਆ ਫਿਰਦਾ ਹੈ? ਕ੍ਰਿਸ਼ਨ ਕਿਉਂ ਭੱਜ ਕੇ ਆਇਆ ਜਾਂ ਸੁਦਾਮਾ ਗਿਆ? ਨਿਰਧਨ ਜੋ ਤਨ ਸੁਦਾਮੇ ਕੋਲ ਹੈ, ਕ੍ਰਿਸ਼ਨ ਕੋਲ ਹੈ ਨਹੀਂ। ਇਹਨਾਂ ਨੇ ਰੰਗ ਕੀ ਦਿੱਤਾ ਹੈ ਵੀ ਉਹਦੀ ਦੋਸਤੀ ਸੀ, ਉਹਦਾ ਪ੍ਰੇਮ ਸੀ। ਝੂਠ ਬੋਲਿਆ ਇਹਨਾਂ ਨੇ। ਆਹ ਗੱਲ ਕੋਈ ਹੈ, ਆਹ ਗੱਲ ਪੰਡਤ ਨੇ ਲੁਕੋ ਕੇ ਪ੍ਰਚਾਰ ਹੋਰ ਕਰਤਾ। ਉਹ ਗੱਲ ਸੱਚ ਲੁਕੋ ਲਿਆ। ਕ੍ਰਿਸ਼ਨ ਨੂੰ ਡਾਊਨ ਨਹੀਂ ਹੋਣ ਦਿੱਤਾ, ਸੁਦਾਮੇ ਨੂੰ ਉੱਤੇ ਨਹੀਂ ਆਉਣ ਦਿੱਤਾ। ਫਿਰ ਇਹ ਵੀ ਗੱਲ ਸੱਚ ਹੈ ਕਿ ਸੁਦਾਮੇ ਨੇ ਜਾ ਕੇ ਕੁਝ ਨਹੀਂ ਮੰਗਿਆ, ਉਹਦੇ ਮੰਗਿਆ ਨਹੀਂ ਕੁਝ ਵੀ। ਕਹਿੰਦਾ ਉਹਦੇ ਮਹਿਲ ਬਣ ਗਏ, ਬਣ ਗਿਆ ਉਹ ਬਣ ਗਿਆ, ਉਹਦਾ ਬਕਵਾਸ ਹੈ ਸਾਰਾ ਇਹਨਾਂ ਦਾ। ਮੰਗਿਆ ਨਹੀਂ ਉਹਨੇ ਕੁਛ, ਬਸ। ਜੇ ਮਿਲ ਗਿਆ ਵੀ ਹੈ ਤਾਂ ਮੰਗਿਆ ਨਹੀਂ ਉਹਨੇ ਕੁਛ। ਇਹ ਤਾਂ ਕਹਿੰਦੇ ਨੇ ਮੰਗਿਆ ਨਹੀਂ ਕੁਛ। ਇਹ ਤਾਂ ਸਾਬਤ ਹੁੰਦਾ ਕਿ ਸੁਦਾਮਾ ਜਿਹੜਾ, ਇਸੇ ਕਰਕੇ ਸੁਦਾਮੇ ਦਾ ਨੌਕਰ ਬਣ ਜਾ ਗਿਆ। ਸੁਦਾਮੇ ਦਾ ਨਾਂ ਹੈ ਜਿਹਦੇ ਕੋਲ ਸੱਚ ਦਾ ਧਨ ਹੈ, श्रेष्ठ धन वाला सुदामा। ताको कृपा पई है अपार। हाँ, ताको कृपा पई है अपार। जाको कृपा पई है अपार। वो सुदामा जी तो कृपा परमेश्वर दी है। वो तो सारा नाम था ना, कृष्ण को पता, कृष्ण को है नहीं। कृष्ण को होता तो गीता जो नाम मिल जाता तुहानू। जिन्हें गीता सुनी है उन्हें मुक्ति नहीं मिली। कृष्ण ने मुँह सुनी है गीता, अर्जुन ने मुक्ति तो मिली नहीं, संकारता तो गया नहीं। सुदामा कहाँ है मुक्ति तो अगे? वो मुक्ति तो भी अगे खड़ा है। हाँ जी। जो सरतन निर्तन कह जाए, दिया आदर लिया बुलाए। वो आदर दिंदा, वो अपना सिंहासन छड़ के खड़ा हो गया, सुदामे नूं उत्थे बिठालिया, पैर धोते। ये लिखदे ने चरनामत लिया कृष्ण ने, आदर दिता ना। कोई राजा जाता हो किसी ऋषि मुनिया कोल भी, हालांकि ऋषि मुनिया ब्रह्मज्ञानी नहीं मनती गुरबाणी। ऋषि मुनिया कोल भी जे राजा जाता हो, ऋषि मुनि कदे उठ के लैण नहीं गए उन्होंने। ऋषि मुनि जाके बैठिया नूं प्रणाम करते सी, जाके जुत्ती खोल के आप। वो नहीं गए लैण भी राजा आ गया साडे। ये बामे को रिक्वेस्ट करते भी साडे हरमंदर साहब। ਇਹ ਆਹ ਉਹ ਬਾਬੇ ਨੂੰ ਕਹਿੰਦੇ ਨੇ ਵੀ ਇੱਥੇ ਹਰਮੰਦਰ ਸਾਹਿਬ ਕਿਉਂ? ਉਹਦੇ ਮੱਕੀ ਲੈਣੀਆਂ ਇਹਨਾਂ ਨੇ ਕੀ ਲੈਣਾ? ਉਹ ਫੋਟੋ ਖਿਚਾਉਣੀਆਂ ਨਾਲ ਉਹਦੇ ਦਿਖਾਉਣ ਨੂੰ। ਇਹਨਾਂ ਨੇ ਬਾਬੇ ਤੇ ਕੀ ਲੈਣਾ? ਨਾਲੇ ਇਹ ਗਾਹਾਂ ਉਹ ਬਾਬਾ ਇਹਨਾਂ ਨੂੰ ਸਿਆਣਾ।
ਉਹਨੂੰ ਪਤਾ ਮੈਨੂੰ ਇੱਥੋਂ ਕੀ ਮਿਲ ਜੂਗਾ ਜਿਹੜਾ ਕੋਈ ਇਹਨਾਂ ਨੂੰ ਮਿਲ ਗਿਆ। ਇਹ ਤਾਂ ਭਗਤੇ ਨੇ, ਇਹਨਾਂ ਨੂੰ ਇੱਥੋਂ ਕੀ ਮਿਲ ਗਿਆ। ਉਹ ਸਿਆਣਾ ਸ਼ਰਧਾਵਾਨ ਨਹੀਂ ਹੈਗਾ, ਮੁਸਲਮਾਨ ਤੋਂ ਵੀ ਕਹਾਂ ਖੜਾ ਉਹ। ਇਹ ਤਾਂ ਹੁਣ ਆਪਣੀ ਬੇਇੱਜ਼ਤੀ ਭਾਲ ਕਹਿੰਦੇ ਨੇ ਵੀ ਸਾਡੀ ਬੇਇੱਜ਼ਤੀ ਹੈ ਜੇ ਨਾ ਆਇਆ। ਇਹ ਤਾਂ ਆਪਣੀ ਫੋਟੋ ਦਿਖਾਉਣਗੇ ਬਾਅਦ ਚ ਵੀ ਆ ਸਾਡੀ ਉਹ ਨਾਲ ਫੋਟੋ ਆਈ ਹੋਈ, ਔਰ ਇਹਨਾਂ ਨੇ ਲੈਣਾ ਉੱਤੇ ਉਹ ਆਮੇ ਦੇ ਪਹਿਲੇ। ਨਿਰਧਨ ਸਰਤਨ ਦੋਨੋਂ ਭਾਈ ਪ੍ਰਭ ਕੀ ਕਲਾ ਨੂੰ ਮਿੱਟੀ ਜਾਈ। ਨਿਰਧਨ ਸਰਤਨ ਦੋਨੋਂ ਭਾਈ, ਜਿੱਥੇ ਤੱਕ ਗੁਰਬਾਣੀ ਦੀ ਗੱਲ ਹੈ। ਜਿਹੜਾ ਸੰਸਾਰੀ ਨਿਰਧਨ ਸਰਤਨ ਹੈ, ਜਿੱਥੇ ਤੱਕ ਸੰਸਾਰੀ ਸਰਤਨ ਨਿਰਧਨ ਉਹਦਾ ਬਰਾਬਰ ਨੇ। ਰਾਜਾ ਰੰਗ ਦੋ ਮਿਲ ਰੋਈ ਹੈ। ਸੰਸਾਰ ਦੇ ਰਾਜਾ ਰੰਗ ਦਾ ਦੋ ਹੀ ਬਰਾਬਰ ਨੇ ਭਾਈ ਨੇ। ਜਿਹੜਾ ਦੂਆ ਭਗਤ ਹੈ ਉਹ ਤੇ ਪ੍ਰਭ ਕੀ ਗੱਲ ਹੈ, ਉਹ ਪ੍ਰਭ ਕੀ ਗੱਲ ਹੈ। ਜਿਹ ਪ੍ਰਭ ਕੀ ਗੱਲ ਹੈ ਉਹ ਨਹੀਂ ਮਿਟੀ ਜਾ ਸਕਦੀ। ਪ੍ਰਭ ਕੀ ਕਲਾ ਮਿਟੀ ਨਹੀਂ ਜਾ ਸਕਦੀ, ਕਿਉਂਕਿ ਉਹ ਇਹਨਾਂ ਤੋਂ ਵੱਖਰਾ ਹੈ। ਜਿਹੜਾ ਰਾਜਾ ਹੈ ਉਹਦਾ ਰੰਗ ਬਣ ਸਕਦਾ ਹੈ, ਰੰਗ ਤੋਂ ਰਾਜਾ ਵੀ ਬਣ ਸਕਦਾ। ਇੱਥੇ ਜਿਹੜਾ ਸੰਸਾਰ ਦਾ ਨਿਰਧਨ ਸਰਤਨ ਹੋ ਸਕਦਾ, ਇੱਕ ਮਿੰਟ 'ਚ ਕੋਈ ਬਣਾ ਸਕਦਾ। ਰਾਜਾ ਵੀ ਉਹਨੂੰ ਪੈਸੇ ਦੇ ਸਕਦਾ, ਰਾਜ ਦੇ ਸਕਦਾ, ਪਰਮੇਸ਼ਰ ਵੀ ਡਾਇਰੈਕਟ ਦੇ ਸਕਦਾ ਹੈ ਕੋਈ, ਕਿਉਂਕਿ ਮਾਇਆ ਪਰਮੇਸ਼ਰ ਦੇ ਹੱਥ 'ਚ ਹੈ। ਇੱਥੇ ਗੱਲ ਕੁਝ ਹੋਰ ਹੈ ਸੰਸਾਰੀ ਧਨ ਦੀ। ਜਿਹੜਾ ਭਗਤ ਬਣਨਾ ਉਹ ਪਰਮੇਸ਼ਰ ਸ਼ਰਤਾਂ ਤੇ ਬਣਾਉਂਦਾ, ਉਹ ਸ਼ਰਤਾਂ ਹੀ ਪੂਰੀਆਂ ਕਰਨੀਆਂ ਪੈਂਦੀਆਂ। ਉੱਥੇ ਨਹੀਂ ਪਰਮੇਸ਼ਰ ਕਰਦਾ, ਉਧਰ ਗੱਲ ਹੋਰ ਹੈ, ਇੱਧਰ ਹੋਰ ਹੈ। ਇੱਧਰ ਬਿਨਾਂ ਸ਼ਰਤਾਂ ਵੀ, ਇੱਧਰ ਤਾਂ ਜੇ ਉਹਨੂੰ ਧਨ ਦੇ ਦਿੱਤਾ ਡੁਬੋਤਾ ਸੋ, ਜੇ ਉਹਨੂੰ ਸੁੱਖ ਦੇ ਦਿੱਤਾ ਰੋਗ ਦੇ ਦਿੱਤਾ। ਇਹ ਗਿਫਟ ਨਹੀਂ ਹੈਗੀ ਧਨ, ਇਹ ਲੋਕਾਂ ਨੂੰ ਗਿਫਟ ਲੱਗਦੀ ਹੈ। ਅਮੀਰਤ ਗਿਫਟ ਨਹੀਂ ਹੈ, ਅਮੀਰਤ ਸ਼ਰਾਬ ਹੈ। ਜਿੰਨੇ ਮੁਲਕ ਅਮੀਰ ਨੇ ਸ਼ਰਾਬ ਹੈ ਉੱਥੇ। ਯੂਰਪ 'ਚ ਸ਼ਰਾਬ ਹੈ। ਸਾਡੇ ਵੀ ਜਿਹੜੇ ਆਦਮੀ ਯੂਰਪ 'ਚ ਗਏ ਨੇ ਪਛਤਾਉਂਦੇ ਨੇ, ਔਲਾਦ ਖਰਾਬ ਹੋ ਗਈ ਉਹਨਾਂ ਦੀ, ਪਰੇਸ਼ਾਨ ਹੋ ਗਏ। ਪ੍ਰੇਮ ਰਿਹਾ ਹੀ ਨਹੀਂ ਘਰ 'ਚ। ਜਿੱਥੇ ਟੱਬਰ 'ਚ ਪ੍ਰੇਮ ਨਾ ਰਹੇ ਕਾਹਦੀ ਜ਼ਿੰਦਗੀ ਆ। ਉਹ ਪਛਤਾਉਂਦੇ ਨੇ, ਜ਼ਿੰਦਗੀ 'ਚ ਰਸ ਨਹੀਂ ਰਿਹਾ ਉਹਨਾਂ ਦੇ ਕੋਈ ਵੀ। ਗਰੀਬਾਂ ਦੇ ਜਿਹੜੇ ਅੱਗੇ ਗਰੀਬ ਹੁੰਦੇ ਸੀ, ਸਾਡੇ ਖੇਤੀ ਕਰਦੇ ਸੀ, ਉਹਨਾਂ ਜਿਹੜਾ ਪ੍ਰੇਮ ਸੀ ਆਪਸ ਵਿੱਚ ਹੀ, ਉਹ ਪ੍ਰੇਮ ਨਹੀਂ ਲੱਭਦਾ। ਸ਼ਰਾਬ ਹੈ ਨਾ, ਜਿੰਨਾ ਉਹਨਾਂ ਦਾ ਸਕੂਨ ਦਾ ਜੀਵਨ ਹੁੰਦਾ ਸੀ, ਉਹ ਜਿਹਾ ਸਕੂਨ ਹੈ ਹੀ ਨਹੀਂ। ਕੀ ਕਰੂਗਾ ਕਾਰ ਨੂੰ, ਕੱਲੇ ਕੱਲੇ ਕੋ ਕਾਰ ਹੈ, ਕੀ ਕਰੂਗਾ ਚੱਟ ਨੂੰ ਕਾਰ ਨੂੰ। ਬੇਚੈਨੀ ਕੀ ਹੈ, ਸਵਾਲ ਬੇਚੈਨੀ ਪੈਦਾ ਕਰਦੀ ਹੈ ਮਾਇਆ। ਬੇਚੈਨੀ ਜਿੰਨੀ ਮਾਇਆ ਉਨੀ ਬੇਚੈਨੀ। ਚੈਨ ਦੀ ਜ਼ਿੰਦਗੀ ਨਹੀਂ ਹੈ ਜੇ ਤਾਂ ਮਾਇਆ ਸ਼ਰਾਬ ਹੈ। ਚੈਨ ਖੋ ਗਿਆ, ਸ਼ਰਾਬ ਹੈ ਮਾਇਆ, ਸ਼ਰਾਬ ਹੁੰਦੀ ਹੈ। ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ, ਸ਼ਰਾਬ ਹੈ, ਚਿੰਤਾ ਆ ਗਈ। ਚਿੰਤਾ ਨਾ ਹੋਵੇ ਬਹੁਤ ਹੋਵੇ, ਇਹ ਗੱਲ ਔਖੀ ਹੈ। ਮਾਇਆ ਬਹੁਤ ਹੋਵੇ, ਉਹਦੀ ਚਿੰਤਾ ਨਾ ਹੋਵੇ, ਇਹ ਗੁਰਬਾਣੀ ਨਾਲ ਜੁੜੇ ਦੇ ਬਿਨਾਂ ਨਹੀਂ ਹੋ ਸਕਦੀ ਗੱਲ। ਗੁਰਬਾਣੀ ਨੂੰ ਮੰਨੇ ਦੇ ਬਿਨਾਂ ਨਹੀਂ ਹੋ ਸਕਦੀ ਇਹ ਗੱਲ। ਬਹੁਤ ਹੋਵੇ ਚਿੰਤਾ ਨਾ ਹੋਵੇ, ਫਿਰ ਉਹਨੂੰ ਗਈ ਦੀ ਵੀ ਚਿੰਤਾ ਨਹੀਂ ਹੈ, ਆਈ ਦੀ ਵੀ ਚਿੰਤਾ ਨਹੀਂ, ਗਈ ਦੀ ਵੀ ਚਿੰਤਾ ਨਹੀਂ। ਜਿਹੜਾ ਗੁਰਮੁਖ ਹੈ ਉਹ ਨਹੀਂ ਬਣ ਸਕਦਾ ਏਦਾਂ ਰਿਆਇਤੀ ਪਾਸ, ਕੋਈ ਨਹੀਂ ਹੁੰਦਾ ਇੱਧਰ। ਉਹਨੂੰ ਆਪਣਾ ਪੂਰਾ ਕੋਰਸ ਕਰਨਾ ਹੀ ਪੈਂਦਾ। ਪਰਮੇਸ਼ਰ ਦਾ ਕੋਈ ਦਖਲ ਨਹੀਂ ਹੈ। ਐ ਨਹੀਂ ਜਿਹਨੂੰ ਮਰਜ਼ੀ ਬਣਾ ਦੇਵੇ, ਇੱਥੇ ਇਹ ਗੱਲ ਨਹੀਂ ਹੈ। ਇੱਧਰ ਹੋ ਹੀ ਨਹੀਂ ਸਕਦੀ ਇਹ ਗੱਲ। ਇੱਧਰ ਨੂੰ ਕੰਪੀਟੀਸ਼ਨ ਆਵੇ, ਲੜਨਾ ਪੈਂਦਾ। ਇੱਧਰ ਨਹੀਂ। ਹਾਂ, ਉਹ ਸੰਸਾਰੀ ਧਨ ਦੀ ਕੋਈ ਗੱਲ ਨਹੀਂ ਹੈ। ਖਿਲਮੇ ਨੀਚ ਕੀਟ ਕੋ ਰਾਜ, ਪਾਰ ਬ੍ਰਹਮ ਗਰੀਬ ਨਵਾਜ। ਉਹ ਤਾਂ ਬਹੁਤ ਸਾਰੀਆਂ ਕਹਾਣੀਆਂ ਨੇ। ਉਹ ਜੀ ਹੱਥ ਵੜਤੇ ਜੀ ਹੋ ਗਿਆ ਸ਼ਹਿਰ 'ਚ, ਉਹ ਕਹਿੰਦੇ ਅੱਜ ਰਾਜਾ ਬਣਾਓ, ਰਾਜਾ ਬਣ ਗਿਆ। ਇਹ ਤਾਂ ਅਨੇਕਾਂ ਕਹਾਣੀਆਂ ਸਾਡੇ। ਭਗਤ ਦਾ ਬਣ ਗਿਆ ਹੋਵੇ, ਇੱਕ ਵੀ ਕਹਾਣੀ ਨਹੀਂ ਸਾਡੇ।
ਇਹਨਾਂ ਦੀਆਂ ਬਣਾਈਆਂ ਹੋਈਆਂ ਹੁੰਦੀਆਂ ਝੂਠਿਆਂ ਦੀਆਂ। ਉਹ ਜਿਹੜੇ ਬਾਹਰੋਂ ਦਰਸ਼ਨ ਕਰਦੇ ਨੇ ਇਹ ਬਣਾ ਸਕਦੇ ਨੇ ਇਹ ਕਹਾਣੀ। ਇੱਦਾਂ ਨਹੀਂ ਹੈ ਜੀ ਕਹਾਣੀ ਕੋਈ ਵੀ। ਜਿਹਨੇ ਭਗਤ ਹੋਏ ਨੇ ਉਹ ਬੜੇ ਕਿਹੜੇ ਇਮਤਿਹਾਨ 'ਚ ਨਿਕਲ ਕੇ ਗਏ ਨੇ। ਕੌਣ ਨਾਨਕ ਇਹ ਖੇਲ ਇਹ ਖੇਲ ਕਠਿਨ ਹੈ। ਇਹ ਕੰਪੀਟੀਸ਼ਨ ਨੂੰ ਆਪੇ ਲੜਨਾ ਪੈਣਾ। ਇੱਥੇ ਕੋਈ ਰਹਿਤ ਨਹੀਂ ਕਿਸੇ ਨੂੰ ਹੈਗੀ। ਰਹਿਤ ਦੀ ਪਾਸ ਕੋਈ ਵੀ ਨਹੀਂ ਇੱਥੇ। ਰਹਿਤ ਦੀ ਪਾਸ ਨਹੀਂ ਕੋਈ, ਕਿਉਂਕਿ ਗਿਆਨ ਲੈਣਾ ਹੈ। ਉਹਨਾਂ ਗਿਆਨ ਚਾਹੀਦਾ। ਗਿਆਨ ਕਿਵੇਂ ਮਿਲੂਗਾ ਜੇ ਗਿਆਨ ਤੋਂ ਬਿਨਾਂ ਸਕਰਾਉਂਗਾ। ਗਿਆਨ ਤਾਂ ਚਾਹੀਦਾ ਹੀ ਚਾਹੀਦਾ। ਅਗਿਆਨ ਹੀ ਨਹੀਂ ਜਾ ਸਕਦਾ। ਉਹਦੇ ਅੰਦਰ ਵੈਰ ਵਿਰੋਧ ਹੋਊਗਾ, ਉੱਥੇ ਜਾ ਕੇ ਸਿਆਪਾ ਪਾ ਦੂਗਾ। ਤਾਂ ਗਿਆਨ ਤੇ ਬਿਨਾਂ ਉਹਦਾ ਵੈਰ ਵਿਰੋਧ ਨਹੀਂ ਜਾਣਾ, ਕਾਮ ਕ੍ਰੋਧ ਨਹੀਂ ਜਾਣਾ। ਇਹ ਚੀਜ਼ਾਂ ਸੱਚਖੰਡ ਲਿਜਾ ਨਹੀਂ ਸਕਦਾ। ਤੇ ਜਿੰਨਾ ਵੀ ਦਾਗ ਨਹੀਂ ਜਾ ਸਕਦਾ ਨਾਲ ਇੱਥੋਂ, ਕਿਉਂਕਿ ਕੱਲੇ ਦੀ ਮਰਜ਼ੀ ਨਹੀਂ ਦੋ। ਪਾਰਲੀਮੈਂਟ ਦਾ ਫੈਸਲਾ ਹੈ, ਕੱਲਾ ਕੋਈ ਵੀ ਨਹੀਂ ਹੈ। ਤੇ ਸੱਚੋ ਹੀ ਸੱਚ ਬੜਾ ਚੁੜ ਵੱਖ ਕੱਢੇ ਫੇਰ ਕਿਵੇਂ ਚੱਲੇ। ਕੌਣ ਭੇਜ ਦੂਗਾ? ਉਹ ਤਾਂ ਵੱਖ ਕੱਢ ਦੇਣਾ ਸਾਰਾ। ਉਹ ਤਾਂ ਕੰਪਿਊਟਰ ਨੇ ਸਾਰੇ ਚੱਲਦੇ, ਮਸ਼ੀਨਾਂ ਹੀ ਦੱਸ ਦਿੰਦੀਆਂ ਨੇ। ਜਾਂ ਮਸ਼ੀਨ ਨੇ ਖੋਟਾ ਕਰਤਾ ਤੇ ਦੂਆ ਕਿਵੇਂ ਕਹੂਗਾ? ਤਾਂ ਮਸ਼ੀਨਾਂ ਨੇ ਦੱਸ ਦੇਣਾ ਵੀ ਖੋਟਾ ਹੈ। ਗਾਹਾਂ ਜਾਣਾ ਹੀ ਨਹੀਂ, ਉਰੇ ਹੀ ਰੁਕ ਜਾਣਾ ਰਾਹ 'ਚ। ਰਾਹ 'ਚ ਰੋਕਣ ਵਾਲੇ ਬਥੇਰੇ ਬੈਠੇ ਨੇ। ਹੋਰ ਜਿੱਥੇ ਖੋਟ ਫੜੀ ਗਈ ਉੱਥੇ ਪਿੱਛੇ ਮੋੜ ਦੇਣ। ਉੱਥੇ ਨਹੀਂ ਜਾ ਸਕਦਾ। ਕੋਈ ਐਸੀ ਗੱਲ ਨਹੀਂ ਹੈ ਵੀ ਹੱਥ ਮੱਥੇ ਤੇ ਰੱਖਤਾ ਇਹ ਹੋ ਗਿਆ। ਸਭ ਝੂਠ ਬਕਵਾਸ ਹੈ ਇਹਨਾਂ ਦਾ। ਰਿਸ਼ੀ ਮੁਨੀਆਂ ਦੀਆਂ ਕਹਾਣੀਆਂ ਨੇ। ਰਿਸ਼ੀ ਮੁਨੀਆਂ ਨੂੰ ਮਾਨਤਾ ਨਹੀਂ ਦੇ ਰਹੀ ਬਾਣੀ ਇਸੇ ਕਰਕੇ। ਕਾਬਲੀਅਤ ਦੀ ਗੱਲ ਹੈ, ਪੂਰੀ ਕਾਬਲੀਅਤ ਨਾਲ ਇੱਥੇ ਜਾਊਗਾ। ਉੱਦਾਂ ਨਹੀਂ ਜਾ ਸਕਦਾ ਕੋਈ ਵੀ। ਕਹੇ ਕਬੀਰ ਨਿਰਤਨ ਹੈ ਸੋਈ, ਜਾ ਕੇ ਹਿਰਦੈ ਨਾਮ ਨਾ ਹੋਈ। ਉਹੀ ਗੱਲ ਹੋ ਗਈ। ਕਬੀਰ ਕਹਿੰਦਾ ਨਿਰਤਨ ਹੋਇਆ ਜਿਹਦੇ ਹਿਰਦੇ ਨਾਮ ਨਹੀਂ। ਰਿਜ਼ਲਟ ਹੈ ਇਸੇ ਗੱਲ ਦਾ। ਯਾਨੀ ਸਰਤਨ ਨਿਰਤਨ ਨਾਮ ਔਰ ਬਿਨਾ ਨਾਮ ਵਾਲੇ ਦੀ ਗੱਲ ਹੈ। ਜਿਹਦੇ ਕੋਲ ਤਤ ਗਿਆਨ ਨਹੀਂ ਹੈ, ਸੱਚ ਦਾ ਗਿਆਨ ਨਹੀਂ ਹੈ, ਆਤਮਦਰਸ਼ੀ ਦੀ ਜਿਹੜਾ ਹੈਗਾ ਉਹ ਨਿਰਤਨ। ਇਹ ਸੰਤ ਜਿੰਨੇ ਮਰਜੀ ਧਨ ਲਈ ਫਿਰਦੇ ਹੁਣ ਸਾਰੇ ਨਿਰਤਨ, ਸਾਰੇ ਨਿਰਤਨ। ਇਸੇ ਕਰਕੇ ਘੱਟ ਧਨ ਵਾਲਾ ਆਦਮੀ ਜਾਂ ਗਰੀਬ ਜਾਂਦਾ ਇਹ ਵੀ ਪਿੱਠ ਫੇਰ ਲੈਂਦੇ ਨੇ। ਇਹ ਵੀ ਪਿੱਠ ਫੇਰ ਲੈਂਦੇ ਨੇ। ਅਸੀਂ ਨਾ ਆਪਣੇ ਸੰਤ ਪੈਰਾਸੂ ਸੰਤ ਤਾਂ ਗੱਲ ਨਹੀਂ ਕਹਿੰਦੇ ਉਹਨੂੰ। ਉਹ ਫੱਕਰ ਆਦਮੀ ਸੀ, ਜੱਟ ਸੀ। ਉਹੋ ਜਿਹਾ ਬਾਣਾ ਰੱਖਿਆ ਉਹਨੇ, ਬੱਲੇ ਹੀ ਕਸ਼ਹਿਰਾ ਪਾਉਂਦਾ ਸੀ, ਪਜਾਮਾ ਨਹੀਂ ਸੀ ਪਾਉਂਦਾ, ਕੁੜਤਾ ਖਰਾਦਾ ਪਾਉਂਦਾ ਸੀ। ਬਸ ਉਹ ਕੋਈ ਲੱਠੇ ਜਿਹੇ ਦਾ ਆਪਣਾ ਆ ਮੋਟੀ ਬੈਲ ਜੀ ਦਾ ਕੋਈ ਦੁਪੱਟਾ ਜਲ ਬੇੜ ਕੇ ਰੱਖ ਲੈਂਦੇ ਸਨ। ਮੌਜ ਦਾ ਮਾਲਕ ਸੀ। ਕਦੇ ਘਰੇ ਜਾ ਵੜਦਾ ਸੀ, ਕਦੇ ਇੱਟਾਂ ਜਾ ਫੜਾਉਣ ਲੱਗ ਜਾਂਦਾ ਸੀ। ਜੇ ਉਹਨੂੰ ਕੋਈ ਕੁਝ ਕਹਿ ਦੇਵੇ ਤਾਂ ਥੱਪੜ ਮਾਰਨ ਨੂੰ ਪੈਂਦਾ ਸੀ, ਗਾਲਾਂ ਕੱਢ ਦਿੰਦਾ ਸੀ। ਕਿਉਂ? ਸੇਵਾ ਮੈਂ ਨਹੀਂ ਕਰਦੀ, ਤੂੰ ਕੌਣ ਹੋਣਾ ਮੈਨੂੰ ਉਠਾਉਣ ਵਾਲਾ? ਪੁੱਠਾ ਪੈਂਦਾ ਸੀ। ਇਸ ਕਰਕੇ ਉਹਨੂੰ ਕੋਈ ਨਹੀਂ ਸੀ ਕੁਝ ਕਹਿੰਦਾ, ਜੋ ਮਰਜ਼ੀ ਕਰੇ। ਚਮਕੌਰ ਸਾਹਿਬ ਦਾ ਗੁਰਦੁਆਰਾ ਬਣਾਉਣ ਲੱਗਿਆ, ਝਾੜ ਸਾਹਿਬ ਦਾ ਪਹਿਲਾਂ ਬਣਾਇਆ ਸੀ, ਪੈਦਲ ਤੁਰ ਪੈਣਾ। ਉਹਨਾਂ ਨੇ ਮਗਰ ਭੱਜਣਾ। ਕਿੱਥੇ ਗਿਆ ਪਿਆਰਾ ਸਿੰਘ? 80 ਸਾਲ ਦੀ ਉਮਰ ਸੀ। ਹੁਣ ਅਗਲਾ ਉੱਚਾ ਨੀਵਾਂ ਥਾਂ ਸੀ ਵੀ ਕਿਤੇ ਇੱਕ ਦਾਰੂ ਪੀਂਦਾ ਸੀ, ਵੀ ਕਿਤੇ ਮੈਂ ਡੇਫੂਗਾ ਸੱਪ ਸੁੱਪੈ। ਇਹ ਜਿਹਾ ਉੱਚਾ ਨੀਵਾਂ ਥਾਂ ਦੇ ਵਿੱਚ ਰਹਿੰਦੇ ਹੀ ਨੇ। ਮਗਰ ਭੱਜਣਾ ਉਹਨਾਂ ਨੇ। ਇੱਕ ਅੱਧੀ ਵਾਰ ਕਹਿੰਦੇ ਨੇ ਕਾਰ ਲੈ ਕੇ ਚਲੇ ਗਏ, ਉਹਨੂੰ ਗਾਲਾਂ ਕੱਢਣ ਲੱਗ ਗਿਆ, ਲੈ ਜਾਓ ਆਪਣੀ ਕਾਰ ਨੂੰ। ਯਾਨੀ ਉਹ ਤਾਂ ਪ੍ਰਭਾਵਿਤ ਹੋ ਕੇ ਪ੍ਰਭਾਵ ਪਾਉਣਾ ਚਾਹੁੰਦਾ ਸੀ ਅਸਲ ਸੰਤਾਂ ਦੇ ਘਰ ਵਾਲਿਆਂ ਤੇ। ਉਹ ਵੀ ਉਹਦੀ ਟੈਕਨੀਕ ਸੀ ਕਿ ਕਰਨ ਦੀ। ਠੀਕ ਟੈਕਨੀਕ ਹੈ ਉਹਦੀ। ਇਹ ਵੀ ਉਹ ਗੱਲਾਂ ਹੋਣਗੀਆਂ, ਸੰਤਾਂ ਕੋਈ ਜਾਣਗੀਆਂ। ਰਾੜੇ ਵਾਲਾ ਅੰਦਰੋਂ ਹਿੱਲ ਗਿਆ ਸੁਣ ਕੇ। ਇਹ ਸੰਤ ਬੜਾ ਹੈ, ਕਹਿੰਦੇ ਜੇ ਮੇਰੇ ਖਿਲਾਫ ਕੁਝ ਕਹਿ ਦਿੱਤਾ ਮਾਨਤਾ ਹੋ ਗਈ ਉਹਦੀ ਜ਼ਿਆਦਾ। ਜੇ ਕਦੇ ਕੁਝ ਬੋਲ ਪਿਆ ਮੈਨੂੰ ਕੱਖ ਨਹੀਂ ਜਾਣਾ ਮੇਰੇ ਪੱਲੇ। ਲੋਕ ਬਾਕੀ ਡਰ ਜਾਂਦੇ ਨੇ ਆਪਸ ਵਿੱਚ। ਇੱਕ ਇਹ ਉਹਦੀ ਮਾਨਤਾ ਹੋ ਗਈ। ਜੇ ਬੋਲ ਪਿਆ ਕਿਸੇ ਨੇ ਕਹਿ ਦਿੱਤਾ ਜੀ, ਉਹਨੇ ਕੁਝ ਕਹਿ ਦਿੱਤਾ ਤਾਂ ਲੋਕ ਤਾਂ ਮੈਨੂੰ ਹਟ ਜਾਣਗੇ। ਕਹਿੰਦੇ ਨੇ ਚਲਾ ਗਿਆ ਉਹ ਦੇਖੋ ਗੱਡੀ ਲੈ ਕੇ।
ਹੁਣ ਜਾ ਕੇ ਇਹ ਕਹਿਤਾ ਵੀ ਉਹਨੂੰ ਕਹੋ ਵੀ ਸੰਤ ਮਿਲਣਾ ਹੈ ਨਾ ਤੁਹਾਨੂੰ। ਕਹਿੰਦੇ ਜਾ ਕੇ ਉਹਨਾਂ ਨੇ ਸੇਵਕ ਗਿਆ ਵੀ ਸੰਤ ਈਸ਼ਵਰ ਸਾਹਿਬ ਆਏ ਨੇ ਤੁਹਾਨੂੰ ਮਿਲਣ ਵਾਸਤੇ। ਉਹ ਕਹਿੰਦਾ ਮੇਰੇ ਕੋਲ ਨਾ ਤੁਰ ਕੇ ਆਵੇ ਉੱਥੋਂ। ਕਿਵੇਂ ਆਇਆ? ਕਾ ਜਾਇਆ? ਕਹਿੰਦਾ ਗੱਡੀ 'ਚ ਆਇਆ। ਕਹਿੰਦਾ ਉੱਥੋਂ ਹੀ ਤੁਰ ਕੇ ਆਵੇ ਜੇ ਮੇਰੇ ਕੋਲ ਰਾੜੇ ਤੋਂ। ਮੈਂ ਨਹੀਂ ਮਿਲਦਾ ਉਹਨੂੰ, ਜਾਓ ਭੱਜਾ। ਕਹਿੰਦਾ ਵਿਚਾਰਾ ਪਿੱਛੇ ਮੁੜਿਆ। ਕਹਿੰਦਾ ਕਾਰ ਔਰ ਸਰ ਦਾ ਕੀ ਮੇਲ ਹੋਏ? ਕੁੱਤੇ ਹੋ, ਭੱਜੋ ਇੱਥੋਂ ਮੇਰੇ ਕੋਲ। ਕਹਿੰਦਾ ਇੱਕ ਗੱਲ, ਜੇਬ 'ਚ 5 ਪੈਸੇ ਵੀ ਨਹੀਂ ਸੀ ਉਹਦੇ ਹੁੰਦੇ, ਖਾਲੀ ਜੇਬ ਰੱਖਦਾ ਸੀ। ਕੁਝ ਗੁਣ ਸੀ ਉਹ 'ਚ, ਗੁਣ ਸੀ ਉਹਦੇ ਵਿੱਚ ਕੁਛ। ਕਰਪਸ਼ਨ ਇੱਕ ਪੈਸੇ ਦੀ ਕਦੇ ਉਹਦੀ। ਸਾਰੇ ਸ਼ਰਾਬੀ ਇਲਾਕੇ ਦੇ ਉਹਦੇ ਕੋਲ ਹਰ ਵਕਤ ਬੈਠੇ ਦਾਰੂ ਪੀਂਦੇ ਰਹਿੰਦੇ ਸੀ। ਸਾਰੇ ਮਾਲੋ ਫਿਰ ਨਾਤੇ ਪਤੰਦਰ ਨੇ ਸਾਰਾ ਦਿਨ ਸ਼ਰਾਬ ਪੀ ਜਾਣਾ, ਗੱਲਾਂ ਕਰਨੀਆਂ, ਸਾਖੀਆਂ ਸੁਣਾਉਣੀਆਂ, ਇਹ ਗੁਰਬਾਣੀ ਦੀਆਂ ਕਰਨੀਆਂ। ਕਹਿੰਦਾ ਦੱਸੋ ਸ਼ਰਾਬ ਡੰਗ ਮਾਰਦੀ ਹੈ? ਮਸਤੇ ਹੋਏ, ਖੁੰਡਾ ਰੱਖਦਾ ਸੀ ਕੋਲ, ਸਾਰੇ ਸਿੱਧੇ ਕਰਦੇ। ਕੋਈ ਇੱਟਾਂ ਉਡਾਉਂਦਾ, ਕੋਈ ਗਾਰਾ, ਸੇਵਾ ਕਰੋ, ਦਾਰੂ ਪੀ ਕੇ ਸੇਵਾ ਕਰੋ, ਪੱਟ ਕੇ ਰੱਖਦੇ ਸਾਰੇ। ਤੇ ਉਹ ਹੋਈ ਨਾ ਗੱਲ, ਇਹ ਸ਼ਰਾਬ ਦੇ ਡਰਦੇ ਨੇ। ਡਰਦੇ ਕਾਹਦੇ ਨੇ? ਅਸਲ 'ਚ ਗੱਲਾਂ ਹੋਰ ਨੇ ਜੀ, ਤਾਂ ਡਰਦੇ ਨੇ ਉਹੀ ਡਰਦੇ ਨਹੀਂ ਹੁੰਦੇ ਇਹ, ਆਪ ਚਾਹੇ ਚੋਰੀ ਪੀਂਦੇ ਹੀ ਹੋਣ। ਕਿਉਂਕਿ ਸ਼ਰਾਬ ਦੇ ਖਿਲਾਫ ਕਰਦੇ ਜਨਾਨੀਆਂ ਖੁਸ਼ ਹੋ ਜਾਂਦੀਆਂ, ਜਨਾਨੀਆਂ ਵੀ ਭੀੜ ਹੋ ਜਾਂਦੀ, ਇਹਨਾਂ ਦੇ ਇਕੱਠ ਹੋ ਜਾਂਦਾ। ਇਹਨਾਂ ਦੀ ਟੈਕਨੀਕ ਹੈ ਸ਼ਰਾਬ ਦਾ ਪ੍ਰਚਾਰ ਵੀ, ਇਹਦੇ ਪਿੱਛੇ ਕੁਝ ਨਹੀਂ ਹੈਗਾ। ਇਕੱਠ ਹੋ ਜਾਂਦਾ, ਜਨਾਨੀਆਂ ਜਾਂਦੀਆਂ ਨੇ, ਨਿਆਣੇ ਜਾਂਦੇ ਨੇ, ਇਕੱਠ ਹੋ ਜਾਂਦਾ ਹੈ। ਇਹਨਾਂ ਨੂੰ ਚੜਾਵੇ ਚੜ੍ਹਦੇ ਨੇ। ਤੇ ਉਹ ਜਨਾਨੀਆਂ ਵੀ ਇਹੋ ਜਿਹੀਆਂ ਹੁੰਦੀਆਂ, ਕਿਸੇ ਨੂੰ ਕੁਛ ਲੋੜ ਹੈ, ਕਿਸੇ ਨੂੰ ਕੁਝ ਪੁੱਛਿਆ ਦੇਤੀ, ਉਹ ਦੇ ਦਿੱਤਾ। ਇਹਨਾਂ ਦਾ ਉੱਥੋਂ ਠੱਗੀ ਠੋਰੀ ਚੱਲੀ ਜਾਂਦੀ, ਹੋਰ ਕੁਛ ਨਹੀਂ। ਨਸ਼ਾ ਦਾ ਇਹ ਨਹੀਂ ਖਿਲਾਫ, ਇਹ ਤਾਂ ਸਿਰਫ ਇਕੱਠ ਕਰਨ ਦੀ ਟੈਕਨੀਕ ਹੈ। ਗੁਰੂ ਘਰ ਦੇ ਵਿੱਚ ਜਨਾਨੀ ਵਾਸਤੇ ਕੋਈ ਜਗ੍ਹਾ ਹੈ ਨਹੀਂ। ਕਦੇ ਅਨੰਦਪੁਰ ਸਾਹਿਬ ਇਕੱਠ ਹੁੰਦਾ ਸੀ ਉਦੋਂ ਗੁਰੂਆਂ ਵੇਲੇ, ਕਦੇ ਸੰਗਤ 'ਚ ਕੋਈ ਜਨਾਨੀ ਨਹੀਂ ਸੀ ਜਾਂਦੀ। ਜੋ ਉਹਨੂੰ ਉਪਦੇਸ਼ ਨੇ, ਉਪਦੇਸ਼ ਆਦਮੀ ਨੂੰ ਹੈ ਸਾਰਾ ਉਪਦੇਸ਼। ਘਰ ਆਦਮੀ ਜਾਊਗਾ ਜੇ ਉਹਨਾਂ ਕੋਈ ਪੁੱਛਣਾ, ਆਦਮੀ ਨਹੀਂ ਪੁੱਛ ਲਵੇ। ਨਾਲੇ ਕੌਣ ਜਾ ਸਕਦਾ ਸੀ? ਕੰਮ ਸੀ ਸਾਰੇ ਕਰਨ ਵਾਲੇ ਘਰ ਦੇ। ਲੋੜ ਕੀ ਹੈ ਉਹਦੀ ਜਾਣ ਦੀ? ਉਹਦੀ ਲੋੜ ਕਿਉਂ ਲੋੜ ਹੈ ਉਹਨੂੰ? ਜਿਹੜੀਆਂ ਜਨਾਨੀਆਂ ਸੰਤਾਂ ਕੋਲ ਜਾਂਦੀਆਂ, ਆਦਮੀਆਂ ਨੂੰ ਪੁੱਛਦੀਆਂ ਨਹੀਂ ਆਪਣਿਆਂ ਨੂੰ। ਆਹੋ, ਘਰ ਕੰਮ ਨਹੀਂ ਕਰਦੀਆਂ, ਉਹਦੇ ਜਾ ਕੇ ਭਾਂਡੇ ਮਾਂਜਣਗੇ, ਘਰ ਨੂੰਹ ਨਾਲ ਲੜ ਪੈਣਗੇ, ਤੇਰਾ ਝੂਠਾ ਮੈਂ ਗਲਾਸ ਕਿਉਂ ਮਾਂਜਾਂ। ਹਾਂਜੀ, ਗੁਰ ਸੇਵਾ ਤੇ ਭਗਤੀ ਕਮਾਈ, ਤਬ ਇਹ ਮਾਨਸ ਦੇਹੀ ਪਾਈ। ਗੁਰ ਸੇਵਾ ਤੇ ਭਗਤ ਕਮਾਈ। ਗੁਰ ਸੇਵਾ ਜਿਹੜੀ ਹੈ, ਭਗਤੀ ਕੀਤੀ ਅੰਦਰਲੇ ਨੇ ਕੀਤੀ, ਹੰਸ ਨੇ ਭਗਤੀ। ਮਾਨਸ ਦੇਹੀ ਪਾਈ ਹੈ ਜਦ, ਜਾਤੇ ਬਾਅਦ ਇਹ ਜੀਵ ਅਲੱਗ ਹੋਇਆ। ਪਹਿਲਾਂ ਗੁਰੇ ਤਾਂ ਇਹ ਇੱਕੋ ਹੀ ਹੈ। ਪਹਿਲਾਂ ਗੁਰ ਇੱਕ ਡਿਗਰੀ ਘਟਣ ਦਾ ਨਾਮ ਹੈ। ਸਮਝੇ? ਗੁਰ ਜਿਹੜਾ ਹੈਗਾ, ਗੁਰ ਲਫ਼ਜ਼ ਦਾ ਮਤਲਬ ਹੈ ਜੋਤ ਸਰੂਪ ਹੈ। ਗਿਆਨ ਹੁੰਦਾ ਹੈ, ਗਿਆਨ ਦੀਵਾ ਹੁੰਦਾ, ਜੋਤ ਹੁੰਦੀ ਹੈ। ਜਿਹੜਾ ਹੁਣ ਤੱਕ ਅੰਤਰਾਤਮਾ ਨੇ ਸੇਵਾ ਕੀਤੀ ਹੈ, ਭਗਤੀ ਦੀ ਕਮਾਈ ਕੀਤੀ ਹੈ। ਭਗਤ ਕਮਾਈ ਹੈ ਨਾ, ਭਾਣੇ 'ਚ ਰਹਿਣਾ, ਭਾਣੇ ਚੱਲਣਾ ਭਗਤ ਕਮਾਈ ਹੈ। ਤਾਂ ਮਾਨਸ ਦੇਹੀ ਪਾਈ ਹੈ। ਹੁਣ ਇਹਦੇ ਵਿੱਚ ਭੇਦ ਕੀ ਹੈ ਗੱਲ ਦਾ? ਕਦ ਕੀਤੀ ਗੁਰਸੇਵਾ ਭਗਤ ਕਮਾਈ? 84 ਲੱਖ ਜੂਨ ਦੇ ਵਿੱਚ ਗੁਰਸੇਵਾ ਭਗਤ ਕਮਾਈ ਕੀਤੀ ਹੈ। ਇੱਕ ਬਿਰਛ ਹੋ ਕੇ ਸੈਂਕੜੇ ਸਾਲ ਤੱਕ ਕੋਥਮ ਖੜਾ ਰਿਹਾ, ਫਲ ਪੈਦਾ ਕੀਤੇ ਨੇ। ਧੁੱਪ ਛਾਂ ਆਪ ਸਹੀ ਹੈ, ਠੰਡ ਆਪਣੇ ਸਿਰ ਤੇ ਚੱਲੀ ਹੈ, ਗਰਮੀ ਸਰਦੀ ਆਪਣੇ ਸਿਰ ਤੇ ਚੱਲੀ ਹੈ। ਕਦੇ ਮੀਂਹ ਨਹੀਂ ਪਿਆ, ਉਹ ਜਿਹੜੀ ਪਾਣੀ ਦੀ ਸ਼ਾਰਟੇਜ ਦੀ ਜਿਹੜੀ ਸੀ, ਪਿਆਸ ਆਪਣੇ ਸਿਰ ਤੇ ਚੱਲੀ ਹੈ। ਤੇ ਫਲ ਪੈਦਾ ਹੋਇਆ, ਉਹ ਜਿਹੜੇ ਪਰਮੇਸ਼ਰ ਦੇ ਜੀਵ ਨੇ ਉਹਨਾਂ ਨੂੰ ਦਿੱਤੇ ਨੇ, ਆਪ ਖਾਂਦੇ ਨਹੀਂ। ਫਲ ਤਾਂ ਆਪ ਨਹੀਂ ਖਾਂਦੇ ਆਪਣੇ। ਪੱਤੇ ਤਾਂ ਕਿਸੇ ਹੋਰ ਦੇ ਕੰਮ ਆਏ ਨੇ,
ਕਿਸੇ ਜਾਨਵਰ ਨੇ ਖਾਧੇ ਹੋਣੇ ਨੇ, ਪੱਤੇ ਵੀ ਤਾਂ ਖਾਂਦੇ ਨੇ ਜਾਨਵਰ, ਤੇ ਲੱਕੜੀ ਵੀ ਕਿਸੇ ਦੇ ਕੰਮ ਆਈ ਹੋਊਗੀ। ਕੀ ਕੀਤੀ? ਸ੍ਰਿਸ਼ਟੀ ਪਰਮੇਸ਼ਰ ਦੀ, ਉਹਦੀ ਸੇਵਾ ਕੀਤੀ। ਜੀ ਨੇ ਪੱਠੇ ਨੇ, ਪੱਠਿਆਂ 'ਚ ਵੀ ਜੀਵ ਹੈ। ਪੱਠਿਆਂ ਨੂੰ ਕਿੰਨੀਆਂ ਚੀਜ਼ਾਂ ਖਾਂਦੀਆਂ ਨੇ, ਕਿੰਨੇ ਛੋਟੇ ਛੋਟੇ ਜੀਵ ਨੇ ਪੱਠਿਆਂ ਤੇ। ਇਹ ਜੀਆਂ ਦਾ ਆਹਾਰ ਜਿਹੜਾ ਜੀਵ ਬਣਿਆ ਸੇਵਾ ਹੀ ਹੈ। ਇੱਕ ਦੇਹ ਹੁੰਦੀ ਹੈ ਬੜੀ ਸਾਰੀ, ਜਾਨਵਰ ਮਰ ਜਾਂਦਾ, ਕਿੰਨੇ ਕਿਰਮ ਵਿੱਚ ਪੈਦਾ ਹੁੰਦੇ ਨੇ ਉਹਦੇ, ਕਿੰਨੇ ਕਿਰਮਾਂ ਨੂੰ ਭੋਜਨ ਬਣਿਆ ਉਹਦੇ ਹੀ, ਪਾਲੀ ਉਹਨੇ ਸੀ ਦੇਹੀ ਦਿੱਤੀ ਕਿਰਮਾਂ ਨੂੰ, ਕਿਰਮ ਦਲ ਖਾਏ, ਇਹ ਸੇਵਾ ਸੀ। ਭੋਜਨ ਬਣਿਆ ਕੁਝ ਜੀਆਂ ਦਾ, ਤਾਂ ਜੁਨੀ ਸੀ ਨਾ, ਤਾਂ ਜੁਨੀ ਚੱਲੀ। ਇਹ ਗੁਰਸੇਵਾ ਭਗਤ ਕਮਾਈ ਦੀ ਗੱਲ ਕਰ ਰਿਹਾ। ਕਬੀਰ ਮਾਨਸ ਦੇਹੀ ਤੱਕ ਪਹੁੰਚਦੇ ਪਹੁੰਚਦੇ ਬਹੁਤ ਕੁਝ ਕੀਤਾ ਪਹਿਲਾਂ। ਜੋ ਮਾਨਸ ਦੇਹੀ ਤੱਕ 84 ਲੱਖ ਜੂਨ ਪਹਿਲਾਂ ਭੁਗਤੀ ਹੈ, ਬਾਬੇ ਮਾਨਸ ਦੇਹੀ ਪਾਈ। ਹਾਂ, ਮਾਨਸ ਦੇਹੀ ਤੱਕ ਤਾਂ ਪਹੁੰਚਿਆ ਹੈ, ਪਾਣੇ ਜੇ ਰਿਹਾ ਹੈ। ਇੱਥੇ ਆ ਕੇ ਵਿਗੜ ਗਿਆ, ਇੱਥੇ ਆ ਕੇ ਵਿਗੜਿਆ ਹੈ ਮਾਨਸ ਦੇਹੀ ਤੇ, ਇੱਥੇ ਆ ਕੇ ਆਪਣਾ ਪਾਣਾ ਸ਼ੁਰੂ ਕਰ ਲਿਆ ਨੇ। ਇੱਥੇ ਆ ਕੇ ਉਪਦੇਸ਼ ਹੈ, ਇਹ ਦੇਹੀ ਦੇ ਵਿੱਚ ਧਰਮ, ਇਹ ਦੇਹੀ ਦੇ ਵਿੱਚ ਗ੍ਰੰਥ ਨੇ। ਪਹਿਲਾਂ ਜਾਨਵਰਾਂ ਦਾ ਕੋਈ ਗ੍ਰੰਥ ਹੈ ਨਹੀਂ, ਉੱਥੇ ਤਾਂ ਕੋਈ ਧਰਮ ਹੈ ਨਹੀਂ, ਉੱਥੇ ਭਾਣੇ, ਉੱਥੇ ਤਾਂ ਉਪਦੇਸ਼ ਕੋਈ ਹੈ ਨਹੀਂ। ਉੱਥੇ ਬਿਨਾਂ ਉਪਦੇਸ਼ ਤੇ ਜੁੜਿਆ ਰਿਹਾ, ਇੱਥੇ ਉਪਦੇਸ਼ ਨਾਲ ਵੀ ਨਹੀਂ ਜੁੜਦਾ। ਇੱਥੇ ਧਰਮ ਅਸਲ ਦੇ ਵਿੱਚ ਗੱਲ ਕੀ ਹੈ? ਧਰਮ ਜੋੜਦੇ ਨਹੀਂ, ਧਰਮ ਤੋੜਨ ਵਾਲੇ ਨੇ। ਇੱਥੇ ਸ਼ੈਤਾਨ ਪ੍ਰਧਾਨ ਹੈ ਸੰਸਾਰ ਦੇ ਵਿੱਚ, ਸ਼ੈਤਾਨ ਪ੍ਰਧਾਨ ਹੈ ਸੰਸਾਰ ਵਿੱਚ। ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ। ਹਾਂ, ਕੂੜ ਹੋਆ ਪ੍ਰਧਾਨ ਵੇ ਲੱਲੋ ਹਲੋ। ਸੱਚ ਤਾਂ ਕਦੇ ਹੀ ਪ੍ਰਧਾਨ ਹੁੰਦਾ ਇੱਥੇ, ਕੂੜ ਪ੍ਰਧਾਨ ਹੈ ਨਾ ਹਮੇਸ਼ਾ। ਕੂੜ ਪ੍ਰਧਾਨ ਹੈ, ਸ਼ੈਤਾਨ ਪ੍ਰਧਾਨ। ਮਨ ਸ਼ੈਤਾਨ ਹੈ, ਦਿਮਾਗ 'ਚ ਰਹਿੰਦਾ ਸ਼ੈਤਾਨ ਦਾ ਚਰਖਾ ਖੇਡਦਾ। ਇਹ ਮਾਵਾਸੀ ਰਾਜਾ ਹੋਇਆ ਹੈ। ਜੇ ਤਾਂ ਬੁੱਧੀ ਦੀ ਅਗਵਾਈ ਚੱਲਦਾ, ਫਿਰ ਤਾਂ ਅਕਲ ਦੇ ਕੰਮ ਕਰਦਾ। ਜੇ ਮਨ ਬਿਨਾਂ ਬੁੱਧੀ ਤੋਂ ਆਪਣੀ ਲੋਭ ਦੇ ਵਸ ਹੋ ਕੇ, ਮੋਹ ਦੇ ਵਸ ਹੋ ਕੇ ਚੱਲਦਾ, ਹੋਬੇ ਦੇ ਵਸ ਹੋ ਕੇ ਚੱਲਦਾ, ਫਿਰ ਇਹ ਸ਼ੈਤਾਨ। ਤਾਂ ਕਿ ਹੈ ਅਕਲੀ ਸਾਹਿਬ ਸੇ ਵੀ ਅਕਲੀ ਕੀਜੇ ਦਾਨ, ਅਗਲੀ ਪੜ ਕੇ ਬੁੱਝੀ, ਅਗਲੀ ਪਾਈਏ ਮਾਨ, ਨਾਨਕ ਆਖੇ ਰਾਹ ਹੈ ਉਹ ਹੋਰ ਗੱਲਾਂ ਸ਼ੈਤਾਨ। ਇਹਦੇ ਬਿਨਾਂ ਜਿੰਨੀਆਂ ਹੋਰ ਮੱਤਾਂ ਨੇ, ਇਹ ਮੱਤ ਇੱਕੋ ਹੀ ਹੈ, ਆ ਗੁਰਮਤ। ਬਾਕੀ ਸਾਰੀਆਂ ਸ਼ੈਤਾਨ ਦੀਆਂ ਮੱਤਾਂ ਨੇ। ਇਨਸਾਨ ਦੀ ਗੱਲ ਵੀ ਹੈ ਵਿੱਚ, ਸ਼ੈਤਾਨ ਦੀ ਗੱਲ ਵੀ ਹੈ। ਮਿਕਸ ਨੇ ਮੱਤਾਂ ਸਾਰੀਆਂ। ਇਹ ਜਿਹੜੀ ਉਹ ਇਨਸਾਨ ਦੀ ਗੱਲ ਹੈ, ਉਹ ਮਿਕਸ ਹੈ ਉੱਥੇ। ਸ਼ੈਤਾਨ ਵਾਲੀ ਜਿਹੜੀ ਗੱਲ ਹੈ, ਜਿੱਥੇ ਅੱਗੇ ਸਾਖੀਆਂ ਆ ਗਈਆਂ, ਨਹੀਂ ਉਹ ਸ਼ੈਤਾਨ ਦੀ ਗੱਲ ਆ ਗਈ। ਜਿੱਥੇ ਤੱਕ ਦਾ ਕੁਰਾਨ ਕੱਲੀ, ਉੱਥੇ ਤੱਕ ਤਾਂ ਇਨਸਾਨ ਬਣਾਉਂਦੀ ਹੈ। ਜਦੋਂ ਕੁਰਾਨ ਛੱਡ ਕੇ ਦੂਜੀਆਂ ਆ ਗਏ, ਉੱਥੇ ਸ਼ੈਤਾਨ ਜ਼ਿਆਦਾ ਹਾਵੀ ਹੈ। ਨਾਲ ਹੋਰ ਕਿਤਾਬਾਂ ਜੋੜ ਲਈਆਂ ਨਾ ਅਸੀਂ। ਜੇ ਤਾਂ ਵੇਦ ਚੱਲਦੇ ਅਸੀਂ ਵੇਦ ਲੈ ਕੇ, ਫਿਰ ਤਾਂ ਇਨਸਾਨ ਬਣਾਉਂਦਾ। ਸਿਮਰਤ ਸ਼ਾਸਤਰ ਨੇ ਸ਼ੈਤਾਨ ਬਣਾਤਾ। ਸਾਖੀਆਂ ਸ਼ੈਤਾਨ ਬਣਾਉਂਦੀਆਂ ਨੇ, ਆਦਮੀ ਦੀ ਉਪਜ ਨੇ। ਇਤਿਹਾਸ ਸ਼ੈਤਾਨ ਬਣਾਉਂਦਾ, ਆਦਮੀ ਦੀ ਉਪਜ ਹੈ। ਜੋ ਆਦਮੀ ਦੀ ਉਪਜ ਹੈ ਸ਼ੈਤਾਨ ਬਣਾਉਂਦਾ, ਜੋ ਪਰਮੇਸ਼ਰ ਦੀ ਉਪਜ ਹੈ ਉਹ ਇਨਸਾਨ ਬਣਾਉਂਦਾ। ਤੁਰਕੀ ਬਾਣੀ ਪਰਮੇਸ਼ਰ ਦੀ ਉਪਜ ਹੈ। ਜਿੱਥੇ ਤੱਕ ਤੁਰਕੀ ਬਾਣੀ ਹੈ, ਉਹ ਪਰਮੇਸ਼ਰ ਤੋਂ ਉੱਥੋਂ ਆਈ ਹੋਈ ਹੈ, ਉਹ ਇਨਸਾਨ ਬਣਾਉਂਦੀ ਹੈ। ਤੇ ਜਿੱਥੇ ਆ ਕੇ ਆਦਮੀ ਦਾ ਦਖਲ ਆ ਗਿਆ, ਮਨ ਦਾ ਦਖਲ ਆ ਗਿਆ, ਦਿਮਾਗ ਦਾ ਦਖਲ ਆ ਗਿਆ, ਉਹ ਸ਼ੈਤਾਨ ਬਣਾਉਂਦੀ ਹੈ। ਜਿੱਥੇ ਮਾਇਆ ਸ਼ੈਤਾਨ ਪ੍ਰਧਾਨ ਹੈ।
शैतान प्रधान जिते शैतान प्रधान उत्थे करप्शन है। शैतान प्रधान उत्थे प्रधानगी है। देखो प्रधानगी लफ्ज आ गया गुरुद्वारियां च, गुरमत च प्रधान लफ्ज सिर्फ गुरमुख वास्ते आया है। प्रधान लफ्ज नहीं वरत्या होया होर सेंस विच। पंच प्रवान पंच प्रधान, पंचे पावे दरगाह मान, पंचे सोहे दर राजान। इतने प्रधान बालिया लै गए। प्रधानता अहंकार का प्रतीक है। इन्होंने ये भी नहीं पता प्रधान अहंकार का प्रतीक है। संसार च इस एक बराबरी है। प्रधानगी सचखंड चाहे इत्थे नहीं है। प्रधानगी जिहड़ा प्रधान है हुक्म किहदे च फिर वो नहीं किसी के हुक्म च है। साढ़े जथेदार लफ्ज का प्रधान है वो नहीं लफ्ज। प्रधान करते बड़े जाते गुरुद्वारा एक्ट लागू है। उदों पहले प्रधान शब्द दसो कितने है। किसी अदालत में प्रधान शब्द नहीं। ऐसे फसन के विद्वान हुण फस गए। इन्हों को कोई गले नहीं, इन्हों को कोई जवाबे नहीं। प्रधान लफ्ज इन्होंने किहनूं पुछ के पढ़े है। प्रधान मनमुखां दी डिक्शनरी का लफ्ज है। प्रधान दे हुक्म च हुंदे ने सारे। प्रधान हाकम हुंदा है। जे तू प्रधान है तो हुक्म तेरा चलू, परमेश्वर का किवें चलू? गुरुद्वारे हुक्म परमेश्वर का चलना चाहिए। तो प्रधान का हुक्म चलू ना, फिर परमेश्वर का किवें चल जूगा? जथेदार का मतलब सिर्फ यह है, एक जत्था है, ਉਹਦਾ ਆਗੂ है बस। एक जथेबंदी का आगू जथेदार है, बंदियां का आगू है। सिर्फ संसारी जी डिसिपलिन का आगू है। वो जी विचारधारा वो नहीं उसका दखल है। विचारधारा गुरु की। साडे विचारधारा प्रधान सी, गुरमत प्रधान है। इतने बंदा प्रधान बन गया, गुरमत थले करती। गुरमत थले आ गई। फिर गुरमत की प्रधानगी खत्म होगी, आदमी की प्रधानगी स्थापित होगी गुरुद्वारे च। तो फिर गुरमत नूं किहड़ा स्थान दिता तुसीं? फिर दसो गुरमत वास्ते किहड़ी सीट है इत्थे? ग्रंथ नूं गुरु नहीं कहा जा सकता। प्रधान को तो ज्ञान गुरु है नहीं। प्रधान का फिर कम, या फिर जो प्रधान है वो अपना टेस्ट दे तू प्रधान है। प्रधान तो गुरमुख होता। फिर गुरमुख होता। गुरमत की कसौटी से खरा उतर। फिर ये शर्त है। फिर तू गुरमत नूं हाईलाइट करेगा, फिर गुरमत ते पहरा देगा। वो भी नहीं है। वो तो है नहीं। प्रधान किहड़ी गल है? प्रधान प्रचारिया की ने? मनमुखा ने। सारे मनमुख ने कवाड़े हुए। गुरमत नूं किहड़ा स्थान दिता तुसीं? चल गुरु नूं देता, ग्रंथ गुरु है, ठीक है, चलो देता। ग्रंथ आप बोलता नहीं। जे गुरमत की प्रधानगी हुंदी तां मजबूर सी असीं गुरमत की गल मनण दे। गुरमत की गल मनाउण वाला आदमी प्रधान हो सकता है, कहा जा सकता है। जिहड़ा गुरमत तो बहुत दूर है उन्होंने प्रधानगी काहदी है? उन्होंने शैतानी की प्रधानगी है। माया की प्रधानगी शैतान की प्रधानगी है। शैतान प्रधान हो गया साडे गुरुद्वारे जाके। गुरमुख की जगह शैतान बैठ गया। तो शैतान ने सारे। नानक आखे राह एहो होर गल्लां शैतान। अकली साहिब सेबी, अकली कीजे दान। अकली पढ़ के बुझे उन्हें प्रधान ने। जो पढ़ के बुझे नहीं तो शैतान है। अकली पढ़ के बुझिए, अकली कीजे दान। यही दान करे गुरमत जी बुझी है। नानक आखे राह एहो होर गल्लां शैतान। जे ये नहीं करता फिर शैतान है। शैतान काबिज हो गया, अशांति है।
ਔਰ ਦੂਏ ਵੀ ਸ਼ੈਤਾਨ ਤੋਂ ਘੱਟ ਨਹੀਂ, ਜਿਹੜੇ ਉਹਨੂੰ ਕਹਿੰਦੇ ਨੇ ਵੀ ਇਹ ਤੋਂ ਖੋਲੋ, ਉਹ ਵੀ ਸ਼ੈਤਾਨ ਨੇ। ਸਾਰੇ ਸ਼ੈਤਾਨ ਨੇ ਜਿਹੜੇ ਕਹਿੰਦੇ ਨੇ ਬਾਦਲ ਨੂੰ ਲਾ ਕੇ ਆ ਜਾਓ, ਉਹ ਵੀ ਸ਼ੈਤਾਨ ਨੇ, ਘੱਟ ਕੋਈ ਵੀ ਨਹੀਂ ਇਹਨਾਂ ਚ। ਸ਼ੈਤਾਨਾਂ ਦੀ ਲੜਾਈ ਆਪਸ ਵਿੱਚ ਹੀ, ਲੜਾਈ ਗੋਲ ਕਿਤੇ ਹੀ ਆ ਖੜੀ। ਸਿਆਸੀ ਬੰਦੇ ਸਾਰੇ ਸ਼ੈਤਾਨ ਨੇ। ਇਹਨਾਂ ਤੇ ਸਿੱਖੀ ਨੂੰ ਕਿਵੇਂ ਬਚਾਉਣਾ? ਹੁਣ ਮਸਲਾ ਇਹ ਹੈ, ਸਭ ਸ਼ੈਤਾਨ ਨੇ, ਇੱਕ ਵੀ ਘੱਟ ਨਹੀਂ ਇਹਨਾਂ ਚ। ਦੇਖ ਕੇ ਗੱਲ ਕਰਨਗੇ ਇਹ ਕਿ ਸਾਡੀਆਂ ਵੋਟਾਂ ਤੇ ਅਸਰ ਨਾ ਪੈ ਜਾ। ਗੁਰਬਾਣੀ ਦਾ ਵੀ ਪ੍ਰਚਾਰ ਇਸ ਢੰਗ ਨਾਲ ਕਰਨਗੇ ਕਿ ਵੋਟਾਂ ਤੇ ਅਸਰ ਨਾ ਪੈ ਜਾ। ਜਿਹੜਾ ਇਹ ਗੱਲ ਨੂੰ ਦੇਖ ਕੇ ਪ੍ਰਚਾਰ ਕਰੂਗਾ ਮੇਰੀ ਵੋਟਾਂ ਤੇ ਅਸਰ ਨਾ ਪੈ, ਸ਼ੈਤਾਨ ਹੈ। ਫਿਰ ਉਹ ਮੈਨੂੰ ਕੋਈ ਬੁਰਾ ਨਾ ਕਹੇ, ਮੇਰੀ ਪਾਰਟੀ ਨਾ ਹਾਰ ਜਾਵੇ, ਸ਼ੈਤਾਨ ਨੇ ਸਾਰੇ। ਹਾਂਜੀ, ਇਸ ਦੇਹੀ ਕੋ ਸਿਮਰੈ ਦੇਵ, ਇਸ ਦੇਹੀ ਕੋ ਸਿਮਰੈ ਦੇਵ। ਜਿਹੜੀ ਦੇਹੀ ਮਨੁੱਖਾ ਦੇਹੀ ਹੈ ਨਾ, ਜਿਹੜੇ ਦੇਵਤੇ ਨੇ, ਦੇਵ ਕੌਣ ਨੇ? ਜਦੋਂ ਸਰੀਰ ਛੱਡ ਜਾਂਦਾ ਇਹਨੂੰ ਦੇਵਤਾ ਕਹਿੰਦੇ, ਦੇਵ ਕਹਿੰਦੇ ਨੇ। ਉਹ ਹੁਣ ਅੰਦਰ ਹੈ, ਸਾਹ ਲੈਂਦਾ, ਅੰਤਰ ਦੇਵ ਨਾ ਜਾਣੇ ਅੰਦਰ। ਇਹਨੇ ਬਾਹਰ ਬਣਾ ਲਿਆ, ਉਹਨੇ ਮੂਰਤੀ ਬਣਾ ਲਈ, ਉਹ ਦੇਵ ਕਾਹਨੂੰ ਹੈ? ਜਦੋਂ ਦੇਵ ਹੋ ਜਾਂਦਾ, ਸਰੀਰ ਛੱਡ ਜਾਂਦਾ, ਉਦੋਂ ਕਹਿੰਦਾ ਮੈਨੂੰ ਮਨੁੱਖਾ ਜਨਮ ਦੇ। ਹਰ ਜੂਨ ਛੱਡ ਕੇ ਆਉਂਦਾ ਰਿਹਾ, ਮਨੁੱਖਾ ਦੇਹੀ ਵਾਸਤੇ ਹੈ। ਜੋ ਆਤਮਾ ਦੇਵ, ਆਤਮਦੇਵ ਹੈ ਨਾ ਲੋਹੇਗਾ। ਜੋ ਆਤਮਦੇਵ ਹੈ, ਮਨੁੱਖਾ ਦੇਹੀ ਇਹਦਾ ਟਾਰਗੇਟ ਸੀ। ਜਦੋਂ ਚੱਲਿਆ ਆਇਆ ਦੂਰੋਂ ਚੱਲ ਕੇ 84 ਲੱਖ ਜੂਨ ਭੁਗਤ ਕੇ ਆਇਆ ਮੈਂ, 84 ਲੱਖ ਪੌੜੀ ਚੜ ਕੇ ਆਇਆ। ਉੱਪਰ ਹੈ ਮੰਦਰ ਅਜੂਰ, ਮਨੁੱਖਾ ਜੂਨ 84 ਲੱਖ ਪੌੜੀ ਚੜ ਕੇ ਜਿਹੜਾ ਮੰਦਰ ਹੈ ਨਾ, ਉਸ ਮੰਦਰ ਚ ਅਸੀਂ ਪ੍ਰਵੇਸ਼ ਕਰਨਾ। ਉਹਦਾ ਨਾਮ ਹੀ 10 ਦੁਆਰ ਹੈ, ਉਹੀ ਨਜਕਰ ਹੈ। ਇੰਨਾ ਉੱਚਾ ਹੈ। ਉਹ ਜਿਹੜੀ ਉੱਚੀ ਬਣਾਉਂਦੇ ਨਾ ਨੈਣਾ ਦੇ ਵੀ ਸਿਰੇ ਤੇ, ਉਹ ਮਤਲਬ ਤਾਂ ਆਹ ਹੈ ਇਹਦਾ, ਪਹਾੜ ਦੀ ਚੋਟੀ ਤੇ ਬਣਾਉਂਦੇ ਨੇ ਸਭ ਤੋਂ ਉੱਚੀ। ਇਹ ਬੁੱਧੀ ਵਿਵੇਕ ਬੁੱਧੀ ਸਭ ਤੋਂ ਉੱਚਾ ਸਥਾਨ ਹੈ। ਇਹ ਤੋਂ ਉੱਚਾ ਕੁਛ ਨਹੀਂ ਹੈ। ਬੁੱਧੀ ਜਾਨਵਰਾਂ 'ਚ ਵੀ ਹੈ, ਆਦਮੀਆਂ 'ਚ ਵੀ ਹੈ, ਪਰ ਵਿਵੇਕ ਬੁੱਧੀ ਸਭ ਤੋਂ ਉੱਚੀ ਹੈ। ਉਹ ਨੈਣਾ ਦੇ ਵੀ ਵਿਵੇਕ ਬੁੱਧੀ ਹੋਈ ਹੈ। ਵਿਵੇਕ ਬੁੱਧੀ ਦਾ ਨਾਮ ਨੈਣ ਕੀ ਹੁੰਦਾ? ਦੇਖਣ ਸ਼ਕਤੀ। ਉਹ ਨੈਣ ਜਿਹੜੀ ਨਾਨਕ ਸੇ ਅਖੜੀਆਂ, ਉਹੀ ਨੈਣ ਹੈ। ਉਹ ਨੈਣਾ ਦੇਵੀ ਕਿਹੜੀ ਹੈ? ਜਿਹਦੇ ਨਾਲ ਨਿਰਾਕਾਰ ਦਾ ਦਰਸ਼ਨ ਹੁੰਦਾ, ਉਹਦਾ ਨਾਮ ਨੈਣਾ ਦੇਵੀ ਹੈ। ਤੂੰ ਹੀ ਨੈਣਾ ਦੇਵੀ ਤਾਂ ਹੀ ਤਾਂ ਕਿਹਾ, ਤੂੰ ਹੀ ਸ੍ਰੀ ਭਵਾਨੀ। ਉਹ ਇਹਨਾਂ ਨੇ ਹੋਰ ਬਣਾ ਲਈ, ਛੱਡੋ ਪਰੇ। ਹਾਂਜੀ, ਦੇਖਣ ਸ਼ਕਤੀ ਨੂੰ ਨੈਣਾ ਦੇਵੀ ਕਹਿੰਦੇ ਨੇ। ਹਾਂਜੀ, ਇਸ ਦੇਹੀ ਕੋ ਸਿਮਰੇ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਉਹ ਦੇਹੀ ਤੇਰੇ ਕੋਲ ਹੈਗੀ ਹੈ, ਉਹਦਾ ਦੇਹੀ ਤੇਰੇ ਕੋਲ ਹੈ। ਤੂੰ ਹਰ ਕੀ ਸੇਵ ਨਾਲ ਕਿਉਂ ਨਹੀਂ ਜੁੜਦਾ? ਸੋ ਦੇਹੀ ਭਜ ਹਰ ਕੀ ਸੇਵ।